NKN TV ਦੇਖ ਰਹੇ ਸਰੋਤਿਆਂ ਦਾ ਸਵਾਗਤ ਹੈ। ਜਿਵੇਂ ਤੁਸੀਂ ਦੇਖਦੇ ਹੋ ਕਿ ਰੋਜ਼ਾਨਾ NKN TV ਦੀ ਟੀਮ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰਨ ਉਪਰੰਤ ਉਹਨੂੰ ਪ੍ਰਸਾਰਿਤ ਕੀਤਾ ਜਾਂਦਾ ਕਿ ਇਸ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਜਾਂ ਕਿਹੜਾ ਹੋਣ ਵਾਲਾ ਹੈਗਾ, ਉੱਥੋਂ ਦੇ ਲੋਕਾਂ ਦੇ ਮਾਨਸਿਕਤਾ ਕਿੱਦਾਂ ਦੀ ਹੈਗੀ ਆ। ਆਓ ਲੈ ਕੇ ਚੱਲਦੇ ਹਾਂ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਸ਼ੇਖੂਪੁਰ, ਇੱਥੋਂ ਦੀਆਂ ਦਿਖਾਉਂਦੇ ਹਾਂ ਕੁਝ ਨਾ ਕੁਝ ਝਲਕੀਆਂ। ਜਿਵੇਂ ਇਸ ਵੇਲੇ ਅਸੀਂ ਤੁਹਾਡੇ ਪਿੰਡ ਸ਼ੇਖੂਪੁਰ ਜਿਹੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪੈਂਦਾ ਪਿੰਡ ਹੈ ਅਤੇ ਬਲਾਕ ਜਿਹੜਾ ਹੈਗਾ ਹਲਕਾ ਜਿਹੜਾ ਬੰਗਾ ਆ, ਇੱਥੇ ਇਸ ਪਿੰਡ ਦੇ ਵਿੱਚ ਇਸ ਵੇਲੇ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ, ਬਹੁਤ ਸਾਰਾ ਵਿਕਾਸ ਵੀ ਹੋਇਆ। ਇਸ ਵੇਲੇ ਖਾਸ ਸਮੱਸਿਆ ਤੁਹਾਨੂੰ ਕਿਹੜੀ ਲੱਗਦੀ ਹੈ ਪਿੰਡ ਵਾਸੀਆਂ ਨੂੰ? ਖਾਸ ਤਾਂ ਬਸ ਸਾਡੇ ਵਾਸਤੇ ਤਾਂ ਇਹੀ ਆ ਵੀ ਟੋਬੇ ਜਿਹੜੇ ਆ ਘਰਾਂ ਦੇ ਵਿੱਚ ਵਾ ਅਤੇ ਸਾਡੇ ਬੱਚਿਆਂ ਨੂੰ ਬਹੁਤ ਦੁਆ ਨੁਕਸਾਨ ਪੈਂਦਾ ਹੈ ਨਾ, ਤੇ ਆਲੇ ਦੁਆਲੇ ਘਰ ਟੋਬੇ ਜਿਹਨੂੰ ਛੱਪੜ ਕਹਿੰਦੇ ਆ। ਹਾਂਜੀ ਹਾਂਜੀ, ਐਨ ਗੱਬੇ ਆ। ਤੇ ਇੱਕ ਸਾਡੇ ਪਿੰਡ ਦੇ ਆਲੇ ਦੁਆਲੇ ਦੀ ਸੜਕ ਨਹੀਂ ਪੱਕੀ, ਉਹ ਬਿਲਕੁਲ ਕੱਚੀ ਆ। ਉਹ ਆਲਾ ਦੁਆਲਾ ਪਿੰਡ ਦਾ ਜਿੱਦਾਂ ਰੋਡ ਪੱਕਾ ਬਣਦਾ ਇਦਾਂ ਦਾ ਹੀ ਹੋਵੇ। ਹਾਂਜੀ, ਠੀਕ। ਹੋਰ ਕਿਹੜੀ ਮੰਗ ਪਿੰਡ ਵਾਸਤੇ? ਹੋਰ ਸਾਡਾ ਬਸ ਆ ਚੌਂਤਾ ਸਾਡਾ ਵਧੀਆ ਬਣਨਾ ਚਾਹੀਦਾ, ਬੋਰ ਥੱਲੇ ਵਾਲਾ ਸਾਨੂੰ ਇਹ ਆ ਜੀ। ਹਾਂਜੀ, ਹੋਰ ਕਿਉਂ ਸਾਡੇ ਇੱਥੇ ਜਦ ਵੀ ਕੋਈ ਪ੍ਰੋਗਰਾਮ ਹੁੰਦਾ ਆ ਸਾਨੂੰ ਬਹੁਤ ਦਿੱਕਤ ਆਉਂਦੀ ਆ। ਸਾਡੇ ਇੱਥੇ ਨੇੜੇ ਤੇੜੇ ਦੇ ਘਰਾਂ ਨੂੰ ਕਿਤੇ ਜਗ੍ਹਾ ਹੈ ਨਹੀਂ ਕੋਈ ਵੀ। ਹੁਣ ਗਰੀਬਾਂ ਦੇ ਘਰਾਂ 'ਚ ਕਿੰਨੇ ਕੁ ਜਗ੍ਹਾ ਆ, ਤੇ ਜੇ ਮਤਲਬ ਕਿਸੇ ਨੇ ਵਿਆਹ ਸ਼ਾਦੀ ਵੀ ਕਰਨਾ ਹੋਵੇ ਇੱਥੇ ਕਰ ਸਕਦਾ ਅਗਲਾ, ਜੇ ਚੌਂਤਾ ਬਣਿਆ ਹੋਵੇ ਇੱਥੇ ਸ਼ੈੱਡ ਬਣ ਜਾਵੇ, ਤੇ ਬਸ ਇਹੀ ਸਾਡੀ ਪ੍ਰੋਬਲਮ। ਇਸ ਵੇਲੇ ਇਹ ਪਿੰਡ ਸ਼ੇਖੂਪੁਰ ਜਿਵੇਂ ਤੁਹਾਡਾ, ਇਹਦੇ ਵਿੱਚ ਕਿਹੜੇ ਕੰਮ ਹੋਣ ਵਾਲੇ ਆ ਜਿਹੜੀ ਤੁਸੀਂ ਸਰਕਾਰ ਤੋਂ ਤਾਂ ਪੰਚਾਇਤ ਤੋਂ ਮੰਗ ਕਰਨਾ ਚਾਹੁੰਦੇ ਹੋ? ਤਾਂ ਗਲੀਆਂ ਨਾਲੀਆਂ ਜਿਹੜੀਆਂ ਹਲੇ ਸਾਡੀਆਂ ਬਹੁਤ ਬਣਨੇ ਵਾਲੀਆਂ ਪਈਆਂ, ਨਹੀਂ ਬਣੀਆਂ। ਆਲੇ ਦੁਆਲੇ ਸੜਕ ਬਣ ਗਏ, ਵਿੱਚ ਗਲੀਆਂ ਬਹੁਤ ਬੁਰਾ ਹਾਲ ਹੈ ਉਹਨਾਂ ਦਾ, ਉਹ ਬਣਨੀਆਂ ਚਾਹੀਦੀਆਂ। ਹਾਂਜੀ, ਤੇ ਜਿਵੇਂ ਹੁਣ ਇਹ ਨਵੀਂ ਪੰਚਾਇਤ ਬਣੀ ਨੂੰ ਕਰੀਬ ਪੌਣੇ 2 ਸਾਲ ਹੋ ਗਏ ਨੇ, ਤੇ ਹੁਣ ਕੋਈ ਵਿਕਾਸ ਦੇ ਕੰਮ ਹੋਏ ਨੇ? ਹਾਂਜੀ, ਜਿੰਨੇ ਕੁ ਗ੍ਰਾਂਟ ਉੱਥੋਂ ਗ੍ਰਾਂਟ ਤਾਂ ਕੋਈ ਆਈ ਨਹੀਂ, ਜਿੰਨੇ ਕੁ ਪੈਸੇ ਥੋੜੇ ਟੇਕੇ ਟੁਕੇ ਦੇ ਹੁੰਦੇ, ਇੱਕ ਦੋ ਗਲੀਆਂ ਬਣ ਗਈਆਂ 2-4। ਹਾਂਜੀ, ਤੇ ਇਸ ਪੰਚਾਇਤ ਵੇਲੇ ਕਿਹੜਾ ਕੰਮ ਹੋਇਆ ਉਦੋਂ? ਗਲੀਆਂ ਬਣੀਆਂ 4-5। ਠੀਕ ਹੈ। ਹਾਂਜੀ, ਵੱਡੀਆਂ ਬਣੀਆਂ। ਹਾਂਜੀ ਮੈਡਮ ਜੀ, ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕਿਹੜੇ ਪਿੰਡ ਦੇ ਵਿੱਚ ਵਿਕਾਸ ਦੇ ਕਾਰਜ ਹੋਣੇ ਚਾਹੀਦੇ ਆ? ਇੱਕ ਤਾਂ ਜਿਹੜੇ ਛੱਪੜ ਆ ਉਹ ਤੂੰ ਹੁਣ ਠੀਕ ਹੋਣੇ ਚਾਹੀਦੇ ਆ। ਇੱਕ ਛੱਪੜ ਇੱਦਾਂ ਖੁੱਲ੍ਹੇ ਛੱਡੇ ਹੋਏ, ਇਹਨਾਂ ਦੇ ਆਲੇ ਦੁਆਲੇ ਵੀ ਜਦੋਂ ਵੀ ਚੱਲ ਛੱਪੜ ਹੈਗੇ ਪਿੰਡ ਵਿੱਚ ਉਹਨਾਂ ਦੇ ਆਲੇ ਦੁਆਲੇ ਕੰਧਾਂ ਹੋਣੀ ਚਾਹੀਦੀਆਂ, ਬੱਚੇ ਲੰਘਦੇ ਵੜਦੇ ਕੋਈ ਦੁਆ ਟੈਨਸ਼ਨ ਨਾ ਹੋਵੇ। ਇੱਕ ਇਹ ਸਾਰਾ ਕਵਰ ਹੋ ਕੇ ਵਧੀਆ ਬਣਨਾ ਚਾਹੀਦਾ ਆ। ਹਾਂਜੀ, ਹੋਰ ਵੈਸੇ ਠੀਕ ਆ, ਪਿੰਡ ਵਿੱਚ ਸਾਰਾ ਕੰਮ ਕਾਰ ਵਧੀਆ ਚੱਲ ਰਿਹਾ, ਜਿੰਨੇ ਕੁ ਅਗਲਿਆਂ ਨੂੰ ਗ੍ਰਾਂਟ ਆਉਂਦੀ ਕਰੀ ਜਾਂਦੇ ਆ ਕੰਮ। ਹਾਂਜੀ, ਇੱਦਾਂ ਲੱਗਦਾ ਵੀ ਜਦੋਂ ਅਸੀਂ ਸ਼ਹਿਰ ਦੇ ਵਿੱਚ ਜਾਂਦੇ ਆ ਉੱਥੇ ਬਿਲਕੁਲ ਵੱਡੀਆਂ ਪਾਰਕਾਂ ਬਣੀਆਂ ਹੁੰਦੀਆਂ, ਵਧੀਆ ਸੜਕਾਂ ਬਣੀਆਂ ਹੁੰਦੀਆਂ, ਵੱਡੀਆਂ ਕੋਠੀਆਂ ਹੁੰਦੀਆਂ, ਵਧੀਆ ਰਿਹਾਇਸ਼ ਹੁੰਦੀ ਆ, ਤੇ ਉੱਥੇ ਦੇਖਣ ਦੇ ਵਿੱਚ ਲੱਗਦਾ ਵੀ ਉਹਨਾਂ ਦੀ ਜ਼ਿੰਦਗੀ ਹੋਰ ਹੈ ਤੇ ਸਾਡੀ ਹੋਰ। ਇੱਦਾਂ ਨਹੀਂ ਲੱਗਦਾ ਵੀ ਪਿੰਡ ਜਿਹੜੇ ਸ਼ਹਿਰਾਂ ਵਰਗੇ ਬਣਨ? ਨਹੀਂ, ਪਿੰਡ ਤਾਂ ਸ਼ਹਿਰਾਂ ਵਰਗੇ ਬਣ ਵੀ ਹੈਗੇ ਆ, ਬਾਕੀ ਆਪਣੇ ਤੇ ਹੁੰਦਾ ਇਹ ਤਾਂ ਲੈਵਲ ਜਿੱਦਾਂ ਵੀ ਹੁਣ ਪਿੰਡ ਵਿੱਚ ਜਿੰਨੇ ਕੁ ਪੈਸੇ ਆਉਂਦੇ ਉਨੇ ਤਾਂ ਆਪਣਾ ਬਣਾਉਂਦੇ ਆ ਪਿੰਡ ਵਿੱਚ।
ਹਾਂਜੀ ਇਦਾਂ ਸੁਪਨਾ ਤਾਂ ਲੈਂਦੇ ਹੋਵੋਗੇ ਵੀ ਸਾਡੇ ਪਿੰਡ 'ਚ ਵੀ ਪਾਰਕ ਹੋਵੇ, ਵਧੀਆ ਸੜਕਾਂ ਹੋਣ, ਖੁਸ਼ਬੂਦਾਰ ਫੁੱਲ ਬੂਟੇ ਲੱਗੇ ਹੋਣ, ਵਧੀਆ ਲਾਈਟਾਂ ਛੱਟਾਂ ਚਮਕਦੀਆਂ ਹੋਣ ਤਾਂ ਸਾਰਾ ਪਿੰਡ ਜਗਮਗਾਉਂਦਾ ਹੋਵੇ। ਇਦਾਂ ਨਹੀਂ ਲੱਗਦਾ ਤੁਹਾਨੂੰ ਵੀ ਇਦਾਂ ਦਾ ਸਾਡਾ ਪਿੰਡ ਹੋਵੇ? ਹਾਂਜੀ ਤਾਂ ਹੋਣਾ ਚਾਹੀਦਾ ਆ, ਪਰ ਹੁਣ ਇਹ ਤਾਂ ਪਿੰਡ ਦੇ ਲੈਵਲ ਤੇ ਆ, ਜਿੱਦਾਂ ਹੁਣ ਆਪਣੇ ਆਪ ਨਾਲ ਕਰਕੇ ਆਪਣੇ ਪਿੰਡ 'ਚ ਲਾਈਟਾਂ ਲਵਾਉਣੀਆਂ ਚਾਹੀਦੀਆਂ ਆ। ਇਹ ਤਾਂ ਆਪਣੀ ਹੁਣ ਪਿੰਡ ਦੀ ਪੰਚਾਇਤ ਦੀ ਸੋਚ ਆ, ਬਾਕੀ ਪਿੰਡਾਂ ਦੀ ਸੋਚ ਆ। ਤੁਹਾਡੀ ਸੋਚ ਕੀ ਹੈ? ਸਾਡੇ ਤਾਂ ਸੋਚ ਇਹ ਹੈ, ਸਾਡੇ ਪਿੰਡ ਵਿੱਚ ਲਾਈਟਾਂ ਲੱਗਣੀਆਂ ਚਾਹੀਦੀਆਂ, ਰਾਤ ਨੂੰ ਕੋਈ ਹਨੇਰੇ ਕੋਈ ਐਮਰਜੈਂਸੀ ਕਿਤੇ ਜਾਣਾ ਪਵੇ, ਕੋਈ ਤਕਲੀਫ ਨਾ ਹੋਵੇ ਜਾਂਦਿਆਂ ਨੂੰ। ਜਿਵੇਂ ਅਸੀਂ ਤੁਹਾਡੇ ਪਿੰਡ ਇਸ ਵੇਲੇ ਪਹੁੰਚੇ ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਜਿਹੜਾ ਸ਼ੇਖੂਪੁਰ ਹੈਗਾ ਆ, ਇਹਦੇ ਵਿੱਚ ਕੀ ਲੱਗਦਾ ਕਿ ਜਿਵੇਂ ਪਿੰਡਾਂ ਤੇ ਸ਼ਹਿਰਾਂ ਦਾ ਬੜਾ ਫਰਕ ਹੈ, ਕਿਤੇ ਅਰਬਨ ਸਟੇਟ ਤੇ ਪਿੰਡੂ ਏਰੀਆ ਦਾ ਫਰਕ ਹੈ, ਇਹ ਵਿਤਕਰਾ ਕਿਉਂ ਰਹਿ ਗਿਆ? ਉੱਥੇ ਕਿੰਨਾ ਵਿਕਾਸ ਹੋਇਆ ਸੀ, ਸਾਡੇ ਪਿੰਡਾਂ ਦੇ ਵਿੱਚ ਉਹਨਾਂ ਵਿਕਾਸ ਨਹੀਂ ਹੋ ਸਕਿਆ, ਕੀ ਕਾਰਨ ਲੱਗਦੇ ਤੁਹਾਨੂੰ? ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਡੇ ਪਿੰਡ ਵਿੱਚ ਪਹੁੰਚਣ ਤੇ ਸਵਾਗਤ ਕਰਦੇ ਹਾਂ ਤੁਹਾਡਾ ਜੀ। ਧੰਨਵਾਦ। ਦੂਜੀ ਗੱਲ ਇਹ ਹੈ ਜੀ, ਪਿੰਡਾਂ ਦਾ ਵਿਕਾਸ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਹੁੰਦੇ ਜੀ, ਪੜ੍ਹੇ ਲਿਖੇ ਜਨਰੇਸ਼ਨ ਹੈ ਜੀ, ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਇਸ ਗੱਲੋਂ ਪਿੱਛੇ ਆ ਜੀ। ਨਹੀਂ, ਇਦਾਂ ਨਹੀਂ ਲੱਗਦਾ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਵਸੇ ਨੇ ਉਹ ਸਾਰੇ ਹੈ ਹੀ ਪਿੰਡਾਂ ਵਾਲੇ, ਇੱਥੋਂ ਜਿਹੜੇ ਪੜ੍ਹ ਲਿਖ ਜਾਂਦੇ ਨੇ ਉਹ ਸ਼ਹਿਰਾਂ 'ਚ ਚਲ ਜਾਂਦੇ ਨੇ? ਜੀ ਸਹੀ ਗੱਲ ਆ। ਤੇ ਪਿੰਡਾਂ ਦੇ ਵਿੱਚ ਕੁਝ ਸਕੂਲਾਂ ਦਾ ਵੀ ਵਿਕਾਸ ਹੋਣਾ ਜ਼ਰੂਰੀ ਹੈ ਜੀ। ਪਹਿਲੀ ਗੱਲ ਤਾਂ ਇਹ ਆ ਵੀ ਬੱਚਿਆਂ ਦਾ ਪੜ੍ਹਾਈ ਦਾ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ ਤੇ ਉਹਦੇ ਨਾਲ ਵਿਕਾਸ। ਕਦੀ ਮੰਗ ਕੀਤੀ ਜਦੋਂ ਪਿੰਡ ਦੇ ਵਿੱਚ ਕੋਈ ਲੀਡਰ ਸਹਿਬਾਨ ਜਿਹੜੇ ਮੌਕੇ ਦੀ ਸਰਕਾਰ ਦੇ ਨੁਮਾਇੰਦੇ ਹੁੰਦੇ ਆ ਕਿ ਉਹਨਾਂ ਨੂੰ ਜਦੋਂ ਅਸੀਂ ਧਾਰਮਿਕ ਪ੍ਰੋਗਰਾਮ ਤੇ ਸੱਦਦੇ ਹਾਂ, ਜਗਰਾਤੇ ਤੇ ਸੱਦਦੇ, ਭੋਗ ਤੇ ਸੱਦਦੇ, ਨਗਰ ਕੀਰਤਨ ਤੇ ਸੱਦਦੇ ਜਾਂ ਹੋਰ ਪ੍ਰੋਗਰਾਮ ਤੇ ਸੱਦਦੇ ਹਾਂ, ਕਦੀ ਉਹਨਾਂ ਨੂੰ ਕਿਹਾ ਵੀ ਆਓ ਸਕੂਲੇ ਚੱਲੀਏ, ਵੀ ਉੱਥੇ ਜਿਹੜੇ 18 ਅਧਿਆਪਕ ਚਾਹੀਦੇ ਸੀਗੇ ਉੱਥੇ 3 ਜਣੇ ਕੰਮ ਚਲਾਉਂਦੇ ਆ, ਕਦੀ ਕਿਹਾ ਉਹਨਾਂ ਨੂੰ? ਨਹੀਂ, ਇਸ ਤਰ੍ਹਾਂ ਤਾਂ ਕਦੇ ਕੋਈ ਨਹੀਂ ਗੱਲਬਾਤ ਕਰ ਹੋਈ। ਉਸ ਵੇਲੇ ਤੁਸੀਂ ਵੀ ਤਾਂ ਉਹਨਾਂ ਤੋਂ ਮੰਗਦੇ ਆ ਵੀ ਛੱਪੜ ਸਾਡਾ ਜਿਹੜਾ ਆ ਉਹਦੀ ਚਾਰਦੀਵਾਰੀ ਹੋ ਜਵੇ, ਜਿਹੜੀਆਂ ਕਬਰਾਂ ਆ ਉਹਦੇ ਆਲੇ ਦੁਆਲੇ ਪੱਕਾ ਚਾਰਦੀਵਾਰੀ ਹੋ ਜਵੇ, ਇਦੋਂ ਅੱਗੇ ਤਾਂ ਤੁਸੀਂ ਵੀ ਵੱਧਦੇ ਨਹੀਂ ਨਾ। ਹਾਂਜੀ, ਚਲੋ ਹੁਣ ਅਸੀਂ ਕੋਸ਼ਿਸ਼ ਕਰਦੇ, ਇਹੀ ਮੰਗ ਕਰਦੇ ਹਾਂ ਜੀ ਕਿ ਸਕੂਲਾਂ ਦਾ ਵੈਸੇ ਵਿਕਾਸ ਕੀਤਾ ਜਾਵੇ, ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਿਆ ਜਾਵੇ ਜੀ। ਸਕੂਲਾਂ ਦੇ ਕੀ ਹਾਲਾਤ ਹੈ ਇਸ ਲਈ? ਸਕੂਲਾਂ ਦੇ ਹਾਲਾਤ ਫਿਲਹਾਲ ਤਾਂ ਆਹ ਕਰੋਨਾ ਦੀ ਬਿਮਾਰੀ ਕਰਕੇ ਥੋੜਾ, ਇਸ ਤੋਂ ਪਹਿਲਾਂ ਵੀ ਬੱਚਿਆਂ ਦੇ ਮਤਲਬ ਜਿੱਦਾਂ ਆਪਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਜ਼ਿਆਦਾ ਪੜ੍ਹਨ ਜਾਂਦੇ ਜੀ, ਤੇ ਸਰਕਾਰੀ ਸਕੂਲਾਂ ਦੇ ਵਿੱਚ ਹਜੇ ਬੱਚਿਆਂ ਦਾ ਥੋੜਾ ਘੱਟ ਆ। ਇਦਾਂ ਨਹੀਂ ਲੱਗਦਾ ਵੀ ਸਾਡਾ ਸੰਵਿਧਾਨਕ ਹੱਕ ਹੈ, ਦੇਸ਼ ਦਾ ਬੱਚਾ ਜਿਹੜਾ ਉਹਦੀ ਪੜ੍ਹਾਈ ਕਰਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ, ਸੰਵਿਧਾਨਕ ਹੱਕ ਹੈ, ਅਧਿਕਾਰ ਹੈ, ਫਿਰ ਪ੍ਰਾਈਵੇਟ ਸਕੂਲ ਕਿਉਂ ਹੋਣ ਚਾਹੀਦੇ ਜਾਂ ਲੋਕ ਕਿਉਂ ਪ੍ਰਾਈਵੇਟ ਸਕੂਲਾਂ ਵੱਲ ਨੂੰ ਗਏ? ਲੋਕਾਂ ਨੂੰ ਸਰਕਾਰੀ ਸਕੂਲ ਵਧੀਆ ਬਣਾਉਣ ਦੇ ਲਈ ਸਰਕਾਰ ਦੇ ਗਲ 'ਚ ਅੰਗੂਠਾ ਦੇਣਾ ਚਾਹੀਦਾ ਸੀ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਤੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਵੀ ਕਮੀ ਕੁਝ ਮਹਿਸੂਸ ਹੋ ਰਹੀ ਹੈ। ਕਮੀ ਤਾਂ ਹੈ ਹੀ, ਪਰ ਪਿੰਡ ਆਏ ਲੀਡਰ ਸਹਿਬਾਨ ਨੂੰ ਵੀ ਤੁਸੀਂ ਕਹਿੰਦੇ ਨਹੀਂ ਕਿ ਇੱਥੇ ਅਧਿਆਪਕ ਪੂਰੇ ਦੇ ਪੂਰੇ ਭੇਜੇ ਜਾਣ? ਹਾਂਜੀ, ਬਿਲਕੁਲ ਜੀ, ਬਿਲਕੁਲ। ਪਿੰਡਾਂ ਦੇ ਵਿੱਚ ਲੀਡਰ ਆਉਂਦੇ ਜੀ, ਉਹ ਸਿਰਫ ਆਪਣੀਆਂ ਗੱਲਾਂ ਕਰਕੇ ਚਲੇ ਜਾਂਦੇ ਆ। ਲੀਡਰ ਤਾਂ ਦੇਖੋ, ਲੋਕਾਂ ਨੂੰ, ਵੋਟਰ ਨੂੰ ਲੀਡਰ ਨਹੀਂ ਬਣਾਉਂਦਾ, ਵੋਟਰ ਲੀਡਰ ਨੂੰ ਬਣਾਉਂਦੇ ਨੇ। MLA MP ਵੋਟਾਂ ਦੁਆਰਾ ਬਣਦਾ ਹੈਗਾ। ਇਹ ਲੋਕਤੰਤਰ ਦੇਸ਼ ਹੈ, ਇੱਥੇ ਲੋਕਤੰਤਰ ਹੈ, ਲੋਕਾਂ ਨੇ ਲੀਡਰ ਬਣਾਉਣਾ ਹੁੰਦਾ। ਫਿਰ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਕਦੀ ਵੀ ਸਾਨੂੰ ਆਟੇ ਦਾਣੇ ਦੇ ਸਾਨੂੰ ਸਕੀਮ ਨਹੀਂ ਚਾਹੀਦੀ, ਸਾਡੇ ਬੱਚੇ ਪੜ੍ਹੇ ਲਿਖੇ ਚਾਹੀਦੇ, ਇਹਨਾਂ ਨੂੰ ਜੋਬ ਚਾਹੀਦੀ ਹੈ? ਕਦੀ ਸਵਾਲ ਕੀਤਾ? ਨਹੀਂ, ਕਦੇ ਨਹੀਂ ਪਹਿਲਾਂ ਕੀਤਾ। ਪਿੰਡ ਦੇ ਕਿਸੇ ਬੰਦੇ ਨੇ ਕੀਤਾ? ਕੋਸ਼ਿਸ਼ ਕਰਾਂਗੇ ਜ਼ਰੂਰ। ਪਹਿਲਾਂ ਕਿ ਮੈਂ ਫਸਟ ਟਾਈਮ ਆ ਰਿਹਾ ਜੀ ਮਾਈਕ ਤੇ, ਮੈਂ ਕਦੇ ਪਹਿਲਾਂ ਕੀਤਾ ਨਹੀਂ, ਕਦੇ ਗੱਲਬਾਤ ਨਹੀਂ ਕੀਤੀ। ਕਿੰਨਾ ਕੁ ਚਾਅ ਚੜਿਆ ਮਾਈਕ ਤੇ ਆ ਕੇ? ਬਹੁਤ ਵਧੀਆ ਲੱਗਿਆ ਜੀ। ਕਿੰਨੀ ਖੁਸ਼ੀ ਹੋ ਰਹੀ ਆ? ਬਹੁਤ ਸੋਹਣਾ ਲੱਗ ਰਿਹਾ ਜੀ ਗੱਲਬਾਤ ਕਰਕੇ। ਹਾਂਜੀ, ਬਿਲਕੁਲ ਜੀ। ਧੰਨਵਾਦ। ਜਿਵੇਂ ਜਿਹੜਾ ਤੁਹਾਡਾ ਪਿੰਡ ਸ਼ੇਖੂਪੁਰ ਹੈਗਾ ਆ, ਅਸੀਂ ਦੇਖਿਆ ਪਿੰਡ ਦੇ ਵਿੱਚ ਕਾਫੀ ਵਿਕਾਸ ਜਿਹੜਾ ਉਹ ਹੋਣ ਵਾਲਾ ਹੈ, ਕੁਝ ਕੀਤਾ ਵੀ ਆ। ਸਮੇਂ ਦੀਆਂ ਪੰਚਾਇਤਾਂ ਨੇ ਜਿੰਨਾ ਕੁ ਉਹਨਾਂ ਨੂੰ ਫੰਡਸ ਆਏ ਹੋਣਗੇ ਉਹਨਾਂ ਨੇ ਕੰਮ ਕੀਤਾ, ਉਹ ਦਿਸਦਾ ਵੀ ਹੈਗਾ, ਪਰ ਬਹੁਤਾ ਹੋਣ ਵਾਲਾ ਵੀ ਹੈਗਾ। ਅੱਜ ਦੀ ਤਰੀਕ ਦੇ ਵਿੱਚ ਕਿਹੜੇ ਕੰਮ ਜਲਦੀ ਹੋਣ ਵਾਲੇ ਤੁਹਾਨੂੰ ਕੀ ਲੱਗਦਾ? ਸਰ, ਸਾਡੇ ਪਿੰਡ ਵਿੱਚ ਸਭ ਤੋਂ ਪਹਿਲਾਂ ਤਾਂ ਹਾਈ ਸਕੂਲ ਬਣਨਾ ਚਾਹੀਦਾ ਜੀ। ਸਾਡੇ ਬੱਚਿਆਂ ਨੂੰ ਨੀਅਰ ਅਬਾਊਟ 2 ਕਿਲੋਮੀਟਰ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 5-10 ਕਿਲੋਮੀਟਰ ਦੂਰ ਜਾ ਕੇ ਬੱਚਿਆਂ ਨੂੰ ਪੜ੍ਹਾਈ ਕਰਨ ਜਾਣਾ ਪੈਂਦਾ ਜੀ। ਇਸ ਦੇ ਲਈ ਸਾਡੇ ਪਿੰਡ 'ਚ ਸਕੂਲ ਹੋਣਾ ਚਾਹੀਦਾ। ਨਹੀਂ, ਇੱਥੇ ਹਾਈ ਸਕੂਲ ਨਹੀਂ ਹੈ, ਮਿਡਲ ਤੱਕ ਹੈ? ਨਹੀਂ ਸਰ, ਇੱਥੇ ਮਿਡਲ ਸਕੂਲ ਤੱਕ ਹੀ ਹੈ ਸਾਡਾ ਸਕੂਲ ਜੀ। ਇਹ ਸਾਨੂੰ ਹਾਈ ਸਕੂਲ ਔਰ ਸੈਕੰਡਰੀ ਸਕੂਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ। ਸਾਡੇ ਜਿਹੜੇ ਹੈਗੇ ਬੱਚੇ ਨੇ, ਜ਼ਿਆਦਾ ਤੋਂ ਜ਼ਿਆਦਾ ਮੈਂ ਕਹਿੰਦਾ ਵੀ 100-150 ਬੱਚਾ ਸਾਡਾ ਪੜ੍ਹਨ ਜਾਂਦਾ ਜੀ, ਉਹ ਬਾਹਰ ਜਾਂਦਾ। ਸਾਨੂੰ ਸਭ ਤੋਂ ਪਹਿਲਾਂ ਇਹ ਸਕੂਲ ਚਾਹੀਦਾ ਹੈ ਜੀ, ਜਿਹੜਾ ਕਿ ਸਾਡੇ ਪਿੰਡ 'ਚ ਹਾਈ ਜਾਂ ਸੈਕੰਡਰੀ ਸਕੂਲ ਤੱਕ ਹੋਣਾ ਚਾਹੀਦਾ। ਸਾਡੇ ਘਰ ਦੀਆਂ ਬੱਚੀਆਂ ਮੁੰਡੇ ਸਭ ਨੂੰ ਜਾਣ ਦੀ ਪ੍ਰੋਬਲਮ, ਆਵਾਜਾਈ ਦੇ ਸਾਧਨ ਘੱਟ ਹੈਗੇ ਨੇ। ਸਭ ਤੋਂ ਮੇਨ ਪ੍ਰੋਬਲਮ ਸਾਡੇ ਪਿੰਡ 'ਚ ਇਹ ਹੈ ਜੀ। ਦੂਸਰੀ, ਸਾਡੇ ਪਿੰਡ ਦੀਆਂ ਗਲੀਆਂ ਜਿਹੜੀਆਂ ਚਾਰ ਦੀਵਾਰੀ ਫਿਰਨੀ ਨਹੀਂ ਸਹੀ ਹੈਗੀ। ਬੱਚੇ ਜਦੋਂ ਜਾਂਦੇ ਆਉਂਦੇ ਆ ਤਾਂ ਉਹਦੇ ਨਾਲ ਸਾਨੂੰ ਬਹੁਤ ਪ੍ਰੋਬਲਮ ਆ, ਬੱਚਿਆਂ ਨੂੰ ਵੀ, ਆਉਣ ਜਾਣ ਵਾਲਿਆਂ ਨੂੰ ਜੀ। ਅਤੇ ਪਿੰਡ ਦੇ ਵਿੱਚ ਸਾਫ਼ ਸਫਾਈ ਲਈ ਛੱਪੜ ਬਾਹਰ ਜਿਹੜੇ ਉਹ ਬਾਹਰ ਹੋਣਾ ਚਾਹੀਦਾ, ਸੀਵਰੇਜ ਪਾ ਕੇ। ਗਲੀਆਂ ਜਿਹੜੀਆਂ ਨਾਲੀਆਂ ਡੂੰਘੀਆਂ ਨੇ, ਇਹ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਸਰ ਜੀ। ਅਤੇ ਹੋਰ ਸਰ, ਜੋ ਵੀ ਬਿਜਲੀ ਦਾ ਸਾਡੇ ਪਿੰਡਾਂ 'ਚ ਕਿਤੇ ਵੀ ਲਾਈਟ ਦਾ ਪ੍ਰਬੰਧ ਹੈ ਨਹੀਂ ਜੀ। ਗਲੀਆਂ 'ਚ ਰਾਤ ਨੂੰ ਹਨੇਰੇ ਦੇ ਵਿੱਚ ਕਿਤੇ ਵੀ ਜਾਣਾ ਆਉਣਾ, ਉਹ ਵੀ ਸਾਨੂੰ ਪ੍ਰੋਬਲਮ ਆ ਜੀ ਸਰ।
ਇੱਥੇ ਇਹ ਡਿਸਪੈਂਸਰੀ ਹੈ ਜਿੱਥੋਂ ਕੋਈ ਬਿਮਾਰ ਹੋ ਜਾਂਦਾ ਤੇ ਸ਼ਹਿਰ ਨਾ ਜਾਣਾ ਪਵੇ, ਇੱਥੋਂ ਦਵਾਈ ਮਿਲ ਜਾਵੇ? ਨਹੀਂ ਸਰ, ਸਾਡੇ ਪਿੰਡ ਡਿਸਪੈਂਸਰੀ ਕੋਈ ਨਹੀਂ ਹੈਗੀ ਜੀ। ਇਹ ਪਸ਼ੂਆਂ ਵਾਲਾ ਹਸਪਤਾਲ, ਜਿਵੇਂ ਸਾਰੇ ਲੋਕ ਮੱਝਾਂ ਰੱਖਦੇ ਗਾਈਆਂ ਰੱਖਦੇ ਨੇ, ਇਹ ਕੋਈ ਹਸਪਤਾਲ ਹੈਗਾ? ਨਹੀਂ ਸਰ, ਉਹ ਵੀ ਸਾਨੂੰ 5-10 ਕਿਲੋਮੀਟਰ ਦੂਰ ਹੀ ਜਾਣਾ ਪੈਂਦਾ ਜੀ ਜੇ ਹਾਂ। ਤੇ ਉਹ ਸਾਨੂੰ ਇੱਥੇ ਸਾਰੀਆਂ ਮਤਲਬ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਮੌਲਿਕ ਸੁਵਿਧਾਵਾਂ ਬਹੁਤ ਹੀ ਘੱਟ ਨੇ ਜੀ। ਜਿਹੜੇ ਸਾਡੇ ਪ੍ਰਾਇਮਰੀ ਔਰ ਮਿਡਲ ਸਕੂਲ ਵਾ ਉੱਥੇ ਵੀ ਬੱਚਿਆਂ ਦਾ ਜਿਹੜੇ ਟੀਚਰ ਨੇ ਉਹ ਘੱਟ ਨੇ ਜਿੰਨੇ ਹੋਣੇ ਚਾਹੀਦੇ ਨੇ ਜੀ। ਤੇ ਤੇ ਜਿਵੇਂ ਤੁਹਾਡੇ ਜਿਹੜੇ ਬਜ਼ੁਰਗ ਹੋਏ ਨੇ, ਉਹ ਲੰਬਾ ਸਮਾਂ ਹੋ ਗਿਆ ਕਿ ਕਰੀਬ 73 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਉਹ ਵੋਟਾਂ ਪਾਉਂਦੇ ਆਏ, ਇਹ ਸਿਰਫ ਦਰੀ ਵਿਛਾਈ, ਪਾਣੀ ਛਿੜਕਿਆ, ਉੱਥੇ ਦਰੀ ਵਿਛਾਉਣ ਤੱਕ ਹੀ ਸੀਮਿਤ ਰਹੇ। ਉਹਨਾਂ ਨੇ ਉਸ ਸਮੇਂ ਆਪਣੇ ਲੀਡਰ ਸਾਹਿਬਾਨ ਜਿਹੜੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ, ਪਿੰਡਾਂ ਦੇ ਵੋਟ ਦੇ ਨਾਲ ਹੀ ਜਿੱਤ ਹਾਰ ਹੈਗੀ ਆ। ਇਹ ਕਦੀ ਉਹ ਲੀਡਰ ਸਾਹਿਬਾਨਾਂ ਨੂੰ ਸਵਾਲ ਨਹੀਂ ਕੀਤੇ, ਸਾਡੇ ਪਿੰਡ ਡਿਸਪੈਂਸਰੀ ਹੈ ਨਹੀਂ, ਸਾਡੇ ਪਿੰਡ ਸਕੂਲ ਵੱਡਾ ਹੈ ਨਹੀਂ, ਸਾਡੇ ਪਿੰਡ ਪਸ਼ੂਆਂ ਵਾਲਾ ਹਸਪਤਾਲ ਹੈ ਨਹੀਂ, ਸਾਡੇ ਹੋਰ ਸਹੂਲਤਾਂ ਹੈ ਨਹੀਂਗੀਆਂ? ਨਹੀਂ ਸਰ, ਸਾਡੇ ਜਿਹੜੇ ਬਜ਼ੁਰਗ ਸੀ ਉਹ ਲਗਭਗ ਸਾਰੇ ਅਨਪੜ੍ਹ ਸੀਗੇ ਜੀ। ਉਹਨਾਂ ਨੂੰ ਇਹਨਾਂ ਸਾਡੀਆਂ ਜਿਹੜੀਆਂ ਮੌਲਿਕ ਸਾਡੇ ਹੈਗੇ ਹੱਕ ਨੇ ਉਹਨਾਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਸੀ, ਤੇ ਇਸ ਕਰਕੇ ਉਹਨਾਂ ਨੇ ਕੋਈ ਵੀ ਆਪਣੀ ਡਿਮਾਂਡ ਅੱਜ ਤੱਕ ਰੱਖੀ ਨਹੀਂ ਜੀ। ਪਰ ਹੁਣ ਸਾਨੂੰ ਜਿਹੜੀ ਸਾਡੇ ਬੱਚੇ ਹੁਣ ਪੜ੍ਹਦੇ ਆ, ਅਸੀਂ ਵੀ ਕੁਝ ਪੜ੍ਹੇ ਆ ਥੋੜ੍ਹਾ ਬਹੁਤਾ, ਇਸ ਕਰਕੇ ਸਾਨੂੰ ਆਪਣੇ ਅਧਿਕਾਰਾਂ ਦਾ ਪਤਾ ਆ, ਤਾਂ ਅਸੀਂ ਉਹਨਾਂ ਨੂੰ ਡਿਮਾਂਡ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਕਹਿੰਦੇ ਕੋਈ ਲੀਡਰ ਸਾਡੇ ਪਿੰਡ 'ਚ ਆਉਂਦਾ ਜਾਂ ਕਿਸੇ ਤਰ੍ਹਾਂ ਵੀ ਆ, ਜੇ ਉਹਨੂੰ ਡਿਮਾਂਡ ਕੀਤੀ ਜਾਵੇ, ਪਹਿਲੀ ਗੱਲ ਤਾਂ ਸਾਡੇ ਪਿੰਡ 'ਚ ਕੋਈ ਲੀਡਰ ਵੈਸੇ ਗੇੜਾ ਮਾਰਨ ਨਹੀਂ ਆਉਂਦਾ ਜੀ। ਕੋਈ ਵੀ ਲੀਡਰ ਕਦੀ ਵੀ ਦੇਖਣ ਨਹੀਂ ਆਉਂਦਾ ਵੀ ਸਾਡੇ ਪਿੰਡਾਂ ਦੇ ਹਾਲਾਤ ਕੀ ਆ। ਉਹਨਾਂ ਨੂੰ ਸਿਰਫ ਸ਼ਹਿਰਾਂ ਤੋਂ ਹੀ ਮਤਲਬ ਹੁੰਦਾ, ਸ਼ਹਿਰ ਦੇ ਵਿੱਚ ਦੇਖਦੇ ਆ, ਪਿੰਡ ਦੀ ਕੋਈ ਵੀ ਉਹ ਲੀਡਰ ਆ ਕੇ ਚੈੱਕ ਨਹੀਂ ਕਰਦਾ ਵੀ ਜੇ ਲੀਡਰ ਸਾਹਿਬਾਨ ਤੁਹਾਡੇ ਪਿੰਡ ਆਪ ਦੇਖਣ ਨਹੀਂ ਆਉਂਦੇ, ਉਹਨਾਂ ਨੇ 5 ਸਾਲ ਬਾਅਦ ਫੇਰ ਆਉਣਾ ਹੁੰਦਾ ਵੋਟਾਂ ਮੰਗਣ ਦੇ ਵਾਸਤੇ। ਇਸੇ ਚੌਂਤੇ ਤੇ ਮੈਂ ਪਹਿਲਾਂ ਵੀ ਕਈ ਵਾਰੀ ਆਇਆ, ਇੱਥੇ ਸਿਆਸੀ ਕਾਨਫਰੰਸਾਂ ਲੱਗਦੀਆਂ ਨੇ, ਲੋਕ ਇਕੱਠੇ ਕਰਕੇ ਵੋਟਾਂ ਲਈ ਅਪੀਲ ਕੀਤੀ ਜਾਂਦੀ ਹੈ। ਤੇ ਇਦਾਂ ਤੁਸੀਂ ਉਹਨਾਂ ਨੂੰ ਆਇਆਂ ਵੇਲੇ ਤਾਂ ਕਹਿ ਸਕਦੇ ਕਿ ਪਿਛਲੀ ਇਲੈਕਸ਼ਨ ਵੇਲੇ ਇਹ ਵਾਅਦੇ ਕੀਤੇ ਸੀ। ਤੁਸੀਂ ਵਾਅਦਾ ਕੀਤਾ ਸੀ ਘਰ ਨੌਕਰੀ ਦਾ, ਤੁਸੀਂ ਵਾਅਦਾ ਕੀਤਾ ਸੀ 2500 ਰੁਪਈਆ ਪੈਨਸ਼ਨ ਦਾ, ਤੁਸੀਂ ਵਾਅਦਾ ਕੀਤਾ ਸੀ 41000 ਰੁਪਈਆ ਸ਼ਗਨ ਸਕੀਮ ਦਾ, ਤੁਸੀਂ ਕੀਤਾ ਸੀ ਵਾਅਦਾ ਕਿ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ। ਉਦੋਂ ਕਿਉਂ ਨਹੀਂ ਸਵਾਲ ਕਰਦੇ? ਸਰ, ਉਦੋਂ ਸਵਾਲ ਕੀਤਾ ਜਾਵੇ ਤਾਂ ਉਹ ਕਹਿ ਦਿੰਦੇ ਆ ਜੀ ਅਸੀਂ ਫਲਾਨੀ ਥਾਂ ਤੇ ਕਰ ਚੁੱਕੇ ਆ ਤੇ ਅੱਗੇ ਤੁਹਾਡੇ ਪਿੰਡ 'ਚ ਵੀ ਹੋ ਜਾਏਗਾ, ਪਰ ਉਹ ਹੁੰਦਾ ਨਹੀਂ। ਹਰ ਥਾਂ ਤੇ ਤੁਸੀਂ ਹੁਣ ਦੱਸੋ ਜੀ, ਅੱਜ ਦੀ ਡੇਟ 'ਚ ਉਹਨਾਂ ਨੇ ਨੌਕਰੀਆਂ ਲੁਕਿਆ, ਅਸੀਂ ਵੀ ਅਖਬਾਰ 'ਚ ਥੋੜ੍ਹਾ ਬਹੁਤ ਪੜ੍ਹੀਦਾ। ਤੁਸੀਂ ਤੁਹਾਡੇ ਦੇਖੋ, ਪੰਜਾਬ ਦੀ ਸਰਕਾਰ ਬਣੀ ਨੂੰ ਕਰੀਬ 4 ਸਾਲ ਹੋ ਚੱਲੇ ਨੇ। ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਸਰਕਾਰੀ ਨੌਕਰੀਆਂ ਮਿਲੀਆਂ ਹੁਣ ਤੱਕ? ਸਾਡੇ ਕਿਸੇ ਬੱਚੇ ਨੂੰ ਜੀ ਨੌਕਰੀ ਨਹੀਂ ਮਿਲੀ ਜੀ। ਜਿੱਥੋਂ ਤੱਕ ਸਾਡੀ 2500 ਰੁਪਈਆ ਪੈਨਸ਼ਨ ਤਾਂ ਬਜ਼ੁਰਗਾਂ ਨੂੰ ਮਿਲਦਾ ਹੋਣਾ। ਉਹਦੇ ਬਾਰੇ ਸਰ ਮੈਨੂੰ ਪਤਾ ਨਹੀਂ, ਕਿਉਂਕਿ ਸਾਡੇ ਪਿੰਡ 'ਚ ਨਹੀਂ ਹੈ ਜੀ। ਉਹ ਵੀ ਸਾਡੇ ਪਿੰਡ ਦੇ ਵਿੱਚ 750 ਰੁਪਈਆ ਜੀ ਬਜ਼ੁਰਗਾਂ ਨੂੰ ਮਿਲਦਾ ਕਹਿੰਦੇ ਜੀ। ਉਹ ਵੀ ਅਸੀਂ ਸੁਣਿਆ, ਆਪ ਨਹੀਂ ਸਾਨੂੰ ਪਤਾ, ਕਿਉਂਕਿ ਤੁਹਾਡੇ ਪਿੰਡ 15-15 ਲੱਖ ਰੁਪਈਆ ਕਿਹਦੇ ਖਾਤੇ 'ਚ ਆਇਆ? ਕਿਸੇ ਦੇ ਨਹੀਂ ਆਇਆ ਜੀ। ਇਹ ਸਭ ਫਰਾਡ ਆ ਜੀ, ਫਰਾਡ ਕਰਦੇ ਆ ਜੀ। ਇਹਦਾ ਆਵਾਜ਼ ਦੇ ਦਿੰਦੇ ਆ, ਕੋਈ ਕਿਤੇ ਨਹੀਂ ਆਉਂਦਾ ਜੀ, ਕਿਸੇ ਨੂੰ ਨਹੀਂ ਆ ਰਿਹਾ ਜੀ। ਤੇ ਇਸ ਵਾਰ ਫਿਰ ਜਦੋਂ ਇਲੈਕਸ਼ਨ ਦੌਰਾਨ ਲੀਡਰ ਸਾਹਿਬਾਨ ਆਉਣਗੇ ਪਿੰਡ ਦੇ ਵਿੱਚ ਇੱਥੇ ਵੱਡੇ ਤੇ ਉਦੋਂ ਫਿਰ ਸਵਾਲ ਕਰੋਗੇ ਤੁਸੀਂ? ਸਾਰੇ ਡਿਮਾਂਡ ਤਾਂ ਹੁੰਦੀ ਹੈ ਜੀ, ਹਰ ਵਾਰੀ ਹੁੰਦੀ ਆ, ਔਰ ਹਰ ਵਾਰੀ ਉਹਨਾਂ ਦਾ ਪਰਚਾ ਹੁੰਦਾ, ਮੈਨੀਫੈਸਟੋ ਹੁੰਦਾ ਆ ਵੀ ਅਸੀਂ ਆਹ ਕਰਾਂਗੇ। ਬਟ ਉਹਦੇ ਵਿੱਚੋਂ ਕੋਈ ਵੀ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਦੀ ਫੈਸਿਲਿਟੀ ਨਹੀਂ ਆਈ ਜੀ। ਤੇ ਅਸੀਂ ਉਹ ਡਿਮਾਂਡ ਹਮੇਸ਼ਾ ਕਰਦੇ ਹਾਂ। ਵੋਟ ਤਾਂ ਤੁਸੀਂ ਫੇਰ ਪਾਉਂਦੇ ਆ ਸਰ? ਵੋਟ ਤੇ ਫਿਰ ਵੋਟ ਸਾਨੂੰ ਪਾਣੀ ਹੈ ਜੀ। ਹੁਣ ਵੋਟ ਕੀ ਕਰਾਂਗੇ ਜੇ ਅਸੀਂ ਆਪਣੀ ਵੋਟ ਖਰਾਬ ਕਰਦੇ, ਉਹ ਜ਼ਿਆਦਾ ਮਾੜਾ ਹੈ ਜੀ। ਮੇਰੇ ਨਾਲ ਨੇ ਇਸ ਵੇਲੇ ਸ਼ੇਖੂਪੁਰ ਦੇ ਪੰਚ ਸਾਹਿਬ ਕੀ ਨਾਮ ਤੁਹਾਡਾ? ਅਸ਼ੋਕ ਕੁਮਾਰ ਜੀ। ਅਸ਼ੋਕ ਕੁਮਾਰ ਜੀ, ਜਿੱਦਣ ਤੁਸੀਂ ਫਾਈਲ ਭਰੀ ਸੀ ਕਿ ਮੈਂ ਪਿੰਡ ਦਾ ਪੰਚ ਬਣ ਕੇ ਇਹ ਪਿੰਡ ਦਾ ਵਿਕਾਸ ਕਰਨਾ ਸਾਰੇ ਸੱਜਣਾ ਦੇ, ਸਾਰੇ ਪੰਚਾਇਤ ਦੇ ਸਹਿਯੋਗ ਦੇ ਨਾਲ, ਤੁਹਾਡੇ ਮਨ ਦੀ ਇੱਛਾ ਕਿੰਨੀ ਕੁ ਪੂਰੀ ਹੋਈ? ਕੀ ਕਰਨਾ ਚਾਹੁੰਦੇ? ਜਿਵੇਂ ਪੌਣੇ 2 ਸਾਲ ਹੋ ਚੱਲੇ ਨੇ ਤੁਹਾਨੂੰ। ਪੂਰੀ ਹੋ ਗਈ ਜੀ ਪੈਂਚ ਬਣਨ ਚ, ਪਰ ਸਾਡੀ ਇੱਛਾ ਪੂਰੀ ਕਰਨ ਵਾਲੇ ਉੱਤੇ ਹੈ ਨਹੀਂ ਕੋਈ ਵੀ। ਪੌਣੇ 2 ਸਾਲ ਹੋ ਚੱਲੇ ਆ, ਸਰਕਾਰ ਵੱਲੋਂ ਸਾਨੂੰ ਹਜੇ 1 ਵੀ ਰੁਪਈਆ ਨਹੀਂ ਆਇਆ। ਕੰਮ ਜਾਣ ਕੇ ਇੰਨੇ ਹੋ ਗਏ, ਜੇ ਤੁਹਾਨੂੰ ਦਿਖਾਈਏ ਨਾ ਤੁਸੀਂ ਕਹੋਗੇ ਵੇ ਕਿੱਦਾਂ ਕੀਤੇ ਆ, ਅਸੀਂ ਕਿੱਦਾਂ ਕੀਤੇ, ਅਸੀਂ ਕਿੱਦਾਂ ਕਰਾਏ ਆ, ਉਹ ਸਾਨੂੰ ਪਤਾ। ਇੱਕ ਇੱਧਰ ਰੋਡ ਜਾਂਦਾ ਝੰਗੜ ਬਾਬਾ ਮੇਸਣੇ ਦੀ ਜਗ੍ਹਾ ਆ, ਸਾਡਾ ਪਿੰਡ ਹਿੰਦੂ ਧਰਮ ਦਾ। ਉੱਥੇ ਜਾਣੀ ਕਿ ਜਿਹੜਾ ਵੀ ਲੰਘਦਾ ਸੀ ਇੰਨਾ ਪਜਾਮਾ ਟੰਗ ਕੇ ਜਾਂਦਾ ਸੀ। ਜਿਹੜੀਆਂ ਬੀਬੀਆਂ ਸੀ ਕਈ ਵਾਰੀ ਟਲ ਕੇ 7 ਫੁੱਟ ਥੱਲੇ ਨੂੰ ਜਿੱਥੋਂ ਡਿੱਗੇ ਆ, ਮੋਟਰਸਾਈਕਲ ਵੀ ਸਾਈਕਲ ਵੀ। ਉੱਥੇ ਹੁਣ ਤੁਸੀਂ ਜਾ ਕੇ ਦੇਖੋ ਵੀ ਤੁਸੀਂ ਭਾਵੇਂ ਇਦਾਂ ਨਾ ਥੱਲੇ ਮੈਟ ਵਿਛਾ ਕੇ ਲੰਘ ਜਾਓ। ਵਧੀਆ ਬਣਾ, ਵਧੀਆ। ਜਿਹੜਾ ਪਾਣੀ ਰਾਸਤੇ 'ਚ ਆਉਂਦਾ ਸੀ ਉਹਨੂੰ ਕਿੰਨਾ ਡੂੰਘਾ ਕਰਕੇ ਉਹਦੇ ਆਲੇ ਦੁਆਲੇ ਬੂਟੇ ਲੱਗ ਗਏ, ਸਾਰਾ ਕੁਝ ਹੋ ਗਿਆ। 2-3 ਗਲੀਆਂ ਇੱਥੇ ਆ ਜਿਨ੍ਹਾਂ ਦੇ ਵਿੱਚ 24 ਘੰਟੇ ਜਲ ਦੇਵਤਾ ਚੱਲਦਾ ਹੀ ਰਹਿੰਦਾ ਸੀ, ਸੁੱਕਦਾ ਹੀ ਨਹੀਂ ਸੀ, ਨਾ ਗਰਮੀਆਂ ਨੂੰ ਨਾ ਸਿਆਲ ਨੂੰ ਨਾ ਕਿਸੇ ਵੀ, ਮਤਲਬ ਉਹ ਵੀ ਗਲੀਆਂ ਨਹੀਂ ਸੀ ਬਣੀਆਂ। ਉਹ ਵੀ ਸਾਡੀ ਪੰਚਾਇਤ 'ਚ ਹੁਣ ਬਣੀਆਂ ਹੈ। ਹੁਣ ਤੁਸੀਂ ਕੀ ਬਣਾਉਣਾ ਚਾਹੁੰਦੇ ਆ? ਹੁਣ ਅਸੀਂ ਕਹਿੰਦੇ ਵੀ ਜੇ ਸਾਨੂੰ ਕੁਛ ਨਾ ਕੁਛ ਕਿਸੇ ਪਾਸਿਓਂ ਆਵੇ ਤਾਂ ਇੱਛਾ ਤਾਂ ਹੀ ਪੂਰੀ। ਕਿਸੇ ਪਾਸੇ ਅਸਮਾਨ ਤੋਂ ਥੋੜੀ ਡਿੱਗਣਾ, ਉਹ ਤਾਂ ਮੌਕੇ ਦਾ ਜਾਂ MP ਦਊਗਾ ਜਾਂ MLA ਦਊਗਾ। ਹਾਂਜੀ। ਨਹੀਂ ਤਾਂ ਮਾਨਯੋਗ DC ਸਾਹਿਬ ਤੋਂ ਵੀ ਲੈ ਸਕਦੇ ਆ।
ਉਹੀ ਗੱਲ ਆ ਗਈ ਨਾ ਜੀ। ਹੁਣ ਪਹਿਲਾਂ ਤਾਂ ਜੀ ਜਿੱਦਾਂ ਤੁਸੀਂ ਗੱਲ ਕੀਤੀ ਆ ਡਿਸਪੈਂਸਰੀ ਹੈ ਨਹੀਂ, ਪਸ਼ੂਆਂ ਵਾਲਾ ਹਸਪੀਟਲ ਵੀ ਹੈ ਨਹੀਂ। ਬੱਚੇ ਸਾਡੇ ਜਿਹੜੇ 10ਵੀਂ 'ਚ ਹੋ ਜਾਂਦੇ ਆ ਉਹਨਾਂ ਨੂੰ ਦੌੜਾਂ ਲੱਗ ਜਾਂਦੀਆਂ, ਮੀਂਹ ਆਵੇ ਕਿਣੀ ਆਵੇ। ਜਿੱਦਾਂ ਹੁਣ ਜ਼ਿਆਦਾ ਤਾਂ ਬੱਚੀਆਂ ਨੂੰ ਆਉਂਦੀ ਆ, ਮੁੰਡੇ ਮੰਡੇ ਤਾਂ ਚਲੋ ਨਿਕਲ ਜਾਂਦੇ ਆ, ਠੀਕ ਹੈ ਨਾ ਜੀ। ਸਕੂਲ ਜਿਹੜਾ ਪਿੰਡ ਦੇ ਵਿੱਚ 10ਵੀਂ ਤੱਕ ਹੋਣਾ ਚਾਹੀਦਾ। ਘੱਟੋ ਘੱਟ ਤਾਂ 10ਵੀਂ 'ਚ ਹੋਵੇ, ਪਲੱਸ 2 ਤੱਕ ਹੋਣੇ ਚਾਹੀਦਾ, ਘੱਟੋ ਘੱਟ ਤਾਂ 10ਵੀਂ ਤੱਕ ਹੋਣੇ ਚਾਹੀਦਾ। ਠੀਕ ਹੈ। 4 ਸਾਲ ਸਾਡੇ ਬੱਚੇ ਪਹਿਲਾਂ ਉੱਧਰ ਘੁੰਮਦੇ ਆ, ਚੱਲ ਕਾਲਜ ਜਾਣਾ ਫੇਰ ਤਾਂ ਬੱਚਿਆਂ ਨੂੰ ਕੋਈ ਨਾ ਕੋਈ ਸਾਧਨ ਹੁੰਦਾ ਹੀ ਆ। ਹੁਣ ਜਿਹੜੇ ਨਿਆਣੇ ਪਲੱਸ 2 ਵਾਲੇ ਕੋਈ ਇਹੋ ਜਿਹੇ ਸਾਡੇ ਵਰਗਾ ਜਿਹਨੂੰ ਰੋਟੀ ਮਸੀ ਮਿਲਦੀ, ਉਹ ਕਿੱਥੋਂ ਸਾਧਨ ਲੈ ਦੂਗਾ ਜੀ। ਗਵਰਨਮੈਂਟ ਤੋਂ ਕਿੰਨੇ ਕੁ ਪੈਸੇ ਮੰਗਣੇ ਚਾਹੁੰਦੇ ਤੁਸੀਂ? ਗਵਰਨਮੈਂਟ ਸਾਨੂੰ ਪਹਿਲਾਂ ਦਵੇ ਤਾਂ ਸਹੀ, ਫੇਰੇ ਅਸੀਂ ਤਾਂ ਹੀ ਉਹ ਤਾਂ ਫਿਰ ਪ੍ਰੋਜੈਕਟ ਬਣਾਉਣਾ ਪੈਂਦਾ ਵੀ ਸਾਡਾ ਆਹ ਕੰਮ ਕਰੋੜ ਰੁਪਈਆ ਦੇ ਦੇਣਾ, ਅਸੀਂ ਸਾਰੇ ਜਿਹੜੇ ਕੰਮ ਬਚਦੇ ਅਸੀਂ ਕਰਦੇ ਹਾਂ। ਨਹੀਂ ਉਹਦੇ ਲਈ ਤੁਸੀਂ 10 ਰੁਪਈਏ ਦੇ ਕੇ ਕਹਿਣ ਵੀ ਤੁਸੀਂ ਆ ਕਰੋੜ ਵਾਲਾ ਕੰਮ। ਪੰਜ ਸਾਹਿਬ ਉਹਦੇ ਲਈ ਪ੍ਰੋਜੈਕਟ ਬਣਾਉਣਾ ਪੈਂਦਾ, ਮਤਾ ਪਾਉਣਾ ਪੈਂਦਾ, ਮਤੇ ਦੇ ਵਿੱਚ ਕੰਮ ਦੱਸਣੇ ਪੈਂਦੇ। ਅਸੀਂ ਪਾ ਕੇ ਬਹੁਤ ਰੱਖੇ ਹੋ ਆ, ਉਹਨਾਂ ਨੂੰ ਜੰਗਾਲ ਪਏ ਹੋ ਆ। ਮਤਿਆਂ ਨੂੰ ਜੰਗਾਲ ਪਏ ਆ ਤੇ ਜੀ ਜੰਗਾਲ ਜਿਹੜੀਆਂ ਸਾਡੀਆਂ ਇੱਛਾ ਉਹਨਾਂ ਨੂੰ ਜੰਗਾਲ ਪਏਗਾ। ਠੀਕ ਹੈ। ਤੇ ਮਾਨਯੋਗ ਵੀਡੀਓ ਸਾਹਿਬ ਦੇ ਕੋਲ ਜਾਂ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਦੇ ਕੋਲ ਵੋਟਾਂ ਲੈਣੇ ਆਉਂਦੇ, ਜਦ ਉਹਨਾਂ ਦੀ ਪ੍ਰੋਬਲਮ ਹੁੰਦੀ ਤਾਂ ਜਨਤਾ ਚਾਹੁੰਦਾ, ਕੋਈ ਨਹੀਂ ਆਉਂਦਾ। ਪੰਚ ਸਾਹਿਬ ਇਸ ਵੇਲੇ ਕਿਹੜੇ ਮੇਨ ਪ੍ਰੋਜੈਕਟ ਜਿਹੜੇ ਆ ਉਹ ਕੰਮ ਪਹਿਲ ਦੇ ਆਧਾਰ ਤੇ ਹੋਣ ਵਾਲੇ ਆ? ਤੁਹਾਨੂੰ 4 ਕੰਮ ਤਾਂ ਦੱਸੇ ਦਿੱਤੇ ਜੀ। ਡਿਸਪੈਂਸਰੀ ਜ਼ਰੂਰੀ ਹੋਣੀ ਚਾਹੀਦੀ, ਚੱਲ ਪਸ਼ੂਆਂ ਵਾਲਾ ਵੀ ਹੋਣੇ ਤਾਂ ਜ਼ਰੂਰੀ ਚਾਹੀਦਾ, ਪਰ ਉਹ ਵੀ ਸਾਡਾ ਕੋਈ ਵੀ ਮੇਰੇ ਹਿਸਾਬ ਨਾਲ 4-5 ਕਿਲੋਮੀਟਰ ਤੋਂ ਨੇੜੇ ਕੋਈ ਨਹੀਂ ਹੈਗਾ ਜੀ। ਨਾ ਟੈਂਡੇ ਆ ਨਾ ਲੜੋਏ ਤਾਂ ਸ਼ਾਇਦ ਹੈਗਾ ਆ, ਪਰ ਉੱਥੇ ਵੀ ਪਰ ਚੱਲ ਕੇ ਜਾਣ ਪਿੰਡ 'ਚ ਹੈ ਨਹੀਂਗਾ ਜੀ। ਨਹੀਂ ਜੀ ਡਿਸਪੈਂਸਰੀ ਵੀ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ। ਮੇਰੇ ਨਾਲ ਨੇ ਇਸ ਵੇਲੇ ਮੈਂਬਰ ਪੰਚਾਇਤ ਰਾਣੋ ਜੀ। ਮੈਡਮ ਜੀ, ਜਦੋਂ ਤੁਸੀਂ ਮੈਂਬਰ ਪੰਚਾਇਤ ਦੇ ਵਾਸਤੇ ਕਦਮ ਚੱਕਿਆ ਹੈ ਵੀ ਮੈਂ ਪੰਚ ਬਣ ਕੇ ਮੈਂ ਵੀ ਪਿੰਡ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣਾ ਹੈਗਾ, ਉਹ ਤੁਹਾਡੀ ਇੱਛਾ ਜਿਹੜੀ ਕਿੰਨੀ ਕੁ ਪੂਰੀ ਹੋਈ ਆ ਤੇ ਕਿੰਨੀ ਕੁ ਅਜੇ ਅਧੂਰੀ ਆ? ਇੱਛਾ ਤਾਂ ਹਜੇ ਜੀ ਬਹੁਤ ਘੱਟ ਪੂਰੀ ਹੋਈ ਹੈ, ਪੈਸੇ ਨਹੀਂ ਆ ਰਹੇ ਹੈਗੇ, ਕੋਈ ਵੀ ਸਾਨੂੰ ਗ੍ਰਾਂਟ ਨਹੀਂ ਮਿਲੀ ਹੈਗੀ। ਤੇ ਗਲੀਆਂ ਨਾਲੀਆਂ ਵੀ ਜਿੱਦਾਂ ਸਾਡੇ ਜਿਹੜਾ ਜ਼ਮੀਨੀ ਮਾਮਲਾ ਹੁੰਦਾ ਉਹਦੇ ਵਿੱਚੋਂ ਹੀ ਬਣਾਏ ਆ, ਜੋ ਖਰਚਾ ਹੋਇਆ ਇਹੀ ਹੋਇਆ। ਬਾਕੀ ਸਾਡੇ ਛੱਪੜਾਂ ਦਾ ਵਿਕਾਸ ਬਹੁਤ ਪਿੱਛੇ ਆ, ਬਹੁਤ ਡੂੰਘੇ ਛੱਪੜ ਆ, ਘਰਾਂ ਦੇ ਵਿੱਚ ਆ, ਬੱਚਿਆਂ ਨੂੰ ਬਹੁਤ ਖਤਰਾ ਆ। ਤੇ ਇੱਕ ਇੱਧਰਲੇ ਪਾਸੇ ਛੱਪੜ ਆ, ਜਿਹੜੀਆਂ ਨਾਲੀਆਂ ਬਣੀਆਂ ਉਹ ਡੂੰਘੀਆਂ ਬਹੁਤ, ਨਾਲੀਆਂ ਗਲੀਆਂ ਉੱਚੀਆਂ ਕਰ ਦਿੱਤੀਆਂ, ਨਾਲੀਆਂ ਨੀਵੀਆਂ ਬਹੁਤ ਆ। ਜਿੱਦਾਂ ਕੋਈ ਬੱਚਾ ਡਿੱਗ ਜਾਂਦਾ ਹੈ ਬਹੁਤ ਔਖਾ ਆ, ਜ਼ਿਆਦਾ ਸੱਟ ਲੱਗਣ ਦਾ ਵੀ ਡਰ ਆ, ਨਿਆਣਿਆਂ ਦੇ ਸੱਪ ਸੁੱਪ ਬਹੁਤ ਆਉਂਦੇ ਆ। ਹਾਂਜੀ, ਕੰਮ ਤਾਂ ਸਾਡੇ ਬਹੁਤ ਕਰਨ ਵਾਲੇ, ਪਰ ਗ੍ਰਾਂਟ ਨਹੀਂ ਕੋਈ ਵੀ ਸਾਨੂੰ ਦਿੱਤੀ ਹੈਗੀ। ਹਾਂਜੀ ਮੈਡਮ ਜੀ, ਤੁਸੀਂ ਕੀ ਮਨ 'ਚ ਇੱਛਾ ਸੀਗੀ ਜਦੋਂ ਤੁਸੀਂ ਮੈਂਬਰ ਪੰਚਾਇਤ ਬਣਦੇ, ਤੁਹਾਡੇ ਮਨ 'ਚ ਆਈ ਗੱਲ? ਸਰ ਸਾਡੀ ਇੱਛਾ ਤਾਂ ਸਾਰਿਆਂ ਦੀ ਇਹੋ ਹੀ ਸੀਗੀ ਕਿ ਸਾਡਾ ਵੀ ਪਿੰਡ ਵੱਧ ਤੋਂ ਵੱਧ ਬਣੇ, ਪਰ ਸਾਡਾ ਪਿੰਡ ਸਭ ਤੋਂ ਥੱਲੇ ਆ। ਕੁਛ ਨਹੀਂ ਸਾਡੇ ਪਿੰਡ ਦਾ ਹੁਣ ਤੱਕ ਵੀ ਨਹੀਂ ਹੋਇਆ, ਪਤਾ ਨਹੀਂ ਹੁਣ ਅੱਗੇ ਵੀ ਕੋਈ ਆਸ ਤੇ ਹੈ ਨਹੀਂ, ਜਿੱਦਾਂ ਉਹਦਾ ਹਿਸਾਬ ਕਿਤਾਬ ਹੋਇਆ ਵੀ ਹੋਵੇਗਾ ਵੀ ਕਿ ਨਹੀਂ ਵੀ। ਗੰਦਗੀ ਬਹੁਤ ਹੈ ਸਾਡੇ ਪਿੰਡ 'ਚ। ਹਾਂਜੀ, ਕੋਈ ਇੱਦਾਂ ਕੀ ਦੀ ਕਰਨਾ ਚਾਹੁੰਦੇ ਤੁਸੀਂ? ਕਰਨਾ ਤਾਂ ਬਹੁਤ ਕੁਝ ਚਾਹੁੰਦੇ ਆ, ਜਿੱਦਾਂ ਨਾ ਕੋਈ ਸਕੂਲ ਨਾ ਡਿਸਪੈਂਸਰੀ, ਕੁਝ ਵੀ ਨਹੀਂ ਹੈ ਸਾਡੇ ਪਿੰਡ 'ਚ। ਜੇ ਕੋਈ ਰਾਤ ਨੂੰ ਵੀ ਬਿਮਾਰ ਹੋ ਜੇ, ਕੋਈ ਸਹੂਲਤ ਨਹੀਂ ਹੈ ਸਾਡੇ ਇੱਥੇ। ਹਾਂਜੀ, ਡਾਕਟਰ ਬਹੁਤ ਦੂਰ ਨੇ, ਕੋਈ ਵੀ ਸਹੂਲਤ ਹੈ ਨਹੀਂ ਸਾਡੇ ਪਿੰਡ 'ਚ। ਇਹ ਜਿਹੜੀਆਂ ਤੁਹਾਡੇ ਪਿੰਡ ਦੀਆਂ ਬੀਬੀਆਂ ਇਹ ਕਿੱਥੇ ਕੰਮ ਕਰਤੇ ਜਾਂਦੀਆਂ? ਕੰਮਕਾਰ ਤੇ ਹੁਣ ਬੀਬੀਆਂ ਨੂੰ ਕਿਹਾ ਇੱਥੇ ਆਹੀ ਆ, ਜੇ ਨਰੇਗਾ ਦਾ ਚਲੋ ਚੱਲਦਾ ਹੈ ਤਾਂ ਮਾੜਾ ਮੋਟਾ ਹੈਗਾ, ਉੱਦਾਂ ਤੇ ਹੋਰ ਕੁਝ ਨਹੀਂ ਇੱਥੇ, ਨਾ ਕੋਈ ਫੈਕਟਰੀਆਂ ਸਾਡੇ ਪਿੰਡ 'ਚ, ਕੁਝ ਵੀ ਨਹੀਂ। ਕਦੀ ਸਰਕਾਰ ਤੋਂ ਮੰਗ ਕੀਤੀ ਵੀ ਇਲਾਕੇ ਦੇ ਨੇੜੇ ਤੇੜੇ ਕੋਈ ਫੈਕਟਰੀ ਹੋਵੇ ਜਿੱਥੇ ਬੀਬੀਆਂ ਸਾਰੀਆਂ ਕੰਮ ਤੇ ਜਾਣ? ਮੰਗਦੇ ਤਾਂ ਹੈਗੇ ਆ ਜੀ ਸਰਕਾਰ ਤੋਂ, ਹੁਣ ਸਰਕਾਰ ਤੋਂ ਹਜੇ ਕੁਝ ਵੀ ਨਹੀਂ ਮਿਲਿਆ। ਅਸੀਂ ਤੇ ਉਹ ਪਹਿਲੀ ਵਾਰੀ ਬਣਿਆ ਨਾ ਪੰਚ। ਹਾਂਜੀ, ਮੇਰੇ ਨਾਲ ਨੇ ਇਸ ਵੇਲੇ ਇਸ ਪਿੰਡ ਦੇ ਮਾਸਟਰ ਰਣ ਬਹਾਦਰ ਜੀ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਆਪਣੇ ਛੋਟੇ ਵੀਰ ਨਿਰਮਲ ਗੁੜਾ ਜੀ ਦਾ, ਜੋ ਕਿ NKN TV ਦੇ ਸੰਚਾਲਕ ਆ ਬੰਗਾ ਤੋਂ, ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਸਵਾਗਤ ਕਰਦਾ ਆਪਣੇ ਪਿੰਡ ਪਹੁੰਚਣ ਤੇ, ਕਿ ਉਹ ਸਾਡੀ ਆਵਾਜ਼ ਪਿੰਡ ਦੀ ਜਿਹੜੀ ਆ ਉਹ ਸਰਕਾਰੇ ਦੁਆਰੇ ਪਹੁੰਚਾਉਣ ਲਈ ਸਾਡੇ ਕੋਲ ਪਹੁੰਚੇ ਆ। ਧੰਨਵਾਦ ਜੀ। ਜਿਵੇਂ ਇਸ ਪਿੰਡ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰਾ ਵਿਕਾਸ ਹੋਣ ਵਾਲਾ ਹੈਗਾ, ਬਹੁਤ ਸਾਰਾ ਹੋਇਆ ਵੀ ਹੈ ਸਮੇਂ-ਸਮੇਂ ਤੇ, ਜਿਹੜੀਆਂ ਪੰਚਾਇਤਾਂ ਨੇ ਉਹਨਾਂ ਕੋਲ ਜਿੱਦਾਂ ਦੇ ਸਾਧਨ ਸੀ ਉਹਨਾਂ ਨੇ ਕੀਤਾ ਹੈਗਾ। ਮੈਂ ਇਹ ਗੱਲ ਜਾਣਨੀ ਚਾਹੁੰਦਾ ਵੀ ਇਸ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਲੜਕੇ ਤੇ ਲੜਕੀਆਂ ਉਹ ਕਿੰਨੇ ਡਿਗਰੀ ਤੇ ਡਿਪਲੋਮਾ ਹੋਲਡਰ ਜਿਹੜੇ ਬੇਰੁਜ਼ਗਾਰ ਨੇ, ਪਰ ਉਹਨਾਂ ਨੇ ਪੜ੍ਹਾਈ ਇਸ ਕਰਕੇ ਕੀਤੀ ਸੀ ਵੀ ਅਸੀਂ ਅੱਛੀ ਪੜ੍ਹਾਈ ਕਰਕੇ ਕੁਝ ਪਿੰਡ ਦੀ ਵੀ ਨੁਹਾਰ ਬਦਲਾਂਗੇ, ਘਰ ਦੀ ਨੁਹਾਰ ਬਦਲਾਂਗੇ, ਮਾਪਿਆਂ ਦੀ ਸੇਵਾ ਕਰਾਂਗੇ। ਸਭ ਤੋਂ ਪਹਿਲਾਂ ਗੁੜਾ ਸਾਹਿਬ, ਸਾਡੇ ਜੇ ਪਿੰਡ ਦੀ ਓਵਰਆਲ ਜਿਹੜਾ ਐਜੂਕੇਸ਼ਨ ਇੰਡੈਕਸ ਆ ਜਾਂ ਕਿੰਨੇ ਕੁ ਬੱਚੇ ਪੜ੍ਹੇ ਲਿਖੇ ਆ, ਉਹ ਟੋਟਲ ਪੋਪੂਲੇਸ਼ਨ ਦੀ ਜਿਹੜੀ ਉਹਨਾਂ ਦੀ ਪ੍ਰਪੋਰਸ਼ਨ ਆਉਂਦਾ ਰਹਾ ਬਹੁਤ ਘੱਟ ਆ। ਹਾਂਜੀ, ਹਲੇ ਸਾਡਾ ਜਿਹੜਾ ਰੁਝਾਨ ਆ, ਸਾਡਾ ਪਿੰਡ ਇਸ ਪਾਸੋਂ ਪਿਛੜਿਆ, ਪਰ ਜਿਹੜੇ ਬੱਚੇ ਪੜ੍ਹੇ ਆ ਤੇ ਸਾਡੇ ਬੱਚੇ ਉੱਠੇ ਨਹੀਂ, MSc BSc BTech ਵੀ ਕੀਤੀ ਆ, ਪਰ ਇਹ ਨਵੀਂ ਜਨਰੇਸ਼ਨ 'ਚ ਅਜੇ ਤੱਕ ਜਿਹੜੇ ਬੱਚੇ ਆ ਉਹ ਜੋ
ਹਲੇ ਉਹ ਸੈਟਲ ਜਿੰਨਾ ਸਰਕਾਰੀ ਨੌਕਰੀ 'ਚ ਜਾਂ ਆਪਣੇ ਕਾਰੋਬਾਰ 'ਚ ਨਹੀਂ ਹੋਏ ਜਦ ਤੱਕ ਮੈਂ ਦੇਖਦਾ। ਕੁਝ ਬੱਚੇ ਸਾਡੇ ਇੱਥੋਂ ਐਗਰੀਕਲਚਰ ਅਫਸਰ ਵੀ ਹੈਗੇ ਸਾਡੇ ਬੱਚੇ, ਤੇ ਉਹ ਮੇਰੇ ਖਿਆਲ ਨਾਲ ਡਿਵੀਜ਼ਨਲ ਅਫਸਰ ਆ, ਪਰ ਉਹ ਜਿੱਦਾਂ ਕਹਿੰਦੇ ਹੁੰਦੇ ਵੀ ਪੋਟਿਆਂ ਤੇ ਗਿਣੇ ਜਾ ਸਕਦੇ ਆ, ਪਰ ਉਸ ਦਰ ਨਾਲ ਇਸ ਫੀਲਡ ਦੇ ਵਿੱਚ ਤਰੱਕੀ ਨਹੀਂ ਹੋਈ ਬਦਕਿਸਮਤੀ ਨਾਲ। ਤੇ ਤਾਂ ਵੈਸੇ ਡਿਗਰੀ ਡਿਪਲੋਮਾ ਹੋਲਡਰ ਬਹੁਤ ਸਾਰੇ ਬੱਚੇ ਹੈਗੇ। ਜਿੱਦਾਂ ਮੈਂ ਦੱਸਦਾ ਵੀ ਜੇ ਆਪਾਂ 50ਵੇਂ ਚਲੇ ਜਾਈਏ, ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਸੀਬ ਚੰਦ, ਆਪਾਂ ਬਜ਼ੁਰਗਾਂ ਦੀ ਬਾਅਦ ਚ ਗੱਲ ਕਰਾਂਗੇ। ਹੁਣ ਮੈਂ ਜੋੜ ਕੇ ਗੱਲ ਥੋੜੀ ਦੱਸਣੀ ਚਾਹਨਾ ਕਿ ਉਸ ਵੇਲੇ ਦੇ ਪੋਸਟ ਗ੍ਰੈਜੂਏਟ ਸੀਗੇ ਤੇ ਗਜ਼ਟਡ ਆਫਸਰ ਰਿਟਾਇਰ ਹੋਏ ਆ, ਤੇ ਇਹ ਨਹੀਂ ਆਪਣਾ 90 ਵਿੱਚ ਰਿਟਾਇਰ ਹੋਣ ਤੋਂ ਬਾਅਦ ਇੱਕ ਸੁਪਨਾ ਲੈ ਕੇ ਪਿੰਡ ਲਈ ਆਏ ਸੀ ਇਹ, ਕਿ ਜੋ ਮੇਰੇ ਕੋਲ ਗਜ਼ਟਡ ਆਫਸਰ ਰਿਟਾਇਰ ਹੋਇਆ, ਜੋ ਮੇਰੇ ਕੋਲ ਪੋਜ਼ਿਟਿਵਿਟੀ એનર્ਜੀ ਪਿੰਡ ਨੂੰ ਅੱਗੇ ਲਿਜਾਣ ਦੀ ਜੋ ਵੀ ਸ਼ਕਤੀ ਹੈ ਤੇ ਮੈਂ ਸਮਰਪਿਤ ਕਰਦੇ ਹਾਂ। ਪਰ ਉਹੀ ਗੱਲ ਅਵੇਅਰਨੈਸ ਦੀ ਘਾਟ ਕਰਕੇ ਇਹਨਾਂ ਦੀ ਸਟਰਗਲ ਵਾਲੇ ਜਾਰੀ ਆ, ਪਰ ਉਹ ਜਿਹੜੇ ਆਪਾਂ ਰਿਜ਼ਲਟ ਚਿਤਵੇ ਸੀ ਮਨ 'ਚ ਇਹਨਾਂ ਨੇ ਆਸ ਸੀ, ਉਹ ਅਜੇ ਤੱਕ ਪੂਰੇ ਨਹੀਂ ਹੋਏ। ਤੇ ਇਹਨਾਂ ਦੇ ਹੁਣ ਛੋਟੇ ਬ੍ਰਦਰ ਆ, ਉਹ ਮੇਰੇ ਖਿਆਲ ਨਾਲ ਐਗਜ਼ੈਕਟਿਵ ਇੰਜੀਨੀਅਰ, ਉਹ ਆਏ, ਉਹ ਵੀ ਇੱਥੇ ਪਿੰਡ ਨੂੰ ਹੁਣ ਸਮਰਪਿਤ ਆ, ਤੇ ਬੱਚਿਆਂ ਨੂੰ ਮੈਥ ਤੇ ਸਾਇੰਸ ਇਸੇ ਹੀ ਪਿੰਡ ਵਿੱਚ ਮੈਥ ਤੇ ਸਾਇੰਸ ਦੇ ਉਹ ਮਾਸਟਰ ਆ, +2 ਤੱਕ ਕਾਲਜ ਡਿਗਰੀ ਹੋਲਡਰ ਤੱਕ ਉਹ ਸਾਇੰਸ ਤੇ ਮੈਥ ਦੀ ਜਿਹੜੀ ਆ ਉਹ ਐਜੂਕੇਸ਼ਨ ਫ੍ਰੀ ਆਫ ਕਾਸਟ ਦੇ ਰਹੇ ਆ, ਤਾਂ ਕਿ ਬੱਚਾ ਅੱਜ ਦੀ ਡਿਮਾਂਡ ਜੋ ਹੈਗੀ ਆ ਟੈਕਨੀਕਲ ਜਿਹੜਾ ਫੀਲਡ ਆ ਉਹਦੇ ਵਿੱਚ ਕਾਮਯਾਬ ਹੋਣ। ਇਹਨਾਂ ਦੋਵਾਂ ਬ੍ਰਦਰਸ ਦਾ, ਗੁਰੂ ਬ੍ਰਦਰ ਦਾ ਬਹੁਤ ਯੋਗਦਾਨ ਆ, ਪਰ ਅਜੇ ਤੱਕ ਉਹ ਜਿਹੜਾ ਕਹਿੰਦੇ ਵੀ ਅਸ਼ਾਵਾਂ ਜਿਹੜੀਆਂ ਉਹਨਾਂ ਨੂੰ ਬੂਰ ਪੈਂਦਾ, ਅਜੇ ਤੱਕ ਉਸ ਤਰ੍ਹਾਂ ਦਾ ਫਲ ਨਹੀਂ ਪਿਆ। ਪਰ ਅਸੀਂ ਆਸਮਾਨ ਦਾ ਪੋਜ਼ਿਟਿਵ ਆ, ਤੇ ਜ਼ਰੂਰ ਇੱਕ ਦਿਨ ਜਿਹੜਾ ਪਿੰਡ ਆ ਜਿੰਨਾ ਪਿਛੜ ਗਿਆ ਪੰਜਾਬ ਦੇ ਨਕਸ਼ੇ ਤੋਂ ਉੱਭਰੇਗਾ। ਹੁਣ ਅਸੀਂ ਜਿਹੜਾ ਮਾਰਜਨਾਈਜ਼ਡ ਹੋ ਗਏ ਆ ਥੋੜ੍ਹੇ ਜਿਹੇ, ਪਰ ਨਹੀਂ ਅਸੀਂ ਹਾਸ਼ੀਏ ਤੇ ਆ, ਪਰ ਆਵਾਂਗੇ ਇਹ ਸੱਜਣਾ। ਤੇ ਜੇ ਤੁਸੀਂ ਮੈਨੂੰ ਸਵਾਲ ਕਰਨਾ ਤਾਂ ਮੈਂ ਥੋੜ੍ਹੀ ਗੱਲ ਹੋਰ ਨਾਲ ਜੋੜ ਦੂੰ, ਮੈਂ ਇੱਦਾਂ ਚੱਲਦਾ। ਇੱਕ ਨਾ ਸਾਡੇ ਜਿਹੜੇ ਵਿਕਾਸ ਦੇ ਸਾਡੇ ਮਨ 'ਚ ਕੀ ਤਸਵੀਰ ਆ ਵਿਕਾਸ ਦੀ, ਆਪਾਂ ਨਾ ਗਲੀਆਂ ਨਾਲੀਆਂ 'ਚ ਹੀ ਉਲਝੇ ਹਾਂ। ਹੁਣ ਜਿਹੜਾ ਸਮਾਜ ਵਾ, ਜਿਹੜੇ ਲੀਡਰ ਆ ਉੱਪਰ ਤੋਂ ਉਤਰਦੇ ਨਹੀਂ। ਜਿੱਦਾਂ ਦਾ ਸਾਡਾ ਸਮਾਜ ਵਾ, ਸਾਡੇ ਸਮਾਜ 'ਚੋਂ ਲੀਡਰ ਉੱਠਦੇ ਆ, ਅਸੀਂ ਕਿੱਦਾਂ ਦੇ ਆ। ਹੁਣ ਤੁਸੀਂ ਆਪਣੇ ਇੱਧਰ ਖੱਬੇ ਪਾਸੇ ਨਿਗਾਹ ਮਾਰਿਓ ਜੀ, ਆ ਸਾਹਮਣੇ ਘਰ ਆ ਜੀ ਇਹ ਗੁਰੂ ਹੋਣਾ ਦਾ, ਇਹ ਛੱਤ ਪਰ ਦੇਖ ਲਓ ਤੇ ਇੱਥੇ ਦੇਖ ਲਓ, ਇਹ ਵਿਕਾਸ ਨਹੀਂ। ਫੁੱਲ ਡਿਗੇ ਹੋਆ, ਗ੍ਰੀਨਰੀ ਆ, ਸੁੰਦਰਤਾ, ਸੋਹਣਾ, ਮਤਲਬ ਇਹ ਸਾਡੇ ਜ਼ਿਹਨ 'ਚ ਨਹੀਂ ਹੈਗਾ। ਮਤਲਬ ਕਹਿਣ ਦਾ ਕਿ ਲੋਕਾਂ ਨੂੰ ਆਪਣੇ ਘਰਾਂ ਦਾ, ਆਪਣੇ ਆਲੇ ਦੁਆਲੇ ਆਪ ਵੀ ਖਿਆਲ ਰੱਖਣਾ ਚਾਹੀਦਾ। ਮੈਂ ਹੁਣ ਹਲਕੀ ਜਿਹੀ ਗੱਲ ਕਰਦਾ, ਮੈਂ ਨਾ ਡੇਰਾ ਬਿਆਸ ਗਿਆ ਇੱਕ ਵਾਰ, ਮੈਂ ਰਾਹ ਨਹੀਂ ਹੈਗੇ 4 ਵਜੇ ਸਾਡੇ ਜਿਹੜੇ ਭਾਈ ਬੰਧੂ ਆ ਸਾਡੇ ਵਿੱਚੋਂ ਹੀ 4 ਵਜੇ ਲਾ ਕੇ ਇੱਕ ਤਿਣਕਾ ਨਹੀਂ ਸੀ, ਉਹਨਾਂ ਦੇ ਘਰਾਂ 'ਚ ਚਲ ਜਾਓ, ਸਾਡੇ ਘਰਾਂ 'ਚ ਆ ਜਾਓ, ਉਹਦੇ ਖੂੰਜੇ ਵੀ ਪਏ ਆ, ਉੱਥੇ ਵਿਹੜੇ 'ਚ ਵੀ ਪਿਆ। ਮਤਲਬ ਇਹ ਜਿਹੜਾ ਸਾਡੀ ਹਿਪੋਕ੍ਰੇਸੀ ਆ, ਢੋਂਗ ਆ, ਇਹ ਥੋੜ੍ਹੇ ਸਾਨੂੰ ਵੀ ਸੋਚਣਾ ਪੈਣਾ ਨਾ। ਵਿਕਾਸ ਦੇ ਥੋੜ੍ਹੇ ਜਿਹੇ ਨਾ ਆਪਾਂ ਨੂੰ ਮਾਇਨੇ ਜਿਹੜੇ ਆ ਉਹ ਵਿਸ਼ਾਲ ਕਰਨੇ ਚਾਹੀਦੇ ਆ। ਦੂਜੀ ਗੱਲ ਜਿਹੜੀ ਆ ਲਾਇਬ੍ਰੇਰੀ ਆ ਨਾ, ਮਾਡਰਨ ਲਾਇਬ੍ਰੇਰੀ, ਉਹ ਹਰ ਪਿੰਡ 'ਚ ਪਹਿਲ ਹੋਣੀ ਚਾਹੀਦੀ ਆ ਸਰਕਾਰ ਦੀ। ਪਰ ਜਿਸ ਤਰ੍ਹਾਂ ਅਸੀਂ ਜੋ ਸਾਡਾ ਸਮਾਜ ਆ, ਉਦੋਂ ਦੇ ਲੀਡਰ ਆ, ਉਹ ਕਹਿੰਦੇ ਵੀ ਇਹ ਬਰਗਲਾਤ ਹੋਏਗਾ, ਇਹ ਉੱਥੇ ਤੱਕ ਨਹੀਂ ਪਹੁੰਚਦੇ ਵੀ ਸਾਨੂੰ ਵੀ ਕੀ ਲੋੜ ਆ। ਕਿਉਂਕਿ ਜਿਹੜਾ ਅਨਪੜ੍ਹ ਜਿਹੜਾ ਤਬਕਾ ਸਾਡੇ ਲਈ ਬੈਨੀਫੀਸ਼ੀਅਲ ਆ, ਆਸਾਨੀ ਨਾਲ ਬੇਵਕੂਫ ਬਣਾ ਕੇ ਵੋਟ ਲੈਣੀ ਆ। ਤੇ ਲਾਇਬ੍ਰੇਰੀ ਜਿਹੜੀ ਆ, ਜਿਹਦੇ ਵਿੱਚ ਕੰਪਿਊਟਰਾਈਜ਼ਡ ਲਾਇਬ੍ਰੇਰੀ ਆ, ਉਹ ਪਹਿਲ ਹੋਣੀ ਚਾਹੀਦੀ ਆ। ਕਿੰਨਾ ਕੁ ਉਹਦੇ ਵਿੱਚ 10 ਲੱਖ ਹੋ ਜੂਗੀ ਇਨਵੈਸਟਮੈਂਟ, 15 ਹੋ ਜੂਗੀ, ਉਹ 'ਚ ਆਪਾਂ NRI ਵੀ ਇਨਵੋਲਵ ਕਰ ਸਕਦੇ ਹਾਂ। ਇੱਥੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਮਾਸਟਰ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਵੀ ਹੈ ਕਿ ਲੀਡਰ ਸਾਹਿਬਾਨਾਂ ਨੇ ਦੇਖਣੀ ਹੁੰਦੀ ਡਿਮਾਂਡ ਦੇ ਵਿੱਚ ਜੇ ਦੇਖੀਏ ਤਾਂ ਜ਼ਿਆਦਾ ਲੋਕ ਹੋਣਗੇ ਨੀਲੇ ਕਾਰਡਾਂ ਵਾਲੇ, ਜੋਬ ਕਾਰਡਾਂ ਵਾਲੇ, ਇਹ ਮਨਰੇਗਾ ਵਾਲੇ। ਉਹ ਕੋਈ ਵੀ ਤੁਹਾਡੀ ਜ਼ੁਬਾਨ ਤੋਂ ਸਿਰਫ ਸੁਣਿਆ ਕਿ ਇੱਥੇ ਲਾਇਬ੍ਰੇਰੀ ਹੋਣੀ ਚਾਹੀਦੀ, ਕਿਤਾਬਾਂ ਸਾਰੇ ਲੋਕ ਪੜ੍ਹਨ, ਪਰ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਵੀ ਉੱਦਾਂ ਦੀਆਂ ਹੀ ਆ, ਜਿਵੇਂ ਛੱਪੜ ਡੂੰਘਾ ਕਰ ਦਿੱਤਾ ਜਾਵੇ, ਛੱਪੜ ਪੁੱਟ ਦਿੱਤਾ ਜਾਵੇ। ਡਿਮਾਂਡ ਤੇ ਫਿਰ ਉਹ ਸਰਕਾਰ ਨੇ ਮਤਲਬ ਲੋਕਾਂ ਨੂੰ ਪਹਿਲਾਂ ਆਪਣੀ ਡਿਮਾਂਡ ਕ੍ਰੀਏਟ ਕਰਨੀ ਪਏਗੀ। ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ। ਲੋਕਾਂ 'ਚ ਡਿਮਾਂਡ, ਅਸੀਂ ਅਕਸਰ ਪਿੰਡਾਂ ਦੇ ਵਿੱਚ ਜਾਂਦੇ ਆ, ਉਹਨਾਂ ਦੀ ਲੜਾਈ ਹੁੰਦੀ ਆ, ਸਾਡੇ ਨੀਲੇ ਕਾਰਡ ਇੰਨੇ ਕੱਟ ਦਿੱਤੇ ਤੇ ਇੰਨੇ ਬਣਾ ਦਿੱਤੇ। ਉੱਥੇ ਕਈ ਉਲਝੇ ਹੋਏ ਨੇ, ਅਲਝਾਏ ਹੋਣੇ। ਉਹ ਚੰਗੀ ਤਰ੍ਹਾਂ ਲੀਡਰ ਸਾਹਿਬਾਨ ਵੀ ਜਾਣਦੇ ਤੇ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। ਤੇ ਪਰ ਇਹ ਲੋਕਾਂ ਦੀ ਜਿਹੜੀ ਡਿਮਾਂਡ ਉਹ ਵੀ ਉੱਥੇ ਕਈ ਆ। ਤੇ ਜਦ ਕਿ ਤੁਹਾਡੀ ਗੱਲ ਸਹੀ ਹੈ ਕਿ ਲਾਇਬ੍ਰੇਰੀ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਤਾਂ ਕਿ ਲੋਕ ਗਿਆਨਵਾਨ ਹੋਣ। ਗੁੜਾ ਸਾਹਿਬ, ਲੀਡਰ ਦਾ ਕੀ ਮਤਲਬ ਹੁੰਦਾ? ਲੀਡਰ ਜਿਹੜਾ ਲੀਡ ਕਰਦਾ, ਹੁਣ ਲੀਡਰ ਦਾ ਜਿਹੜਾ ਉਹ ਵਿਜ਼ਨਰੀ ਹੋਣਾ ਚਾਹੀਦਾ, ਉਹਦੇ ਆਪਣੇ ਦਿਮਾਗ 'ਚ ਹੋਣਾ ਚਾਹੀਦਾ ਕਿ ਮੇਰੇ ਸਮਾਜ ਲਈ ਕੀ ਬੈਨੀਫੀਸ਼ੀਅਲ ਆ। ਜੇ ਬੱਚਾ ਇੱਕ ਲਾਇਬ੍ਰੇਰੀ ਕਿਤਾਬ ਪੜ੍ਹ ਕੇ ਉਹ ਅਵੇਅਰ ਹੋ ਜਾਂਦਾ, ਉਹਨੂੰ ਆਪਣੇ ਹੱਕ ਦਾ ਤੇ ਉਹਨੂੰ ਦੁਨੀਆ ਦਾ ਜਿਹੜਾ ਚਾਨਣ ਹੋ ਜਾਂਦਾ, ਉਹ ਫਿਰ ਅਗਾਂਹ ਰਾਈਜ਼ ਕਰੂਗਾ ਤਾਂ ਆਟੇ ਦਾਲ 'ਚੋਂ ਨਿਕਲ ਗਿਆ। ਲੀਡਰ ਨੂੰ ਲੀਡ ਕਰਨਾ ਚਾਹੀਦਾ। ਲੀਡਰ ਦੇਖਦਾ ਵੀ ਠੀਕ ਹੈ ਬਰਗਲਾ ਹੋਇਆ ਵਾ, ਇਹਨੂੰ ਇੱਥੇ ਤੱਕ ਸੀਮਿਤ ਕਰ ਲਓ। ਹੁਣ ਮੈਂ ਥੋੜ੍ਹੀ ਜਿਹੀ ਗੱਲ ਪੰਚਾਇਤ ਆ ਨਾ, ਇਹ ਜਿਹੜੀ ਦੇਖੋ, ਮੈਂ ਤਾਂ ਇੱਕ ਨਿਰਪੱਖ ਬੰਦਾ ਕਿਉਂਕਿ ਜੌਬ ਕਰਦਾ, ਕੋਈ ਮੇਰੀ ਪਾਰਟੀ ਨਹੀਂ। ਤੁਸੀਂ ਸਮਾਜਿਕ ਸਰੋਕਾਰਾਂ ਨਾਲ ਬਹੁਤ ਨੇੜੇ ਨਾਲ ਜੁੜੇ ਆ। ਥੋੜਾ ਮੌਜੂਦਾ ਪੰਚਾਇਤ ਆ,
ਸਾਡੇ ਮਾਨਯੋਗ ਸਰੂਪ ਕੌਰ ਢੰਡਾ ਜੀ ਦੀ ਅਗਵਾਈ ਵਿੱਚ ਇਹ ਕੰਮ ਕਰ ਰਹੀ ਹੈ ਤੇ ਜਿਨ੍ਹਾਂ ਨੂੰ ਯੋਗ ਪਾਈ ਸਾਡੇ ਬ੍ਰਦਰ ਸੋਹਣ ਲਾਲ ਢੰਡਾ ਜੀ ਦੇ ਰਹੇ ਆ, ਕਿਉਂਕਿ ਇਹ ਪੂਰੇ ਦੇਸ਼ 'ਚ ਵਿਚਰੇ ਹੋਏ ਆ, ਹਰ ਸ਼ਖਸ ਨਾਲ ਛੋਟੇ ਬੜੇ ਨਾਲ ਜੁੜੇ ਹੋਏ ਆ। ਇਹਨਾਂ ਕੋਲ ਬਿਜ਼ਨਸ ਹੈਗਾ। ਅੱਛਾ, ਇਹਨੀ ਪਹਿਲ ਕੀ ਕੀਤੀ ਆ, ਇਹ ਬਲੈਕ ਪੁਲਿੰਗ ਤੋਂ ਉੱਪਰ ਆ, ਪਾਰਟੀ ਵਾਈਜ਼ ਤੋਂ ਉੱਪਰ ਆ, ਕਿਉਂਕਿ ਜਦੋਂ ਤੁਸੀਂ ਪਾਰਟੀ ਵਾਈਜ਼ ਪੈਂਦੇ ਆ ਤੁਸੀਂ ਕਿਹਦਾ ਨੁਕਸਾਨ ਕਰਦੇ ਆ? ਪਿੰਡ ਸਾਡਾ ਸਾਰਿਆਂ ਦਾ। ਜਿਹੜਾ ਬੰਦਾ ਕਾਂਗਰਸ ਅਕਾਲੀ ਤੇ ਗ੍ਰਾਂਟਾਂ ਰੋਕਦਾ ਤਾਂ ਮਤਲਬ ਆਪਣੇ ਬੱਚਿਆਂ ਦਾ ਆਪ ਦੁਸ਼ਮਣ ਆ ਉਹ, ਚਾਹੇ ਅਕਾਲੀ ਰੋਕਦਾ ਚਾਹੇ ਕਾਂਗਰਸ ਵਾਲਾ ਰੋਕਦਾ। ਉਹਦੇ ਬੱਚਿਆਂ ਦਾ ਪਿੰਡ ਵੀ ਇਹੀ ਆ, ਖੂਬਸੂਰਤ ਬਣਨਾ ਉਹਦੇ ਬੱਚਿਆਂ ਨੂੰ ਬੈਨੀਫਿਟ ਇਹੀ ਆ, ਲਾਇਬ੍ਰੇਰੀ ਆ ਗਈ। ਜਦੋਂ ਤੁਸੀਂ ਰੋਕਦੇ ਆ ਪਾਰਟੀਬਾਜ਼ੀ ਤੇ ਆ ਕੇ, ਤੁਸੀਂ ਮਤਲਬ ਆਪਣੇ ਬੱਚਿਆਂ ਦੇ ਦੋਸਤ ਥੋੜ੍ਹੀ ਆ, ਤੁਸੀਂ ਤਾਂ ਸਭ ਤੋਂ ਵੱਡੇ ਦੁਸ਼ਮਣ ਆਪਣੇ ਬੱਚਿਆਂ ਦੇ। ਤੁਸੀਂ ਉਹਨਾਂ ਨੂੰ ਇੱਕ ਨਵੀਂ ਦੁਨੀਆ ਵਿੱਚ ਜਾਣ ਤੋਂ ਹੀ ਤੁਸੀਂ ਰੋਕ ਰਹੇ ਆ। ਤੇ ਇਹ ਜਿਹੜੀ ਗੰਦੀ ਸੋਚ ਹੈ ਸਭ ਤੋਂ ਪਹਿਲਾਂ ਤਾਂ ਜ਼ਹਿਨ ਤੋਂ, ਕਿਉਂਕਿ ਉਹਨੀ ਬੀਜ ਬੋਝਿਓ ਆਪਾਂ ਨੂੰ ਕੱਢਣੀ ਚਾਹੀਦੀ ਆ ਕਿ ਮੇਰਾ ਪਿੰਡ, ਮੇਰਾ ਪਿੰਡ ਵਾ, ਇਹ ਸੋਹਣਾ ਮੇਰੇ ਬੱਚਿਆਂ ਦਾ ਪਿੰਡ ਆ, ਮੇਰੀ ਆਉਣ ਵਾਲੀ ਪੀੜ੍ਹੀ ਦਾ ਪਿੰਡ ਆ, ਫਿਰ ਇਹਨੂੰ ਮੈਂ ਕਿੱਦਾਂ ਨਿਖਾਰਨਾ। ਹੁਣ ਇਹ ਸਭ ਤੋਂ ਪਹਿਲਾਂ ਆਏ ਤੇ ਇਨੀ ਉਹ ਭਾਈਚਾਰਕ ਸੋਚ ਦੇ ਨਾਲ NRI ਵੀਰ ਪਹਿਲੀ ਵਾਰ ਇਨਵੋਲਵ ਹੋਏ ਆ। ਤੇ ਤੁਸੀਂ ਸੱਚ ਮੰਨਿਓ, ਗ੍ਰਾਂਟ ਤਾਂ ਕੋਈ ਨਹੀਂ ਆਈ। ਇਹ ਗਲੀ ਇੱਧਰ ਘੱਟੋ ਘੱਟ 50 ਲਾਈਟਸ ਪੂਰੇ ਰੋਸ਼ਨ ਕੀਤਾ ਵਾ। ਇੱਕ ਹੋਰ ਗਲੀ ਹੈ ਸਾਡੇ ਇੱਧਰ, ਇਹਨਾਂ ਦੀ ਪ੍ਰੇਰਨਾ ਨਾਲ NRI ਵੀਰਾਂ ਨੇ 3 ਲੱਖ ਰੁਪਈਆ ਸੀਵਰੇਜ, ਇੰਟਰਲੌਕ ਤੇ ਸਟਰੀਟ ਲਾਈਟਸ, ਇਹਨਾਂ ਦੀ ਪ੍ਰੇਰਨਾ ਨਾਲ। ਉਹ ਘੱਟੋ ਘੱਟ ਪ੍ਰੋਜੈਕਟ ਸੀ 4 ਲੱਖ ਦਾ, 3 ਲੱਖ ਦਾ ਪ੍ਰੋਜੈਕਟ ਇਹ ਸੀ। ਬਿਨਾਂ ਗ੍ਰਾਂਟ ਤੋਂ ਹੀ 10 ਲੱਖ ਰੁਪਈਆ ਇੱਕ ਚੰਗੀ ਸੋਚ ਨਾਲ, ਕਿਉਂਕਿ ਜਦੋਂ ਤੁਸੀਂ ਉਹੀ ਗੱਲ ਲੀਡਰ ਦੀ ਆ ਕਿ ਜਦੋਂ ਤੁਸੀਂ ਲੀਡ ਕਰਦੇ ਆ ਸਰ, ਤਾਂ ਲੀਡ ਕਰਦੇ ਆ ਤਾਂ ਉਹਨੂੰ ਤੁਸੀਂ ਦੱਸਦੇ ਆ ਵੀ ਆਹ ਰਸਤਾ ਜਾਂਦਾ ਤਰੱਕੀ ਨੂੰ। ਤੇ ਹਰੇਕ ਇਨਸਾਨ ਦੇ ਅੰਦਰ ਜਦੋਂ ਇਹ ਸੋਚ ਆ ਗਈ ਤਾਂ ਜਾਂਦਾ, ਇਹ ਉਸ ਪਾਸੇ ਤੁਰੇ ਹੋ। ਕਾਮ ਲੀਡਰ ਇਹ ਚੀਜ਼ ਨੂੰ ਉਹ ਕਹਿੰਦਾ ਲੀਡਰ ਨਾਮ ਦਾ, ਬਟ ਉਹ ਲੀਡ ਨਹੀਂ ਕਰਦਾ, ਉਹ ਤੁਹਾਨੂੰ ਪਿਛਾਂਹ ਵੱਲ ਨੂੰ ਲੈ ਕੇ ਜਾ ਰਿਹਾ। ਨਾਲੀਆਂ 'ਚ ਫਸਾਈ ਰੱਖੋ, ਗੰਦ 'ਚ ਰੱਖੋ। ਜਿਹੜੀ ਇੱਕ ਨਵੀਂ ਸੋਚ ਤੇ ਇੱਕ ਨਵੀਂ ਰੋਸ਼ਨੀ ਜਿਹੜੀ ਚਾਹੀਦੀ ਹੈ ਨਾ, ਉਹ ਨਹੀਂ ਦੇ ਰਹੇ। ਇਸ ਵੇਲੇ ਡਿਮਾਂਡਸ ਕਿੱਦਾਂ ਦੀਆਂ ਹੈਗੀਆਂ ਪਿੰਡ ਦੀਆਂ? ਡਿਮਾਂਡ ਸਰ, ਇੱਕ ਤਾਂ ਪਹਿਲ ਇੱਕ ਹੋਰ ਕੀਤੀ ਹੈ, ਨਹੀਂ ਸੜਕਾਂ ਦੇ ਸਾਰੇ ਬੂਟੇ ਲਾਏ ਆ। ਇਹ ਤਾਂ ਹੱਥ ਜੋੜ ਕੇ ਬੇਨਤੀ ਆ ਹਰ ਪਿੰਡ ਦੇ ਸੱਜਣ ਨੂੰ, ਉਹ ਬਣ ਮਿੱਤਰ ਬਣੇ, ਇੱਕ ਇੱਕ ਬੂਟੇ ਨੂੰ ਪਹਿਲਾਂ ਤਾਂ ਬਚਾਵੇ। ਫਿਰ ਦੇਖੋ ਪਿੰਡ ਦੀ ਨੁਹਾਰ ਕਿੱਦਾਂ ਬਦਲਦੀ ਦੂਰੋਂ ਹੀ, ਠੀਕ ਆ ਨਾ। ਤੇ ਉਹ ਨੇਚਰ ਦਾ ਦੇਖੋ, ਉਹਦੀ ਖੂਬਸੂਰਤੀ ਦੇਖ ਲਓ, ਉਹਦੇ ਬੈਨੀਫਿਟ ਦੇਖ ਲਓ। ਸਭ ਤੋਂ ਵੱਡੇ ਤਾਂ ਇਹ ਆ। ਨੰਬਰ 2 ਤੇ ਜੀ ਇਹਦਾ ਲਾਇਬ੍ਰੇਰੀ, ਇੱਕ ਕਾਮਨ ਪਾਰਕ ਚਾਹੀਦਾ, ਇੱਕ ਕਾਰਨਰ ਲੇਡੀਜ਼ ਦੀ ਆ, ਦੂਜਾ ਜਿਹੜੇ ਏਜਡ ਸਾਡੇ ਬੰਦੇ, ਇੱਕ ਨੌਜਵਾਨ ਆ, ਉਹਨਾਂ 'ਚ ਉਸ ਤਰ੍ਹਾਂ ਦੀ ਜ਼ਰੂਰਤ ਦਾ ਸਮਾਨ ਵੀ ਚਾਹੀਦਾ। ਇਹ ਵੱਡੀਆਂ ਗੱਲਾਂ ਨਹੀਂ, ਥੋੜੀ ਸਰਕਾਰ ਪਹਿਲ ਕਰੇ ਤੇ ਪਿੰਡ ਵੀ ਸਾਥ ਦੇਣ ਨੂੰ ਤਿਆਰ ਵਾ, ਤੇ ਡਿਸਪੈਂਸਰੀ ਤਾਂ ਜ਼ਰੂਰ ਚਾਹੀਦੀ ਆ। ਰਾਤ ਨੂੰ ਕੋਈ ਵੀ ਐਮਰਜੈਂਸੀ ਪੈ ਜਾਂਦੀ ਹੈ, ਤੁਹਾਡੇ ਨੇੜੇ ਜ਼ਰੂਰ ਫਸਟ ਏਡ ਹੋਣੀ ਚਾਹੀਦੀ ਹੈ। ਤੇ ਸਕੂਲ ਦਾ ਵੀ ਸਰ ਹੈਗਾ, ਸਾਡੀ 2600 ਦੀ ਆਬਾਦੀ ਆ ਪਿੰਡ ਦੀ, ਤੇ ਇਹ ਵੀ ਚਾਹੀਦਾ। ਪਰ ਹਰ ਸ਼ਖਸ ਨੂੰ ਪਿੰਡ ਦੀ ਪਹਿਲਾਂ ਇਹ ਬੇਨਤੀ ਆ ਕਿ ਉਹ ਜਿਹੜੀ ਨਾ ਪਿੰਡ, ਉਹ ਆਪਣਾ ਪਿੰਡ ਵਾ, ਪਹਿਲਾਂ ਪਾਰਟੀ ਬਾਅਦ 'ਚ ਆਪਣਾ ਪਿੰਡ ਵਾ, ਇਹ ਆਪਣੇ ਬੱਚਿਆਂ ਦਾ ਪਿੰਡ ਵਾ। ਕੋਈ ਮੈਂ ਤਾਂ ਗੁੜਾ ਸਾਹਿਬ ਹੁਣ ਤੱਕ ਤਾਂ ਇਹ ਜਿਹੜੀ ਮੇਰਾ ਐਕਸਪੀਰੀਅੰਸ ਹੈ ਸਿੱਖਿਆ ਵੀ ਜੇ ਤੁਸੀਂ ਮਨ 'ਚ ਠਾਣ ਲਓ ਚੰਗੀ ਸੋਚ ਨਾਲ, ਫਿਰ ਕੁਝ ਵੀ ਬਦਲ ਦੇਰ ਨਹੀਂ ਲੱਗਦੀ, ਕਿ ਪੈਸੇ ਦੀ ਪ੍ਰੋਬਲਮ ਵੀ ਨਹੀਂ ਆਉਂਦੀ। ਕੰਮ ਚੰਗਾ ਕਰਕੇ ਲੋਕ ਵੀ ਜੁੜ ਜਾਂਦੇ ਆ, ਲੋਕ ਵੀ ਜੁੜ ਜਾਂਦੇ ਆ, ਪਰ ਇੱਕ ਵਾਰ ਇਕੱਠੇ ਹੋਣ ਦੀ ਲੋੜ ਪੈ ਜਾਂਦੀ ਹੈ। ਲੈਗ ਪੋਲਿੰਗ ਜਿਹੜੀ ਹੈ ਬਹੁਤ ਖਤਰਨਾਕ ਆ, ਠੀਕ ਹੈ ਨਾ। ਪਾਰਟੀਆਂ ਤਾਂ ਚਾਹੁੰਦੀਆਂ ਹੀ ਆ ਜੀ, ਇੱਕ ਤਾਂ ਉਹਨਾਂ ਦੇ ਪੈਸੇ ਬਚਦੇ ਆ, ਇੱਕ ਉਹਨਾਂ ਦੀਆਂ ਵੋਟਾਂ ਬਣਦੀਆਂ। ਤੇ ਇਸ ਤਰ੍ਹਾਂ ਦੀ ਬੇਨਤੀ ਹੈ ਪਿੰਡ ਵਾਸੀਆਂ ਨੂੰ, ਗ੍ਰੀਨਰੀ, ਲਾਇਬ੍ਰੇਰੀ, ਪਾਰਕ ਤੇ ਡਿਸਪੈਂਸਰੀ। ਤੇ ਬਾਕੀ ਬਸ ਪਿੰਡ ਜਿਹੜਾ ਜਦੋਂ ਖੂਬਸੂਰਤ ਸਾਡੇ ਬੱਚੇ ਆ, ਸਾਡੇ ਬੱਚਿਆਂ ਦਾ ਪਿੰਡ ਆ ਕਿ ਸ਼ਹਿਰ ਵੀ ਸ਼ਰਮਾਨ ਸਾਡੇ ਪਿੰਡ 'ਚ ਇਸ ਇਦਾਂ ਦਾ ਸੁਪਨਾ ਦੇਖਿਆ। ਤੇ ਉਹਦੇ ਲਈ ਇਕੱਲਾ ਸੁਪਨਾ ਨਹੀਂ ਦੇਖ ਰਹੇ, ਪ੍ਰੈਕਟੀਕਲੀ ਮਦਦ ਵੀ ਕਰਨ ਲਈ ਤਿਆਰ ਹਾਂ ਜਿੰਨੇ ਜੋਗੇ ਹੈਗੀਆਂ। ਤੇ ਪਰ ਦੂਜੇ ਪਿੰਡ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਹੁਣ ਇਹਨਾਂ ਚੀਜ਼ਾਂ ਤੇ ਆਪਾਂ ਚੱਲੀਏ, ਤੇ ਜਾਤ ਪਾਤ ਤੇ ਜਾਂ ਧਰਮ ਤੇ ਜਾਂ ਪਾਰਟੀ ਦੇ ਆਪਣਾ ਨੁਕਸਾਨ ਆਪ ਨਾ ਕਰੀਏ। ਤੇ ਨਾਲ ਇੱਕ ਹੋਰ ਗੱਲ ਗੁੜਾ ਸਾਹਿਬ, ਕਿ ਸਾਡੇ ਪਿੰਡ 47 ਜੋ ਰਾਈਟਸ ਵੀ ਹੋਏ ਆ। ਇੱਕ ਸਾਡਾ ਪਿੰਡ ਸੀ ਜਿੱਥੇ ਕੋਈ ਦੰਗਾ ਨਹੀਂ ਹੋਇਆ, ਹਲੇ ਵੀ ਇੱਥੇ ਮੁਸਲਿਮ 100 ਵੋਟ ਆ, ਤੇ ਉਹਨਾਂ ਦੇ 400 ਮੁਸਲਿਮ ਰਹਿੰਦੇ ਸਾਡੇ ਪਿੰਡ। ਮੌਸਕ ਸਾਡੇ ਏਰੀਆ ਦੀ ਸਭ ਤੋਂ ਵੱਡੀ ਸਾਡੇ ਪਿੰਡ ਆ, ਇਹ ਜਿਹੜੀ ਮਸਜਿਦ ਆ, ਤੇ ਮੁਸਲਿਮ ਇੱਥੇ 47 ਤੋਂ ਪਹਿਲਾਂ ਦੇ ਆ। ਦੂਜੀ ਗੱਲ, ਸਾਡੇ ਪਿੰਡ 'ਚ ਵੈਸੇ ਇਹ ਕੜਤਨ ਥੋੜੀ ਜਿਹੀ ਹੈਗੀ ਆ, ਪਰ ਕੋਈ ਕੇਸ ਨਹੀਂ ਚੱਲ ਰਿਹਾ, ਕੋਈ ਅਦਾਲਤ ਵਿੱਚ ਕੋਈ ਇਸ ਤਰ੍ਹਾਂ ਦੇ ਕੇਸ ਨਹੀਂ ਹੈਗੇ ਸਾਡੇ ਪਿੰਡ ਦੇ, ਨਾ ਕੋਈ ਪੁਲਿਸ ਕੋਲ ਆ। ਭਾਈਚਾਰਕ ਹੈਗੀ ਆ, ਉਸ ਲੈਵਲ ਤੇ ਵੀ ਨਹੀਂ ਪਹੁੰਚੇ। ਪਰ ਚੀਜ਼ ਇੱਕ ਆ ਵੀ ਰਲ ਕੇ ਹਮਲਾ ਮਾਰਨ, ਫਿਰ ਪਿੰਡ ਦਾ ਤੁਹਾਨੂੰ ਪਤਾ ਹੀ ਆ ਕਾਇਆ ਕਲਪ ਇਸ ਤਰ੍ਹਾਂ ਦੇ। ਸਾਨੂੰ ਮਾਣ ਆ ਤੇ ਸਾਡੇ ਬ੍ਰਦਰ, ਸਾਡੇ ਨਸੀਬ ਚਾਂਦੀ ਬੜੇ ਹੋਰ ਸਾਰੇ ਸਾਡੇ ਭਰਾ ਜੋ ਭੈਣਾਂ ਸਾਰੇ ਹੈਗੇ ਆ, ਇਹਨਾਂ ਦੇ ਮਨਾਂ 'ਚ ਬੜੇ ਬਲਬਲੇ ਆ। ਪਰ ਉਹ ਲੀਡ ਕਰਨ ਦੀ ਗੱਲ ਹੁੰਦੀ ਹੈ, ਇੱਕ ਲੀਡਰ ਜ਼ਰੂਰ ਚਾਹੀਦਾ ਹੁੰਦਾ। ਤੇ ਮੇਰੇ ਖਿਆਲ ਨਾਲ ਹੈਗੇ ਲੀਡਰ ਮਿਲ ਗਏ ਆ, ਤੇ ਪ੍ਰਮਾਤਮਾ ਇਹਨਾਂ ਨੂੰ ਵੀ ਸ਼ਕਤੀ ਬਖਸ਼ੇ। ਅਸੀਂ ਵੀ ਨਾਲ ਇਹਦੇ ਕੰਮ ਕਰਨ ਲਈ ਤਿਆਰ ਆ। ਤੇ ਮੈਨੂੰ ਲੱਗਦਾ ਕਿ ਪਿੰਡ ਹੁਣ ਸਾਡਾ ਇੱਥੋਂ ਉਚਾਈ ਵੱਲ ਨੂੰ ਜਾਊਗਾ, ਨਿਵਾਣ ਵੱਲ ਨਹੀਂ ਜਾਊਗਾ।
ਹਾਂਜੀ ਗੁੜਾ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ ਜੀ। ਇਹ ਪਿੰਡ ਜੋ ਸ਼ੇਖੂਪੁਰਾ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ, ਇਸ ਪਿੰਡ ਦੇ ਵਿੱਚ 10 ਮੈਂਬਰਾਂ ਦੀ ਪੰਚਾਇਤ ਹੈ ਤੇ ਜਿਨ੍ਹਾਂ ਦੇ ਸਰਪੰਚ ਸਾਹਿਬਾ ਹੈਗੇ ਨੇ ਮੈਡਮ ਸਰੂਪ ਕੌਰ ਜੀ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਇਆਂ ਨੂੰ ਜੀ ਆਇਆਂ ਨੂੰ ਪਿੰਡ ਵਿੱਚ ਸਾਡੇ ਸਤਿ ਸ੍ਰੀ ਅਕਾਲ ਤੇ ਜੈ ਭੀਮ ਜੈ ਭਾਰਤ। ਤੇ ਹਾਂ, ਮੈਂ ਸਰੂਪ ਕੌਰ ਸਰਪੰਚ ਸ਼ੇਖਪੁਰ ਤੇ ਥੈਂਕ ਯੂ। ਮੈਡਮ ਜੀ, ਜਿਵੇਂ ਤੁਸੀਂ ਸਰਪੰਚ ਬਣੇ ਹੋ, ਕੋਈ ਮੌਕਾ ਸੀਗਾ, ਕੋਈ ਸਮਾਂ ਸੀਗਾ ਜਦੋਂ ਔਰਤ ਵਰਗ ਨੂੰ ਤਾਂ ਘਰ ਦੇ ਵਿੱਚੋਂ ਚਾਰ ਦੀਵਾਰੀ ਚੋਂ ਬਾਹਰ ਜਾਣ ਦਾ ਵੀ ਕੋਈ ਇਜਾਜ਼ਤ ਨਹੀਂ ਸੀਗੀ, ਅੱਛੇ ਕੱਪੜੇ ਪਹਿਨਣ ਦੀ ਇਜਾਜ਼ਤ ਨਹੀਂ ਸੀ, ਪੜ੍ਹਾਈ ਲਿਖਾਈ ਦੀ ਇਜਾਜ਼ਤ ਨਹੀਂ ਸੀ, ਇਹ ਤੁਸੀਂ ਕਿਹਨਾਂ ਨੂੰ ਆਦਰਸ਼ ਮੰਨਦੇ ਹੋ ਕਿ ਤੁਸੀਂ ਅੱਜ ਸਰਪੰਚੀ ਦੇ ਅਹੁਦੇ ਤੇ ਪਿੰਡ ਦੀ ਅਗਵਾਈ ਕਰਦੇ ਹੋ? ਹਾਂਜੀ, ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਸਾਹਿਬ ਨੂੰ ਜਾਣੀ ਮੰਨਦੀ ਹਾਂ, ਅਰਦਾਸ ਆਪਣਾ, ਤੇ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਣ ਦਾ ਮੌਕਾ ਦਿੱਤਾ, ਜਾਂ ਸਾਨੂੰ ਵਧੀਆ ਕੱਪੜੇ ਪਾਉਣ ਦਾ, ਜਾਂ ਸਾਨੂੰ ਗੱਲ ਕਰਨੇ ਦਾ, ਜਾਂ ਸਾਨੂੰ ਸਾਡੇ ਬੱਚਿਆਂ ਨੂੰ, ਜਾਂ ਸਾਨੂੰ ਸਾਰੇ ਸਮਾਜ ਦੇ ਵਿੱਚ ਵਿਚਰਨ ਦਾ ਮੌਕਾ ਜੀ ਨਹੀਂ ਦਿੱਤਾ। ਅਸੀਂ ਧੰਨਵਾਦ ਉਹਨਾਂ ਦਾ ਕਰਦੇ ਹਾਂ, ਕੋਟੀ ਕੋਟੀ ਪ੍ਰਣਾਮ ਕਰਦੇ ਉਹਨਾਂ ਨੂੰ। ਮੈਡਮ ਜੀ, ਔਰਤ ਵਰਗ ਜਿਹੜੀ ਜਿਸ ਹਿਸਾਬ ਦੇ ਨਾਲ ਜਿੰਨੇ ਰਹਿਬਰ ਹੋਏ ਨੇ ਉਹਨਾਂ ਨੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਔਰਤ ਅੱਜ ਕਿੰਨੀ ਕੁ ਜਾਗਰੂਕ ਹੈਗੀ ਆ? ਦੇਖੋ ਜੀ, ਕੁਝ % ਹੈਗੀ ਹਜੇ ਔਰਤ ਜਿੱਦਾਂ ਜਾਗਰਤ ਆ, ਬਾਕੀ ਹਜੇ ਸਾਡੇ ਬੀਬੀਆਂ ਬਹੁਤ ਹੈਗੀਆਂ ਇੱਦਾਂ ਦੀਆਂ ਜਿਹੜੀਆਂ ਵੀ ਇਸ ਦੇ ਤੋਂ ਵਾਂਝੀਆਂ ਆ, ਜਾਂ ਉਹਨਾਂ ਨੂੰ ਪਤਾ ਨਹੀਂ ਹੈਗਾ, ਜਾਂ ਉਹ ਇਹਨਾਂ ਦੇ ਬਾਰੇ ਜਾਣਕਾਰੀ ਹੈ ਨਹੀਂ ਉਹਨਾਂ ਨੂੰ ਕੋਈ ਵੀ ਨਾ। ਕੋਈ ਹਰੀ ਜਿੱਦਾਂ ਪੜ੍ਹੀ ਲਿਖੀ ਔਰਤ ਆ ਉਹਨਾਂ ਨੂੰ ਹੈਗਾ ਆ, ਕੁਝ ਪੜ੍ਹੀਆਂ ਲਿਖੀਆਂ ਵੀ ਔਰਤਾਂ ਸਾਡੀਆਂ ਇੱਦਾਂ ਦੀਆਂ ਹੀ ਆ ਵੀ ਜਿਹੜੀਆਂ ਉਹ ਇਸ ਗੱਲ ਨੂੰ ਨਹੀਂ ਲੈਂਦੀਆਂ ਵੀ ਜਿਹਦੀ ਬਦੌਲਤ ਅਸੀਂ ਇਸ ਵੇਲੇ ਅਸੀਂ ਫਿਰਦੇ ਹਾਂ, ਜਾਂ ਨੌਕਰੀਆਂ ਦੇ, ਜਾਂ ਅਸੀਂ ਕੁਰਸੀਆਂ 'ਤੇ ਬੈਠੇ ਹਾਂ, ਉਹਦਾ ਨਾਂ ਲੈਣ ਤੋਂ ਵੀ ਕੁਛ ਅਜੇ ਲੋਕ ਸਾਡੇ ਪੜ੍ਹੇ ਲਿਖੇ ਕੁਸਰਤ ਨੇ। ਸਰਪੰਚ ਸਾਹਿਬ, ਜਿਵੇਂ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਸਰਪੰਚ ਜਾਂ ਪੰਚ ਜਿੰਨੇ ਵੀ ਬਣਦੇ ਨੇ ਉਦੋਂ ਚਾਅ ਹੁੰਦਾ ਪਹਿਲਾਂ ਹੀ ਵੀ ਅਸੀਂ ਸਰਪੰਚ ਬਣ ਕੇ ਅਸੀਂ ਬੜਾ ਵਿਕਾਸ ਕਰਨਾ, ਜਦੋਂ ਸਰਪੰਚ ਬਣੇ ਨੂੰ 6 ਮਹੀਨੇ ਹੁੰਦੇ ਉਦੋਂ ਕਹਿੰਦਾ ਬੰਦਾ ਕਿੱਥੇ ਫਸ ਗਏ, ਤੁਹਾਨੂੰ ਕਿੱਦਾਂ ਲੱਗਦਾ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਜੀ। ਮੇਰੇ ਜਿੱਦਾਂ ਕਿ ਹਸਬੈਂਡ ਦੀ ਮੈਨੂੰ ਪੂਰੀ ਹੈਗੀ ਆ ਉਹਨਾਂ ਦੀ ਤੇ ਸਹਾਇਤਾ, ਤਾਂ ਮੈਨੂੰ ਇੱਦਾਂ ਦਾ ਕੁਝ ਨਹੀਂ ਲੱਗਦਾ ਹੈਗਾ। ਪਰ ਹਾਂ, ਜਿਹੜਾ ਚਾਹ ਦੀ ਗੱਲ ਕਰਦੇ ਆ, ਮਤਲਬ ਸਾਡਾ ਜਿਹੜਾ ਸਰਪੰਚ ਬਣਨ ਦਾ ਸਾਡੇ ਕੋਈ ਆਈਡੀਆ ਨਹੀਂ ਸੀ, ਸਾਨੂੰ ਕੋਈ ਜਾਣੀ ਕਿ 10 ਦਿਨ ਪਹਿਲਾਂ ਨਹੀਂ ਸੀ ਵੀ ਅਸੀਂ ਸਰਪੰਚ ਬਣਾਂਗੇ। ਹਾਂਜੀ, ਤੇ ਇਹ ਤਾਂ ਜਿੱਦਾਂ ਸਾਡੇ ਕੁਝ ਵਕੀਲ ਸਾਹਿਬ ਜੀ ਆ, ਜਾਂ ਸਾਡੇ ਬੱਚੇ ਸੀਗੇ, ਉਹ ਹੈ ਨਹੀਂ ਇੱਥੇ ਮੁੰਡਾ, ਉਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਤੁਸੀਂ ਸਰਪੰਚ ਖੜੋ। ਅਸੀਂ ਕਿਹਾ ਵੀ ਨਹੀਂ, ਅਸੀਂ ਸਰਪੰਚੀ ਤੇ ਕੋਈ ਲੈਣਾ, ਅਸੀਂ ਤਾਂ ਵੈਸੇ ਹੀ ਸਰਪੰਚ ਆ ਪਿੰਡ ਦੇ ਵੀ, ਕਿਉਂਕਿ ਸਾਡੇ ਲੀਡਰ ਆਪ ਹੈਗੇ ਆ, ਸਾਰਾ ਹੀ ਪਿੰਡ ਦਾ ਦੇਖਭਾਲ ਹੋਰ ਵੀ ਕਰਦੇ ਆ, ਜੋ ਕਿਸੇ ਦਾ ਕੰਮ ਹੁੰਦਾ ਅਸੀਂ ਪਹਿਲਾਂ ਹੀ ਕਰਦੇ ਆ, ਤੇ ਇਸ ਕਰਕੇ ਸਾਨੂੰ ਇੰਨਾ ਨਹੀਂ ਸੀ ਸਰਪੰਚ। ਚਲੋ ਠੀਕ ਆ, ਜੋ ਸਾਡੀ ਪਿੰਡ ਨੇ ਮਤਲਬ ਜ਼ਿੰਮੇਵਾਰੀ ਸਾਨੂੰ ਲਾਈ ਆ ਵੋਟਾਂ ਪਾ ਕੇ, ਜੋ ਉਹਨਾਂ ਨੇ ਮਤਲਬ ਸੋਚਿਆ ਜਾਂ ਕਿੱਦਾਂ ਸਾਡੇ ਵਾਸਤੇ ਵੀ ਕੀ ਸਾਡੇ ਲਈ ਮਤਲਬ ਉਹਨਾਂ ਦੀ ਸੋਚਿਆ, ਤੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਖਰੇ ਉਤਰੀਏ। ਤੇ ਇਹ ਸਾਰੇ ਜਿੰਨੇ ਮੈਂਬਰ ਪੰਚਾਇਤ ਸਹਿਬਾਨ ਹੈਗੇ, ਲੇਡੀਜ਼ ਤੇ ਜੈਂਟਸ ਜਿਹੜੇ ਆ, ਉਹ ਸਹਿਯੋਗ ਕਰਦੇ ਨੇ ਤੁਹਾਡਾ? ਹਾਂਜੀ, ਪੂਰਾ ਸੰਯੋਗ ਕਰਦੇ ਆ। ਅੱਛਾ, ਹਾਂਜੀ। ਵਿਰੋਧੀ ਧਿਰ 'ਚ ਕੋਈ ਨਹੀਂ? ਨਹੀਂ ਜੀ, ਵਿਰੋਧੀ ਧਿਰ 'ਚ ਕੋਈ ਨਹੀਂ ਹੈਗੇ। ਜਿਹੜੇ ਹੈਗੇ ਆ ਵਿਰੋਧੀ ਧਿਰ 'ਚ ਉਹ ਵੀ ਸਾਡੇ ਨਾਲ ਹੀ ਆ, 2 ਉਹਨਾਂ ਦੇ ਪਿੰਡ 'ਚ ਸੀ, ਉਹ ਵੀ ਸਾਡੇ ਨਾਲ ਹੀ। ਅੱਛਾ, ਹਾਂਜੀ। ਤੇ ਮਨ ਦੇ ਵਿੱਚ ਕੀ ਇੱਛਾ ਵੀ ਪਿੰਡ ਦਾ ਵਿਕਾਸ ਕਿੱਦਾਂ ਦਾ ਕਰਨਾ ਕੀ ਹੈ ਮਨ 'ਚ? ਹਾਂਜੀ ਭਾਜੀ, ਇੱਛਾ ਤਾਂ ਬਹੁਤ ਹੈ। ਇੱਛਾ ਤਾਂ ਮਤਲਬ ਜਿੱਦਾਂ ਬੰਦਾ ਜਿੰਨੀਆਂ ਹੈਗੀਆਂ ਵੀ ਅਸੀਂ ਸੋਚਦੇ ਵੀ ਸ਼ਾਇਦ ਨਾ ਕਰ ਸਕੀ, ਜੇ ਕਿੱਦਾਂ ਸੰਤ ਕਹਿੰਦੇ ਵੀ ਮਿਲੇ ਤਾਂ ਅਸੀਂ ਕਰੀਏ ਆਪਣੀ ਇੱਛਾ ਪੂਰੀ। ਕੀ ਕਰਨਾ ਚਾਹੁੰਦੇ? ਇੱਛਾ ਸਾਡੀਆਂ ਇਹ ਪੂਰੀਆਂ ਸੀਗਾ ਵੀ ਸਾਡਾ ਪਿੰਡ ਮਤਲਬ ਹੋਰ ਲੋਕਾਂ ਤੋਂ 20 ਸਾਲ ਪਿੱਛੇ, ਸਾਡਾ ਪਿੰਡ ਬਹੁਤ ਪਿੱਛੇ ਰਹਿ ਗਿਆ, ਪਿਛੜ ਗਿਆ ਆ, ਤੇ ਜੋ ਅਸੀਂ ਉਹ ਕਰਨਾ ਚਾਹੁੰਦੇ ਵੀ ਅਸੀਂ ਆਪਣੇ ਪਿੰਡ ਨੂੰ ਉਹਨਾਂ ਪਿੰਡਾਂ ਦੇ ਬਰੋਬਰ ਲੈ ਜਾਈਏ। ਹਾਂਜੀ, ਕੋਈ ਵੀ ਪਿੰਡਾਂ ਦਾ ਜਿਹੜਾ ਵਿਕਾਸ ਕਰਨੇ ਆ, ਜਿਵੇਂ ਸਾਡੇ ਪਿੰਡ ਦੇ ਵਿੱਚ ਕੋਈ ਕਹਿਣ ਨੂੰ ਕੋਈ ਗੱਲ ਹੈ ਨਹੀਂ ਗੀ, ਵੀ ਡਿਸਪੈਂਸਰੀ ਹੈ ਨਹੀਂ ਗੀ, ਜਾਂ ਪੁੱਛੂਆਂ ਦਾ ਹੈ ਨਹੀਂ ਗਾ, ਜਾਂ ਬੈਂਕ ਹੈ ਨਹੀਂ ਗੀ, ਹੋਰ ਸਾਡੇ ਪਿੰਡ ਦੇ ਵਿੱਚ ਮਤਲਬ ਇਹੋ ਜਿਹੀ ਕੋਈ ਸਹੂਲਤ ਨਹੀਂ ਹੈਗੀ ਜੋ ਸਾਡੇ ਪਿੰਡ ਵਿੱਚ ਹੈ। ਸਿਰਫ ਸਕੂਲਾਂ ਤੋਂ ਇਲਾਵਾ ਉਹ ਵੀ ਅਧੂਰੇ। ਹਾਂਜੀ। ਤੇ ਉੱਦਾਂ ਹੁਣ ਤੱਕ ਤੁਸੀਂ ਕਿਹੜਾ ਵਿਕਾਸ ਕੀਤਾ ਹੈਗਾ? ਹਾਂਜੀ, ਹੁਣ ਅਸੀਂ ਵਿਕਾਸ ਕੀਤਾ ਹੈਗਾ, ਸਾਡੇ ਸੀਗੀਆਂ 3-4 ਗਲੀਆਂ ਸੀਗੀਆਂ ਜਿਹੜੀਆਂ ਬਿਲਕੁਲ ਹੀ ਇੰਨੀਆਂ ਨਕੰਮੀਆਂ ਸੀ ਜਾਂ ਲੰਘ ਨਹੀਂ ਸੀ ਹੁੰਦਾ ਉਹਨਾਂ ਤੋਂ, ਉਹ ਅਸੀਂ ਗਲੀਆਂ ਬਣਾਈਆਂ। ਤੇ ਇੱਕ ਸਾਡੇ ਸੜਕ ਸੀਗੀ ਮੇਸਾਣਾ ਸਾਹਿਬ ਜਾਂਦੀ ਸੀਗੀ ਮੰਦਿਰ ਨੂੰ,
ਉਹ ਬਿਲਕੁਲ ਪਾਣੀ ਬਹੁਤ ਖੜਾ ਸੀਗਾ, ਉਹ ਅਸੀਂ ਬਣਵਾਈ ਆ। ਤੇ ਬਾਕੀ ਪਾਣੀ ਸਾਡੇ ਪਿੰਡ ਦਾ ਜਿਹੜਾ ਹੈਗਾ ਛੱਪੜਾਂ ਦਾ, ਜਿਹੜੇ ਛੱਪੜ ਸਾਡੇ ਜੇ ਅਸੀਂ ਲਈਏ ਤਾਂ ਤਿੰਨੇ ਛੱਪੜ ਸਾਡੇ ਪਿੰਡ ਦੇ ਆ, ਉਹ ਵਿੱਚ ਵਿਕਾਸ ਦੇ ਆ, ਬੱਸੋਂ ਦੇ ਵਿੱਚ ਆ। ਜਾਣੀ ਸਾਨੂੰ ਉਹਨਾਂ ਦਾ ਬਹੁਤ ਹੈਗੀ ਦਿੱਕਤ ਵੀ ਜੇ ਸਰਕਾਰ ਕਿਤੇ ਸਾਨੂੰ ਦੂਸਰਾ ਕਰੇ, ਸਾਡਾ ਛੱਪੜਾਂ ਦਾ ਗੰਦ ਪਿੰਡ ਵਿੱਚੋਂ ਚੱਕ ਦਿੱਤਾ ਜਾਵੇ। ਅਸੀਂ ਇਹ ਚਾਹੁੰਦੇ ਹਾਂ, ਕਿਉਂਕਿ ਸਾਨੂੰ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਹੈਗੀ ਵੀ ਸਾਨੂੰ ਸਾਡੇ ਪਿੰਡ ਨੂੰ ਕੁਝ ਦੇਣਗੇ। ਤੇ ਜੋ ਸਾਡਾ ਮਤਲਬ ਪੰਚਾਇਤ ਦੀ ਜ਼ਮੀਨ ਦਾ ਫੰਡ ਜਾਂ ਸਾਨੂੰ 14ਵੇਂ ਵਿੱਤ ਕਮਿਸ਼ਨ ਦੀ ਆਏ ਹੋਏ ਨੇ ਪੈਸੇ, ਉਹਦੇ ਨਾਲ ਅਸੀਂ ਪਿਛਲੇ ਸਾਲ ਤੋਂ ਮਤਲਬ ਇਹ ਕੰਮ ਕੀਤਾ। ਤੇ ਐਤਕੀ ਤਾਂ ਮਤਲਬ ਉਹਤੇ ਵੀ ਸਾਡੇ ਪੈਸਿਆਂ ਤੇ ਰੋਕ ਲਾ ਦਿੱਤੀ ਆ ਵੀ ਅਸੀਂ ਨਹੀਂ ਖਰਚ ਸਕਦੇ। ਲੱਗਦਾ ਕਿ ਪਿੰਡ ਦੇ ਵਿੱਚ ਜਿਵੇਂ ਰਾਜਨੀਤੀ ਕੀਤੀ ਜਾ ਰਹੀ ਹੈ। ਹਾਂਜੀ, ਅਸੀਂ ਤਾਂ ਹੁਣ ਇਹੀ ਚਾਹੁੰਦੇ ਵੀ ਰਾਜਨੀਤੀ ਕੀਤੀ ਜਾ ਰਹੀ ਆ, ਕਿਉਂਕਿ ਸਾਨੂੰ ਉਹਨਾਂ ਨੇ, ਅਸੀਂ ਜੋ ਸਾਡੇ ਹੈਗਾ, ਅਸੀਂ ਆਪਣੇ ਵੀਡੀਓ ਤੋਂ ਇਲਾਵਾ ਅਸੀਂ ਇੱਕ 10 ਰੁਪਏ ਨਹੀਂ ਮਤਲਬ ਕਢਾ ਕੇ ਕਿਤੇ ਲਾ ਸਕਦੇ। ਉਹ ਵੀ ਅਸੀਂ ਉਹਨਾਂ ਨੂੰ ਪਹਿਲਾਂ ਮਤਾ ਪਾ ਕੇ ਦੇਵਾਂਗੇ, ਫਿਰ ਉਹ ਸਾਨੂੰ ਕਹੂਗੇ, ਫਿਰ ਅਸੀਂ ਪੈਸਾ ਕੋਈ ਕਢਵਾਵਾਂਗੇ। ਜਦੋਂ ਤੁਸੀਂ ਘਰ ਹੁੰਦੇ ਆ, ਤੁਹਾਡੇ ਕੋਲ ਪਿੰਡ ਦੇ ਵਾਸੀ ਜਿਹੜੇ ਪਿੰਡ ਦੇ ਲੋਕ, ਲੇਡੀਜ਼ ਜੈਂਟਸ ਜਦੋਂ ਤੁਹਾਡੇ ਕੋਲ ਜਾਂਦੇ, ਕਿੱਦਾਂ ਦੀ ਮੰਗ ਰੱਖਦੇ ਹੁੰਦੇ ਆ? ਮੰਗਾਂ ਤਾਂ ਉਹਨਾਂ ਦੀਆਂ ਜਿਹੜੀਆਂ ਆਪਣੇ ਕੋਈ ਕਾਰਡਾਂ ਦੀਆਂ ਹੋ ਗਈਆਂ ਜਾਂ ਕੋਈ ਕਿਸੇ ਦੀ ਪੈਨਸ਼ਨ ਦੇ ਹੋ ਗਏ ਕਾਗਜ਼, ਬਸ ਇਹ ਹੀ ਆ, ਹੋਰ ਕੋਈ ਖਾਸ ਨਹੀਂ ਹੈਗੀਆਂ। ਹਾਂਜੀ, ਪਰ ਸਾਡੀਆਂ ਸਰਕਾਰ ਨੂੰ ਬਹੁਤ ਮੰਗਾਂ ਨੇ। ਸਾਡੀ ਇਹ ਆ ਵੀ ਮੰਗ ਸਾਡੇ ਪਿੰਡ ਨੂੰ ਗ੍ਰਾਂਟ ਦਿੱਤੀ ਜਾਵੇ, ਜੋ ਸਾਡੇ ਕੰਮ ਅਧੂਰੇ ਅਸੀਂ ਉਹ ਕਰਕੇ। ਤੇ ਗ੍ਰਾਂਟ ਸਾਨੂੰ ਅਜੇ ਤੱਕ ਪੌਣੇ 2 ਸਾਲ ਹੋ ਗਿਆ, ਸਾਨੂੰ ਇੱਕ ਵੀ ਪੈਸਾ ਸਰਕਾਰ ਵੱਲੋਂ ਨਹੀਂ ਆਇਆ। ਜੋ ਸੈਂਟਰ ਸਰਕਾਰ ਦਾ ਸਾਨੂੰ ਆਇਆ ਪੈਸਾ ਉਹੀ ਆਇਆ, ਤੇ ਮੌਜੂਦਾ ਸਰਕਾਰ ਦਾ ਸਾਨੂੰ ਕਾਂਗਰਸ ਵੱਲੋਂ ਕੁਝ ਨਹੀਂ ਆਇਆ। ਪਿਛਲੀ ਪੰਚਾਇਤ ਵੇਲੇ ਦਾ ਵੀ ਤੁਹਾਡੇ ਕੋਲ ਫੰਡ ਪਿਆ ਸੀਗਾ? ਪਿਛਲੀ ਪੰਚਾਇਤ ਦੇ ਤਾਂ ਨਹੀਂ ਸੀਗਾ, ਕੋਈ ਵੀ ਨਹੀਂ ਸੀਗਾ ਫੰਡ ਸਾਨੂੰ। ਪਿਛਲੀ ਸਰਕਾਰ ਨੇ, ਜੋ ਸੀ ਬਾਦਲ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਕਰੀਬਨ 80 ਲੱਖ ਰੁਪਈਆ ਸਾਡੇ ਪਿੰਡ ਨੂੰ ਗ੍ਰਾਂਟ ਦਿੱਤੀ ਆ, ਜਦ ਕਿ ਉਹਦੇ 'ਚੋਂ ਕੁਛ ਮੁੜ ਗਏ ਆ, ਕੁਛ ਪਤਾ ਨਹੀਂ ਕਿੱਦਾਂ ਵੀ ਮਤਲਬ ਕੰਮ ਵੀ ਨਹੀਂ ਕੀਤਾ ਹੈਗਾ, ਕੋਈ ਲੱਗਾ ਵੀ ਨਹੀਂ ਕਿਤੇ ਹੈਗਾ। ਤੇ ਕੋਈ ਸਮਝ ਨਹੀਂ ਲੱਗੀ ਜੀ ਉਹਨਾਂ ਨੇ ਕੀ ਕੀਤਾ ਕੀ ਨਹੀਂ। ਕੁਛ ਪੈਸੇ 40 ਲੱਖ ਰੁਪਈਆ ਕਹਿੰਦੇ ਵਾਪਸ ਹੋ ਗਿਆ, ਬਾਕੀ ਕੁਛ ਖਾ ਪੀ ਲਿਆ, ਕੁਛ 1-2 ਗਲੀਆਂ ਬਣਾਈਆਂ ਬਸ। ਹਾਂਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ। ਪੰਚ ਸਾਹਿਬਾਂ ਜਿਨ੍ਹਾਂ ਨੇ ਪੂਰਾ ਪਿੰਡ ਦੀ ਡਿਟੇਲ ਦੇ ਵਿੱਚ ਦੱਸਿਆ ਕਿ ਬਹੁਤ ਸਾਰੇ ਵਿਕਾਸ ਹੋਣ ਵਾਲੇ ਹੈਗੇ ਨੇ, ਪਰ ਇੱਥੋਂ ਕੁਝ ਸਰਕਾਰਾਂ ਵੱਲੋਂ ਫੰਡਸ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ। ਜਿਹੜੇ ਬਹੁਤ ਸਾਰੇ ਵਿਕਾਸ ਕਰਨ ਵਾਲੇ ਆ, ਉਹਦੇ ਲਈ ਮੋਟੀ ਰਕਮ ਦੀ ਲੋੜ, ਪਰ ਰਾਜਨੀਤਿਕ ਪ੍ਰਭਾਵ ਥੱਲੇ ਇਹ ਪਿੰਡ ਜਾਪਦਾ ਹੈ। ਪਰ ਪਿੰਡ ਦੇ ਵਿਕਾਸ ਦੇ ਵਾਸਤੇ ਰਾਜਨੀਤੀ ਤੋਂ ਉੱਤੇ ਉੱਠ ਕੇ, ਜਾਤਾਂ ਧਰਮਾਂ ਤੋਂ ਉੱਤੇ ਉੱਠ ਕੇ ਪਿੰਡ ਦੇ ਵਿਕਾਸ ਲਈ ਜਿਹੜੇ ਸਾਡੇ ਲੀਡਰ ਸਹਿਬਾਨ ਵੀ ਹੈਗੇ ਨੇ, ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਤਦ ਕਿ ਜਵਾਬਦੇਹ ਨੇ, ਪਿੰਡਾਂ ਤੋਂ ਵੋਟਾਂ ਲੈ ਕੇ ਉਹ ਬਣੇ ਨੇ, ਪਿੰਡਾਂ ਵਾਸਤੇ ਵਿਕਾਸ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ। ਇਸ ਪਿੰਡ ਸ਼ੇਖੂਪੁਰ ਦੇ ਵਿੱਚ ਬਹੁਤ ਸਾਰੇ ਲੋਕ ਅੱਛਾ ਪੜ੍ਹੇ ਲਿਖੇ ਨੇ, ਅੱਛੀ ਜੌਬ ਦੇ ਵਿੱਚੋਂ ਵੀ ਰਿਟਾਇਰਡ ਹੋਏ ਨੇ। ਮੇਰੇ ਨਾਲ ਨੇ ਇਸ ਵੇਲੇ ਖਾਸ ਮਹਿਮਾਨ। ਇਸ ਪਿੰਡ ਦੇ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਨੇ। ਤੁਸੀਂ ਕਿਸ ਜੌਬ ਤੋਂ ਰਿਟਾਇਰਡ ਹੋਏ? कंट्रोलर ऑफ एडमिनिस्ट्रेशन जी तो मैं रिटायर होके आया गवर्नमेंट ऑफ इंडिया जी। जम्मू मेरी पोस्टिंग थी लास्ट जी। हाँ जी, असें अपने घर दे 8-9 व्यक्ति हैं ਜਿਹੜੇ ਕਲਾਸ 1 ਅਫਸਰ हैं ਜੀ ਜੀ। ਅਸੀਂ ਕਦੀ ਪਿੰਡ ਵਿੱਚ ਚਰਚਾ ਵੀ ਨਹੀਂ ਕੀਤੀ ਇਸ ਗੱਲ ਦੀ। ਬੜੇ ਨਿੱਘੇ ਤਰੀਕੇ ਨਾਲ ਰਹਿਣਾ, ਨਾ ਕਿਸੇ ਨਾਲ ਝਗੜਾ ਨਾ ਰਗੜਾ, ਜਿੰਨਾ ਹੋ ਸਕਦਾ ਕਿਸੇ ਦੇ ਕੰਮ ਆ ਸਕਦੇ ਤਾਂ ਇਹ ਸਾਡਾ ਮੇਨ ਮੁੱਦਾ ਆ।
ਜਿਵੇਂ ਇਸ ਤੁਹਾਡੇ ਪਿੰਡ ਦੇ ਵਿੱਚ ਅਸੀਂ ਵਿਜ਼ਿਟ ਕੀਤਾ ਅੱਜ, ਇਹਦੇ ਵਿੱਚ ਕਾਫੀ ਦੇਖਿਆ ਕਿ ਵਿਕਾਸ ਹੋਇਆ ਵੀ ਆ, ਕੁਛ ਹੋਣ ਵਾਲਾ ਵੀ ਹੈਗਾ, ਹੋਣ ਵਾਲਾ ਵੀ ਹੈਗਾ। ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਲਈ? ਮੈਨੂੰ ਬੜੀ ਤਸੱਲੀ ਆ। ਇਸ ਵੇਲੇ ਪੰਚਾਇਤ ਜਿਹੜੀ ਚੱਲ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਔਰ ਕੋਈ ਵਿਤਕਰਾ ਵੀ ਨਹੀਂ ਕਰ ਰਹੇ। ਹਾਲਾਂਕਿ ਰਿਜ਼ਰਵ ਸੀਟ ਤੇ ਆਏ, ਇੱਥੇ ਰਿਜ਼ਰਵ ਹੈ, ਪਰ ਉਹਦਾ ਮੇਨ ਤਾਂ ਮੁੱਦਾ ਹੁੰਦਾ ਸੀ ਆਪਣੇ ਏਰੀਏ ਦੀ ਡਿਵੈਲਪਮੈਂਟ ਕਰੀਏ, ਜਿਹੜੀ ਆਮ ਲੋਕਾਂ ਦੀ ਸ਼ਿਕਵਾ ਵੀ ਸਵਰਨ ਲੋਕ ਜਿਹੜੇ ਕਰਦੇ ਨਹੀਂ, ਇਗਨੋਰ ਕਰ ਰਹੇ ਆ, ਪਰ ਐਸਾ ਕੁਝ ਨਹੀਂ ਹੈ। ਐਨ ਪਿੰਡ ਦੇ ਵਿੱਚ ਵੀ ਡਿਵੈਲਪਮੈਂਟ ਹੋ ਰਹੀ ਹੈ, ਇੱਧਰ ਵੀ ਹੋ ਰਹੀ, ਇੱਧਰ ਜਿਹੜੀ ਰਹਿੰਦੀ ਹੈ ਜਿੱਦਾਂ ਬੀਬੀਆਂ ਵੀ ਕਿਹਾ ਵੀ ਚੌਂਤਾ ਹੋ ਜਾਏ ਸਾਡਾ ਬੈਠਣ ਨੂੰ, ਇਹ ਵਧੀਆ ਹੋ ਜਾਏ, ਜਾਂ ਗਲੀਆਂ ਜਿਹੜੀਆਂ ਕੁਛ ਰਹਿੰਦੀਆਂ ਆ, ਕੁਛ ਇੱਕ ਤੋਂ ਬਣ ਗਈਆਂ, ਕੁਛ ਗਲੀਆਂ ਛੋਟੀਆਂ ਰਹਿੰਦੀਆਂ, ਉਹਨਾਂ ਲਈ ਵੀ ਪੈਸਾ ਚਾਹੀਦਾ। ਯਾਨੀ ਜੇ 15-20 ਲੱਖ ਰੁਪਏ ਦੀ ਕੋਈ ਗੁੰਜਾਇਸ਼ ਹੋ ਜਾਏ ਤਾਂ ਸਾਡਾ ਕਾਫੀ ਕੰਮ ਹੋ ਸਕਦਾ। ਕਿਹੜਾ ਕੰਮ ਮੇਨ ਹੋਣ ਵਾਲਾ ਇਸ ਮੇਨ ਹੈ ਡਰਟੀ ਵਾਟਰ ਜਿਹੜਾ ਆ ਇਹਦਾ ਨਿਕਾਸ, ਔਰ ਇਹ ਪਿੰਡ ਵਿੱਚ ਰਹੇ ਨਾ। ਛੱਪੜ ਦੇ ਰਿਹਾ ਤੇ ਪਿੰਡ ਦੀ ਲੈਟਰਿਨ ਥੋੜ੍ਹਾ ਬਣਾ ਲੈਣੀ ਅਸੀਂ ਆਪਣੇ, ਇੱਧਰ ਵੀ ਤਾਂ ਇੱਧਰ ਵੀ। ਉਸ ਵੇਲੇ ਪਤਾ ਨਹੀਂ ਕਿੱਦਾਂ ਹੋ ਗਿਆ, ਕਿੱਦਾਂ ਨਹੀਂ ਢਾਲ ਸਾਰਾ ਪਿੰਡ। ਉਹ ਪਰਲੇ ਪਾਸੇ ਬੜਾ ਵਿਹੜਾ, ਉੱਧਰ ਇੱਕ ਛੱਪੜ ਹੈ, ਉਹ 'ਚ ਕੋਈ ਗੰਦ ਨਹੀਂ, ਕੁਛ ਨਹੀਂ, ਵਧੀਆ ਆ। ਬਾਕੀ ਇਹ ਦੋਏ ਛੱਪੜ ਹੈ, ਦੋਨੋਂ ਮੁਸੀਬਤ ਹੈ। ਮੁਸੀਬਤ ਵੀ ਇੰਨੀ ਆ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਹੁਣ ਚਲੋ ਤੁਸੀਂ, ਮੈਂ ਬਾਲਟੀ ਪਾਣੀ ਦੀ ਭਰ ਕੇ ਤੁਹਾਨੂੰ ਦਿਖਾ ਦਿੰਦਾ ਕਿੰਨੀਆਂ ਖਤਰਨਾਕ ਉਹਦੇ ਵਿੱਚ ਜੀਵ ਜੰਤੂ ਆ, ਐਡੀਆਂ ਸੁੰਡੀਆਂ, ਬੁਰੇ ਹਾਲ। ਆਫਟਰ ਆਲ ਇਨਸਾਨਾਂ ਨੇ ਰਹਿਣਾ ਉੱਥੇ, ਉਹਨੂੰ ਕੋਈ ਦੇਖੇਗਾ ਨਹੀਂ, ਕੋਈ ਉਹਦਾ ਹੈ ਹੀ ਨਹੀਂ ਸੁਣਨ ਵਾਲਾ। ਹੁਣ ਉਹਦੇ ਉੱਤੇ ਆਲਾ ਦੁਆਲਾ ਕੋਈ ਵੀ ਆਦਮੀ, ਬੱਚਾ ਹੀ ਸ਼ਰਾਰਤ ਕਰ ਦੇਵੇ ਕਿਸੇ ਬੱਚੇ ਨਾਲ, ਉਹ ਵਿੱਚ ਪਏਗਾ, ਨਿਕਲੇਗਾ ਹੀ ਨਹੀਂ। ਨਾ ਉਹਦੀ ਆਲੇ ਦੁਆਲੇ ਤਾਰ ਲੱਗੀ ਆ, ਕੋਈ ਹੋਰ ਪ੍ਰੋਟੈਕਸ਼ਨ ਹੈ, ਉਹ ਵੀ ਨਹੀਂ ਹੈ। ਅਸੀਂ ਚਾਹੁੰਦੇ ਹਾਂ ਦੋਨਾਂ ਪਾਸੇ ਪੰਪ ਲੱਗ ਜਾਏ ਔਰ ਸਾਰਾ ਪਾਣੀ ਆਊਟ ਹੋਵੇ, ਔਰ ਉੱਧਰ ਸਾਡੀ ਆਪਣੀ 4 ਕਨਾਲ ਜ਼ਮੀਨ ਅਸੀਂ ਦਿੱਤੀ ਜਾ, ਜਿਹਦੇ ਵਿੱਚ ਪਾਣੀ ਜਮ੍ਹਾਂ ਹੋ ਰਿਹਾ। ਇਹ ਸਾਡਾ ਮੇਨ ਗੱਲ ਹੈ ਕਿ ਦੋਨੋਂ ਛੱਪੜ ਤੋਂ ਚੱਲਦੇ। ਇਹਨਾਂ ਨਾਲ ਮੈਂ ਬਹੁਤ ਵਾਰ ਗੱਲ ਕੀਤੀ ਆ ਕਿ ਮੇਰੀ ਤਮੰਨਾ ਆ ਕਿ ਇਹ ਛੱਪੜ ਖਤਮ ਹੋ ਜਾਣ। ਜਿਹੜੇ ਛੱਪੜ ਦੇ ਕੰਢੇ ਲੋਕ ਰਹਿੰਦੇ ਆ, ਤੁਸੀਂ ਮੈਡੀਕਲ ਕਰਾ ਕੇ ਦੇਖੋ ਕਿੰਨੇ %, 15% ਤੱਕ ਪਾਓਗੇ ਬ੍ਰੇਨ ਖਰਾਬ ਹੋ ਗਿਆ ਉਹਨਾਂ। ਹਾਂ, ਜਿਹੜੇ ਛੱਪੜ ਦੇ ਨੇੜੇ ਘਰ, ਜਿਹੜੇ ਨਾਲ ਆਲੇ ਦੁਆਲੇ ਘਰ ਹੈ, ਉੱਥੇ ਇਹ ਅਸਰ ਹੋ ਰਿਹਾ, ਇਹ ਅਸਰ ਹੋ ਰਿਹਾ। ਤੇ ਇੱਥੇ ਇਹ ਵੀ ਜਾਣਕਾਰੀ ਮਿਲੀ ਆ ਕਿ 8ਵੀਂ ਤੋਂ ਵੱਧ ਸਕੂਲ ਨਹੀਂ ਹੈਗਾ, ਉਹਦੇ ਲਈ ਕਦੀ ਡਿਮਾਂਡ ਕੀਤੀ ਤੁਸੀਂ? ਨਹੀਂ, 8ਵੀਂ ਹੀ ਨਹੀਂ ਚੱਲਦੀ, 8ਵੀਂ ਲਈ ਸਟੂਡੈਂਟ ਨਹੀਂ ਹੈ। ਪ੍ਰਾਇਮਰੀ ਦੇ ਸਕੂਲਾਂ ਦੇ ਵਿੱਚ ਕਿਸੇ 'ਚ 5 ਬੱਚੇ, ਕਲਾਸ 'ਚ ਕਿਸੇ 'ਚ 8 ਹੈ, ਉਹ ਬੰਦ ਕਰਨ ਨੂੰ ਫਿਰਦੇ ਆ। ਗੌਰਮੈਂਟ ਜਿਹੜੀ ਹੈ ਉਹ ਬੰਦ ਕਰਨ ਨੂੰ ਫਿਰਦੀ ਆ, ਕਿਉਂਕਿ ਸਾਰੇ ਬੱਚੇ ਜਿਹਦੇ ਵੀ ਥੋੜ੍ਹੀ ਹਿੰਮਤ ਹੈ, ਉਹ ਝਿੰਗੜੀ ਸਾਡੇ ਪਿੰਡ ਦਾ ਘੱਟੋ ਘੱਟ ਪ੍ਰਾਈਵੇਟ ਸਕੂਲਾਂ ਜਾਣ ਲੱਗ ਪਏ। 100 ਬੱਚਾ ਜਾ ਰਿਹਾ, 100। ਮੈਂ ਤਾਂ ਸਰਵੇ ਕੀਤਾ ਨਾ, ਸਾਡੇ ਵਿੱਚ ਇੱਕ ਲੜਕੀਆਂ ਸਿਰਫ ਪੜ੍ਹ ਰਹੀਆਂ, ਜਿਹੜੀਆਂ ਲੜਕੇ ਤਾਂ ਪੜ੍ਹਦੇ ਹੀ ਨਹੀਂ। ਉਹ ਵੀ ਸਾਡੇ ਘਰ ਆਉਂਦੇ ਆ ਪੜ੍ਹਨ, ਤਾਂ ਕਿਤੇ ਚੱਲ ਰਹੇ ਆ। ਸਰ ਜੀ, ਇੱਕ ਖਾਸ ਜਿਹੜੇ ਦੇਖਣ ਦੇ ਵਿੱਚ ਆਈ ਆਪਣੇ ਦੇਸ਼ ਭਾਰਤ ਦੇ ਵਿੱਚ, ਪੰਚ ਤੋਂ ਲੈ ਕੇ ਵੱਡੇ ਅਹੁਦਿਆਂ ਤੱਕ MLA MP ਸਾਹਿਬਾਨ ਵੀ, ਉਹਨਾਂ ਦੇ ਵਿੱਚ ਰਿਟਾਇਰਡ ਪਰਸਨ ਨਹੀਂ ਆਉਂਦੇ। ਰਾਜਨੀਤੀ ਪੜ੍ਹੇ ਲਿਖੇ ਲੋਕਾਂ ਦੇ ਸਿਰ ਤੇ ਹੋਣੀ ਚਾਹੀਦੀ ਸੀ, ਪਰ ਉਹ ਨਹੀਂ ਹੋ ਰਿਹਾ, ਦੇਖਣ ਦੇ ਵਿੱਚ ਆ ਰਿਹਾ। ਜਿਹੜੇ ਜਦੋਂ ਤੱਕ ਜੌਬ ਕਰਦੇ ਉਹਨਾਂ ਦੀ ਸਮੱਸਿਆ ਹੁੰਦੀ ਹੈ ਕਿ ਰਾਜਨੀਤੀ ਦੇ ਵਿੱਚ ਨਹੀਂ ਜਾਣਾ, ਪਰ ਜਦੋਂ ਉਹ ਰਿਟਾਇਰ ਹੋ ਜਾਂਦੇ ਆ, ਉਹ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਆਉਂਦੇ? ਉਹ ਸਮਾਜ ਦੀ ਜਾਂ ਪਿੰਡ ਦੀ ਜਾਂ ਇਲਾਕੇ ਦੀ ਸੇਵਾ ਕਰਨ ਲਈ ਅੱਗੇ ਕਿਉਂ ਨਹੀਂ ਆਉਂਦੇ? ਉਹ ਇਸ ਕਰਕੇ ਕਿ ਇਹ ਜਿਹੜਾ ਪੋਲੀਟਿਕਸ ਹੈ ਨਾ, ਬੁਰਾ ਨਾ ਮਨਾਣਾ, ਇਹ ਗੰਦ ਦਾ ਟੋਕਰਾ ਆ। ਝੂਠ ਬੋਲਣਾ, ਹੇਰਾ ਫੇਰੀਆਂ ਕਰਨੀਆਂ, ਇੱਧਰੋਂ ਮਾਰ, ਇਹ ਆ। ਇਮਾਨਦਾਰ ਦੇ ਵਿੱਚ ਹੈ ਕੁਛ ਨਹੀਂ। ਉਹ ਬਾਬੂ ਜੀ, ਇਹ ਗੱਲ ਇਸੇ ਕਰਕੇ ਮੈਂ ਕੀਤੀ ਆ ਕਿਉਂਕਿ ਬਹੁਤੇ ਐਜੂਕੇਟਿਡ ਪਰਸਨ ਸਾਰੇ ਨਹੀਂ ਹੈਗੇ, ਬਹੁਤੇ ਪੜ੍ਹੇ ਲਿਖੇ ਵੀ ਹੈਗੇ, ਪਰ ਜ਼ਿਆਦਾ ਘੱਟ ਪੜ੍ਹੇ ਲਿਖੇ ਹੀ ਅੱਗੇ ਆਏ। ਉਹਨਾਂ ਦੀ ਜਾਂ ਮਜਬੂਰੀ ਸਮਝ ਲਈਏ, ਖਾਸ ਕਰਕੇ ਅਸੀਂ ਦੇਖਣ ਦੇ ਵਿੱਚ ਜਦੋਂ ਬਲਾਕ ਸੰਮਤੀ ਮੈਂਬਰੀ ਇੱਕ ਖੜਾ ਕਰਨਾ ਹੁੰਦਾ ਤੇ ਉਦੋਂ ਲੱਭ ਕੇ ਸਾਰੀਆਂ ਪਾਰਟੀਆਂ ਰਹਿ ਜਾਂਦੀਆਂ ਵੀ ਕੋਈ ਵੀ ਪੜ੍ਹਿਆ ਲਿਖਿਆ ਜਾਂ ਰਿਟਾਇਰਡ ਪਰਸਨ ਅੱਗੇ ਨਹੀਂ ਆਉਂਦਾ। ਇੱਥੋਂ ਸ਼ੁਰੂ ਹੁੰਦੀ ਆ ਗੱਲ, ਉੱਪਰ ਤੱਕ ਗੱਲ ਖਤਮ ਹੁੰਦੀ। ਇੱਕ ਮਿੰਟ ਜੀ ਬਾਬੂ ਜੀ, ਉੱਪਰ ਤੱਕ ਜਾਣੀ ਚਾਹੀਦੀ ਸੀ, ਪਰ ਉਹ ਰਿਟਾਇਰਡ ਪਰਸਨ ਜਿਹੜੇ ਆ ਉਹ ਰਾਜਨੀਤੀ ਦੇ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣ ਦੇ ਵਿੱਚ ਅੱਗੇ ਕਿਉਂ ਨਹੀਂ ਆ ਰਹੇ? ਕੀ ਲੱਗਦਾ ਤੁਹਾਨੂੰ? ਇਹਦਾ ਬੇਸ ਇਹ ਹੈ ਕਿ ਸੋਲਿਡ ਐਗਜ਼ਾਮਪਲ ਹੈ ਦਰਬਾਰਾ ਸਿੰਘ ਗੁਰੂ, IAS ਅਫੀਸਰ ਲੱਗਾ ਆ। ਉਹਨੂੰ ਬਾਦਲ ਸਾਹਿਬ ਨੇ ਕਿਹਾ ਤੂੰ ਇਹ ਛੱਡ ਦੇ, ਤੈਨੂੰ ਮਿਨਿਸਟਰ ਬਣਾਵਾਂਗੇ। ਉਹਦੇ ਮੁਤਾਬਕ ਸਦੀਕ ਜਿਹੜਾ ਹੈ, ਮੁਹੰਮਦ ਸਦੀਕ ਸਿੰਗਰ, ਉਹ ਖੜ ਗਿਆ ਔਰ ਉਹ ਜਿੱਤ ਗਿਆ। ਉਹ IAS ਅਫੀਸਰ ਹਾਰ ਗਿਆ। ਇਹ ਨੌਬਤ ਹੈ। ਨਹੀਂ, ਉਹ ਗੱਲ ਤੁਹਾਡੀ ਸਹੀ ਹੈ ਕਿ ਲੋਕ ਉੱਦਾਂ ਦੇ, ਪਰ ਲੋਕ ਤਿਆਰ ਤਾਂ ਕਰਨੇ ਪੈਣਗੇ ਨਾ। ਨਹੀਂ, ਲੋਕ ਤਿਆਰ ਕਰਨਾ ਬੜਾ ਮੁਸ਼ਕਿਲ ਹੈ। ਲੋਕਾਂ ਨੂੰ ਕਿੰਨੀ ਕੁ ਕਰੋਗੇ ਤੁਸੀਂ? ਇੱਥੇ ਹੀ ਪਹਿਲਾਂ ਦੇਖ ਲਓ, ਤੁਸੀਂ ਇੱਥੇ ਹੀ
ਇੱਥੇ ਹੀ ਦੇਖ ਲਓ ਕਿ ਲੋਕ ਕਿਸ ਕਿਸਮ ਦੇ ਲੋਕਾਂ ਨੂੰ ਪਸੰਦ ਕਰਦੇ ਆ। ਇਹ ਚੀਜ਼ ਹੈ। ਇਸ ਕਰਕੇ ਜਿਵੇਂ ਬਜ਼ੁਰਗੋ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਪਿੰਡਾਂ ਦੇ ਘੱਟ ਪੜ੍ਹੇ ਲਿਖੇ ਸੀਗੇ, ਹੁਣ ਤਾਂ ਹਰ ਇੱਕ ਬੱਚਾ ਜਿਹੜਾ ਉਹ ਪੜ੍ਹਿਆ ਲਿਖਿਆ ਹੈਗਾ, ਉਹ ਹਰ ਗੱਲ ਨੂੰ ਸਮਝਦਾ ਵੀ ਹੈਗਾ। ਉਹ ਬੱਚੇ ਵੀ ਚਾਹੁੰਦੇ ਨੇ ਕਿ ਜਿਹੜੇ ਅੱਛੇ ਕੁਆਲਿਟੀ, ਅੱਛੇ ਪੜ੍ਹੇ ਲਿਖੇ ਰਿਟਾਇਰਡ ਪਰਸਨ ਜਿਹੜੇ ਹੈਗੇ ਆ, ਉਹ ਅੱਗੇ ਆਉਣ ਤੇ ਹੋਰ ਵੀ ਵਧੀਆ ਤਰੀਕੇ ਦੇ ਨਾਲ ਦੇਸ਼ ਦੀ ਬਾਗਡੋਰ ਜਿਹੜੀ ਆ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਾਵੇ ਤਾਂ ਦੇਸ਼ ਤਰੱਕੀ ਕਰ ਸਕਦਾ। ਦੇਸ਼ ਦੇ ਵਿੱਚ ਇਹ ਅੱਜ ਜਿਹੜਾ ਐਜੂਕੇਸ਼ਨ ਦਾ ਜਿਹੜਾ ਭੱਠਾ ਬੈਠਾ, ਸਰਕਾਰੀ ਅਦਾਰੇ ਜਿਹੜੇ ਖਤਮ ਹੋਣ ਦੇ ਕੰਢੇ ਨੇ, ਜਾਂ ਹੋਰ ਵੀ ਜਿਹੜੀ ਡਿਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ। ਉਹ ਰਿਟਾਇਰਡ ਪਰਸਨ ਜਾਂ ਪੜ੍ਹੇ ਲਿਖੇ ਪਰਸਨ ਜਿਹੜੇ ਆ ਉਹਨੂੰ ਅੱਗੇ ਆਉਣ ਦੀ ਲੋੜ ਹੈਗੀ ਆ। ਬਿਲਕੁਲ ਹੋਣੀ ਚਾਹੀਦੀ ਆ, ਪਰ ਕਿਉਂਕਿ ਉਹਨਾਂ ਨੂੰ ਆਪਣੀ ਪੈਨਸ਼ਨ ਮਿਲਦੀ ਹੈ, ਇਸ ਕਰਕੇ ਉਹਨਾਂ ਨੂੰ ਪੈਸੇ ਦੀ ਤਾਂ ਲੋੜ ਨਹੀਂ ਹੁੰਦੀ, ਕੋਈ ਉਹਨਾਂ ਦੇ ਇੱਧਰ ਉੱਧਰੋਂ ਕੰਮ ਕਰਨਾ ਨਹੀਂ ਹੁੰਦਾ। ਇਸ ਕਰਕੇ ਉਹਨਾਂ ਦੀ ਟੈਂਡੈਂਸੀ ਜਿਹੜੀ ਆ ਅਮਨ ਸ਼ਾਂਤੀ ਨਾਲ ਰਹਿਣ ਦੀ ਆ ਕਿ ਰੋਟੀ ਪਾਣੀ ਤਾਂ ਮਿਲਦਾ ਹੀ ਆ, ਅਤੇ ਬਾਕੀ ਅਸੀਂ ਕਾਹਲੇ 'ਚ ਮੇਲਿਆਂ 'ਚ ਪੈਣਾ। ਔਰ ਇੱਥੇ ਜਿਹੜਾ ਆ ਕੋਈ ਵੀ ਆਦਮੀ ਕਰੇਗਾ ਉਹਦੇ ਨਾਲ ਉਹ ਸਹੀ ਤਰੀਕੇ ਨਾਲ ਨਹੀਂ ਉਹਨੂੰ ਮੰਨਦੇ। ਇੱਦਾਂ ਲੱਗਦਾ ਕਿ ਜਿਵੇਂ ਜਿਹੜੇ ਰਿਟਾਇਰਡ ਪਰਸਨ ਹੈ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਹੁੰਦਾ ਪੈਨਸ਼ਨ ਦੇ ਨਾਲ, ਉਹਨਾਂ ਨੂੰ ਕ੍ਰਾਈਮ ਕਰਨ ਦੀ ਵੀ ਲੋੜ ਨਹੀਂ ਹੈ ਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਵੀ ਚਲਾਉਣਾ ਹੁੰਦਾ। ਪਰ ਜੇ ਅੱਜ ਦੇਸ਼ ਦੇ ਰਿਟਾਇਰਡ ਪਰਸਨ ਜੇ ਦੇਸ਼ ਦੀ ਵਾਗਡੋਰ ਰਾਜਨੀਤੀ ਦੇ ਵਿੱਚ ਅੱਗੇ ਆ ਕੇ ਜੇ ਸਾਂਭਣ ਤੇ ਨਤੀਜੇ ਚੰਗੇ ਨਹੀਂ ਆ ਸਕਦੇ। ਡੈਫੀਨੇਟਲੀ ਆ ਸਕਦੇ ਆ, ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਆ ਔਰ ਉਹਨਾਂ ਦੇ ਕੋਲ ਸੂਝ-ਬੂਝ ਹੁੰਦੀ ਆ ਔਰ ਉਹਨਾਂ ਨੂੰ ਰਿਸ਼ਵਤ ਦੀ ਵੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਖਾਂਦੇ ਪੀਂਦੇ ਹੁੰਦੇ ਆ, ਘਰਾਂ 'ਚ ਉਹਨਾਂ ਦੇ ਆਪਣੀ ਗੁੰਜਾਇਸ਼ ਹੁੰਦੀ ਆ। ਇਹ ਤਾਂ ਬਹੁਤ ਵਧੀਆ ਗੱਲ ਹੈ ਜੇ ਉਹਨਾਂ ਨੂੰ ਚਾਂਸ ਦਿੱਤਾ ਜਾਵੇ, ਪਰ ਪੋਲੀਟਿਕਸ ਵਿੱਚ ਇਹ ਚੀਜ਼ ਚੱਲਦੀ ਨਹੀਂ। ਹੁਣ ਇੱਕ ਪੰਚ ਨੇ ਬਣਨਾ, ਉਹ ਅਗਰ ਜਾਂ ਕੋਈ ਸਰਪੰਚ ਨੇ ਬਣਨਾ, ਉਹਨੂੰ ਕੋਈ ਸ਼ਰਾਬ ਤੋਂ ਬਗੈਰ ਕੰਮ ਨਹੀਂ ਚੱਲਣਾ। ਘਰ ਘਰ ਉਹਦੇ ਪੇਟੀਆਂ ਹੋਣੀਆਂ ਚਾਹੀਦੀਆਂ, ਉਹਦੇ ਬੇਸ 'ਤੇ ਹੀ ਉਹਨਾਂ ਨੇ ਵੋਟ ਦੇਣੀ ਆ। ਦੂਜਾ ਹੋਵੇ ਤਾਂ ਦੇਣੀ ਨਹੀਂ, ਉਹਨੂੰ ਵੋਟ ਹੀ ਨਹੀਂ ਦੇਣੀ। ਹੁਣ ਜੇ ਕੋਈ ਕਹੇ ਵੀ ਮੈਂ ਵੀ ਇਹ ਕੰਮ ਨਹੀਂ ਕਰਨਾ, ਉਹਨੂੰ ਕਹਿੰਦੇ ਨਾ ਕਰ, ਉਹਨੂੰ ਕੋਈ ਵੀ ਨਹੀਂ ਵੋਟ ਪਾਏਗਾ। ਪਰ ਇਹ ਸਿਸਟਮ ਨੂੰ ਬਦਲਣ ਦੇ ਵਾਸਤੇ ਪੜ੍ਹੇ ਲਿਖੇ ਵਰਗ ਨੂੰ ਅੱਗੇ ਆਉਣਾ ਤਾਂ ਪਏਗਾ। ਡੈਫੀਨੇਟਲੀ ਆਉਣਾ। ਉਹ ਹੋਰ ਵੀ ਤਰੀਕੇ ਨਾਲ ਆ ਸਕਦਾ, ਜ਼ਰੂਰੀ ਨਹੀਂ ਕਿ ਉਹਨੇ ਪੰਚ ਸਰਪੰਚ ਬਣ ਕੇ ਆਉਣਾ। ਜਿਹਨ ਪਿੰਡ ਦੀ ਬੈਟਰਮੈਂਟ ਲਈ, ਭਲਾਈ ਲਈ ਕੋਈ ਕੰਮ ਕਰਨਾ ਆ, ਉਹ ਆਪਣੇ ਆਪ ਵੀ ਲੈਵਲ 'ਤੇ ਕਰ ਸਕਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਹੋਰ ਬਹੁਤ ਸਾਧਨ ਹੈਗੇ ਨੇ, ਹੋਰ ਕੀਤਾ ਜਾ ਸਕਦਾ। ਬਹੁਤ ਤਰੀਕੇ ਆ ਲੋਕਾਂ ਨੂੰ ਗਾਈਡ ਕਰਨ ਦੇ, ਬੈਠ ਕੇ ਦੱਸਣ ਦੇ ਬੜੇ ਤਰੀਕੇ ਆ। ਪਰ ਬਹੁਤੀ ਬਾਗਡੋਰ ਜਿਹੜੀ ਆ ਉਹ ਰਾਜਨੀਤੀ ਜਾਂ ਉਹ ਸਰਕਾਰ ਦੇ ਹੱਥ ਵਿੱਚ ਹੁੰਦੀ। ਸਰਕਾਰ ਨੇ ਮੁਲਕ ਨੂੰ ਕਿੱਧਰ ਨੂੰ ਲੈ ਕੇ ਜਾਣਾ, ਉੱਥੇ ਇਹ ਦੇਖਣ ਦੇ ਵਿੱਚ ਆ ਰਿਹਾ। ਜਿਵੇਂ MLA MP ਸਾਹਿਬਾਨ ਵੀ ਜਿਹੜੇ ਦੇਖਣ ਦੇ ਵਿੱਚ ਆਉਂਦਾ ਹੈਗਾ, ਉਹ ਲੋਕਾਂ ਨੂੰ ਅਵੇਅਰ ਨਹੀਂ ਕਰਦੇ, ਜਾਗਰੂਕ ਨਹੀਂ ਕਰਦੇ। ਉੱਥੇ ਕਿ ਸਮਾਜ ਇਹਦੇ ਮੁਤਾਬਕ ਜਿਹੜਾ ਦੇਸ਼ ਹੈ ਉਹ ਪਿਛਾਂਹ ਨੂੰ ਜਾ ਰਿਹਾ। ਹੁਣ ਸਾਡੇ ਜਿਹੜਾ ਇਸ ਏਰੀਏ ਦੇ MP ਆ ਤਿਵਾੜੀ ਸਾਹਿਬ, ਉਹ ਇੱਕ ਵਾਰ ਆ ਕੇ ਮੁੜ ਕੇ ਆਏ ਨਹੀਂ, ਕਿਸੇ ਨੂੰ ਮਿਲੇ ਵੀ ਨਹੀਂ, ਪਤਾ ਵੀ ਨਹੀਂ ਕਿੱਥੇ ਰਹਿੰਦੇ ਆ। ਵੋਟ ਉਹਨੂੰ ਪਾਤੇ, ਉਹਨੂੰ ਜਿੱਤ ਗਿਆ, ਗੱਲ ਖਤਮ। ਜੇ ਕੋਈ ਹੋਰ ਹੋ ਗਿਆ, ਉਹ ਵੀ ਆਪਣੇ ਲੈਵਲ 'ਤੇ ਰਹਿੰਦੇ ਆ। ਪਿੰਡ ਵਿੱਚ ਕੋਈ ਬੰਦਾ ਨਹੀਂ ਹੈ ਜਿਹੜਾ ਪਿੰਡ ਵਿੱਚ ਆ ਕੇ ਖਬਰਸਾਰ ਲਵੇ ਕਿ ਬਈ ਤੁਹਾਨੂੰ ਕੋਈ ਲੋੜ ਪੂਰੀ ਹੋਈ ਜਾਂ ਨਹੀਂ ਹੋਈ। 10% ਹੀ ਪੂਰੀ ਕਰੀਏ, 5% ਹੀ ਪੂਰੀ ਕਰੀਏ ਤਾਂ ਸਹੀ, ਕੋਈ ਵੀ ਨਹੀਂ। ਇਸ ਕਰਕੇ ਟੈਂਡੈਂਸੀ ਨਹੀਂ ਹੈ, ਕਿਉਂਕਿ ਜਿਹੜੀ ਕੈਲਸ ਹੈ ਗੌਰਮੈਂਟ ਜਿਹੜੀ ਆ, ਉਹ ਇਸ ਦੇ ਪ੍ਰਤੀ ਕੈਲਸ ਹੈ। ਪਿੰਡਾਂ ਦੇ ਲੋਕ ਹੈ, ਕਿਸੇ ਨੂੰ ਤਾਂ ਬੋਲਣਾ ਨਹੀਂ, ਅੱਗੇ ਆਉਣਾ ਨਹੀਂ, ਰੌਲੀ ਪਾਣੀ ਨਹੀਂ, ਗੱਲ ਖਤਮ। ਬਗੈਰ ਰੌਲੀ ਪਾਈ ਤੇ ਕੰਮ ਨਹੀਂ ਬਣਨਾ। ਪਲੇਟ ਵਿੱਚ ਰੱਖ ਕੇ ਕਿਨੇ ਹੱਕ ਨਹੀਂ ਸਾਨੂੰ ਦੇਣੇ, ਸਾਨੂੰ ਲੈਣੇ ਪੈਣੇ ਆ। ਜਿਹੜੇ ਹੱਕ ਹੈ ਸਾਨੂੰ ਲੈਣੇ ਪੈਣੇ ਆ, ਚਾਹੇ ਲਾਠੀ ਸੋਟਾ ਹੋ ਕੇ ਲਈਏ, ਚਾਹੇ ਕਾਨੂੰਨ ਦੇ ਦਾਇਰੇ 'ਚ ਆ ਕੇ ਲਈਏ। ਉਹ ਐਦਾਂ ਨਹੀਂ ਸਾਨੂੰ ਕਦੀ ਵੀ ਮਿਲਣੇ, ਨਾ ਤੱਕ ਮਿਲੇ ਆ। ਸਦੀਆਂ ਤੋਂ ਸਾਡੇ ਲੋਕ ਬੈਠੇ ਆ, ਇਹਨਾਂ ਨੇ ਕੋਈ ਪਾਪ ਕੀਤਾ ਸਾ? ਇਹਨਾਂ ਨੂੰ ਨਾ ਕੋਈ ਜ਼ਮੀਨ, ਨਾ ਕੋਈ ਕਾਰਖਾਨਾ, ਨਾ ਕੋਈ ਇਹਨਾਂ ਦੇ ਆਮਦਨ ਦੇ ਸਾਧਨ ਕੋਈ ਨਹੀਂ ਬਣਾਏ। ਹੁਣ ਵੀ ਤੁਸੀਂ ਲੈ ਲਓ, ਜਾਤ ਦਾ ਨਾਂ ਲੈਂਦੇ ਉਹਦੀ ਸ਼ਾਨ ਖਤਮ ਕਰ ਦਿੰਦੇ ਆ। ਕਿੰਨਾ ਦੁੱਖ ਹੈ। ਕੋਈ ਗੌਰਮੈਂਟ ਨੇ ਉਪਾਅ ਕੀਤਾ ਕਿ ਵੀ ਸਾਰੇ ਇਕੱਠੇ ਹੋ ਕੇ ਇੱਕ ਮੁਆਫੀਨਾਮਾ ਮੰਗੀਏ ਕਿ ਸਾਡੇ ਬਜ਼ੁਰਗਾਂ ਜੋ ਤੁਹਾਡੇ ਨਾਲ ਕੀਤਾ, ਬਹੁਤ ਜ਼ਿਆਦਤੀ ਕੀਤੀ ਆ, ਅਸੀਂ ਮਾਫੀ ਚਾਹੁੰਦੇ ਇਸ ਗੱਲ ਦੀ। ਕਿਸੇ ਨੇ ਕੀਤੀ ਜ਼ਰੂਰਤ? ਕੋਈ ਨਹੀਂ ਕਰ ਰਿਹਾ। ਹੁਣ ਔਰਤਾਂ ਨੂੰ ਤਾਂ ਪੈਰ ਦੀ ਜੁੱਤੀ ਸਮਝਦੇ ਸੀ, ਹੁਣ ਕਿੱਦਾਂ DC ਲੱਗੀਆਂ, ਕੰਟਰੋਲਰ ਲੱਗੀਆਂ, ਪੁਲਿਸ ਅਫਸਰ ਲੱਗੀਆਂ। ਹੁਣ ਉਹਨੂੰ ਅਕਲ ਅੱਜ ਹੀ ਆਣੀ ਆ, ਉਹ ਪਹਿਲਾਂ ਵੀ ਸੀ। ਵਿਤਕਰਾ ਆ, ਜਿਹੜਾ ਵਿਤਕਰਾ ਇਹ ਮਾੜੀ ਗੱਲ ਹੈ। ਇਹ ਸਮਾਜ ਦੀ ਬਦਕਿਸਮਤੀ ਆ ਕਿ ਜਿਹੜਾ ਕੁਆਲਿਟੀ ਹੁੰਦੇ ਆ ਵੀ ਉਹਨੂੰ ਕਹਿਣਾ ਨਹੀਂ, ਇਹ ਗੱਲ ਨਹੀਂ। ਬਾਬੂ ਜੀ, ਜਿਵੇਂ ਜਿਸ ਸਮਾਜ ਦੀ ਤੁਸੀਂ ਗੱਲ ਕੀਤੀ, ਬੜਾ ਦੁੱਖ ਦੀ ਗੱਲ ਕੀਤੀ ਹੈਗੀ ਆ, ਇਸ ਸਮਾਜ ਦੀ ਕਾਇਆ ਕਲਪ ਪਲਟਣ ਦੇ ਵਾਸਤੇ
ਬਹੁਤ ਸਾਰੇ ਰਹਿਬਰਾਂ ਨੇ ਕੰਮ ਕੀਤਾ, ਉਹ ਉਸ ਵੇਲੇ ਇਕੱਲੇ ਸੀਗੇ ਪਰ ਫਿਰ ਵੀ ਉਹਨਾਂ ਨੇ ਯੁੱਗ ਪਲਟ ਕੇ ਰੱਖ ਦਿੱਤਾ। ਅੱਜ ਤੇ ਦੇਖਿਆ ਜਾਵੇ ਤਾਂ ਸਮਾਜ ਦੇ ਅੰਦਰ ਪੂਰੇ ਦੇਸ਼ ਭਰ ਦੇ ਵਿੱਚ ਅਨੇਕਾਂ ਹੀ ਬਾਬਾ ਸਾਹਿਬ ਦੇ ਵਾਂਗਰ ਪੜ੍ਹੇ ਲਿਖੇ ਨੇ, ਉਹ ਬਹੁਤ ਕੁਝ ਹੁਣ ਤੱਕ ਬਦਲ ਸਕਦੇ ਸੀ, ਪਰ ਉਹ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਉਹ ਆਪਣੇ ਆਪਣੇ ਏਸੀਆਂ ਦੇ ਵਿੱਚ ਬਹਿ ਗਏ, ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਗਏ, ਉਹਨਾਂ ਨੇ ਸਮਾਜ ਲਈ ਕੰਮ ਨਹੀਂ ਕੀਤਾ। ਇਹਦੇ ਲਈ ਕੀ ਕਹਿਣਾ ਚਾਹੋਗੇ? ਜੇ ਕੀਤਾ ਹੁੰਦਾ ਤੇ ਅੱਜ ਜਿਹੜਾ ਇਹ ਯੁੱਗ ਬਦਲਿਆ ਹੋਣਾ ਸੀਗਾ। ਨਹੀਂ, ਐਸਾ ਆ ਕਿ ਜੇ ਕੰਮ ਤਾਂ ਕੀਤਾ ਜਿੰਨਾ ਕਰ ਸਕਦੇ ਆ, ਜੋ ਯੋਗਦਾਨ ਦੇ ਸਕਦਾ ਹੈ ਆਪਣੇ ਲੈਵਲ ਤੇ, ਉਹਦੇ ਦਿਲ 'ਚ ਉਮੰਗ ਹੈ, ਉਹ ਜ਼ਰੂਰ ਦੇਵੇਗਾ, ਉਹ ਦੇਣ ਦੀ ਕੋਸ਼ਿਸ਼ ਵੀ ਕਰਦਾ ਆ, ਪਰ ਜਿਹਦੇ ਕੋਲੇ ਨਹੀਂ ਆ ਉਹ ਫਿਰ ਮੁਸ਼ਕਲ ਹੈ, ਉਹ ਮੁਸ਼ਕਲ ਹੈ। ਖਾਸ ਕਰਕੇ ਬਾਬੂ ਜੀ ਪਿੰਡਾਂ ਦੇ ਵਿੱਚ ਜਿਹੜੇ ਸਧਾਰਨ ਪਰਿਵਾਰਾਂ ਦੇ ਵਿੱਚੋਂ ਸੰਵਿਧਾਨ ਦੀ ਬਦੌਲਤ ਅੱਛੀ ਜੌਬ ਦੇ ਉੱਤੇ ਗਏ, ਪਰ ਉਹ ਜਦੋਂ ਪੜ੍ਹ ਲਿਖ ਕੇ ਰਿਟਾਇਰ ਹੋਏ, ਪੈਸਾ ਵੀ ਆ ਗਿਆ, ਪੈਨਸ਼ਨ ਵੀ ਆ ਗਈ, ਅੱਛੇ ਫੰਡਸ ਵੀ ਆ ਗਏ, ਤਾਂ ਉਹਨਾਂ ਨੇ ਅਰਬਨ ਸਟੇਟ ਸ਼ਹਿਰਾਂ ਦੇ ਵਿੱਚ ਜਾ ਕੇ ਕੋਠੀਆਂ ਪਾ ਲਈਆਂ। ਉਹਨਾਂ ਨੇ ਮੁੜ ਕੇ ਆਪਣੇ ਪਿੰਡ ਨੂੰ ਨਹੀਂ ਦੇਖਿਆ, ਵੀ ਪਿੰਡ ਨੂੰ ਕੌਣ ਦੇਖੇਗਾ? ਇਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਕਰੈਕਟ, ਇਹ ਗਲਤ ਹੈ ਜਿਹੜੀ ਮੂਵਮੈਂਟ ਹੈ ਕਿ ਸ਼ਹਿਰ ਵਿੱਚ ਜਾ ਕੇ ਬਸਣਾ। ਪਿੰਡਾਂ ਵਿੱਚ ਸਾਰੇ ਸੁੱਖ ਮਿਲ ਸਕਦੇ ਅੱਜ, ਜੇ ਉਹਦੇ ਕੋਲ ਆਪਣੇ ਪੈਸਾ ਹੈ, ਉਹਨੂੰ ਗੱਡੀ ਵੀ ਮਿਲ ਸਕਦੀ ਹੈ, ਟੈਲੀਫੋਨ ਦੀ ਸੇਵਾ ਹੈ, ਉਹ ਸ਼ਹਿਰੀ ਸੇਵਾ ਹੈ। ਹੁਣ ਨਵੇਂ ਛੋਟੇ ਟਾਊਨ ਹੈ ਔਰ ਸੜਕਾਂ ਦਾ ਜਾਲ ਵਿਛਿਆ ਪਿਆ, ਈਜ਼ੀਲੀ ਆਦਮੀ ਮੂਵ ਕਰ ਸਕਦਾ। ਸ਼ਹਿਰ ਦੇ ਵਿੱਚ ਬਸਣ ਦੀ ਜਿਹੜੀ ਟੈਂਡੈਂਸੀ ਹੈ ਇਹ ਅਨਫੋਰਚੂਨੇਟ ਹੈ, ਬਿਲਕੁਲ ਨਹੀਂ ਹੋਣੀ ਚਾਹੀਦੀ। ਰਾਦਰ ਉਹਨੂੰ ਤਾਂ ਆਪਣੇ ਪਿੰਡ ਦੇ ਨਾਲ ਜੁੜਨਾ ਚਾਹੀਦਾ, ਜੇ ਭਾਵੇਂ ਉਹ ਦੋਏ ਬੰਦਿਆਂ ਦੀ ਸੇਵਾ ਕਰੇ, ਕੀਤੀ ਤਾਂ ਹੈ, ਚਾਹੁੰਦੀ ਸੇਵਾ ਕਰੇ, ਕੀਤੀ ਤਾਂ ਹੈ। ਹੁਣ ਮੈਂ ਐਗਜ਼ਾਮਪਲ ਦੇ ਰਿਹਾ, ਸਾਡੇ ਪਿੰਡ ਵਿੱਚ ਕੋਈ ਲੜਕੀ MA ਨਹੀਂ ਕੀਤੀ ਸੀ, ਕੋਈ ਲੜਕੀ ਕੋਈ ਹੋਰ ਕਾਮਰਸ ਨਹੀਂ ਕੀਤੀ ਸੀ। ਇਸ ਵੇਲੇ ਕਮ ਸੇ ਕਮ ਵੀ ਸਾਡੀ ਲੜਕੀਆਂ ਜਿਹੜੀਆਂ ਆ, ਕੋਈ ਨਰਸਿੰਗ BSc ਨਰਸਿੰਗ ਕਰ ਲਈ ਆ, ਕਿਸੇ ਨੇ MA MBA ਵੀ ਕਰ ਲਈ ਆ। ਸਾਡੇ ਆਪਣੇ ਕਮਿਊਨਿਟੀ ਦੇ ਲੜਕੀਆਂ ਆ, ਉਹ ਮੇਰੀਆਂ ਸਟੂਡੈਂਟ ਰਹੀਆਂ ਸਾਰੀਆਂ। ਹੁਣ ਉਹ ਅੱਛੇ ਜੌਬ ਵੀ ਉਹਨਾਂ ਨੂੰ ਅੱਛੇ ਮਿਲਣਗੇ, ਅੱਛੇ ਜੌਬ ਵੀ ਮਿਲਣਗੇ। ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਜੇ ਪਿੰਡਾਂ ਦੇ ਵਿੱਚੋਂ ਇਹ ਰਿਵਾਜ ਜੇ ਸੁਭਾਅ ਨਾ ਬਣਦਾ ਵੀ ਸ਼ਹਿਰਾਂ ਦੇ ਵਿੱਚ ਜਾ ਕੇ ਵਸਣਾ, ਤੇ ਸ਼ਹਿਰਾਂ ਵਰਗੀ ਤਰੱਕੀ ਪਿੰਡਾਂ ਨੇ ਵੀ ਕੀਤੀ ਹੋਣੀ ਸੀ। ਡੈਫੀਨੇਟਲੀ ਪਿੰਡ ਵਿੱਚ ਕੋਈ ਘਾਟ ਨਹੀਂ ਹੈ। ਪਿੰਡ ਨੂੰ ਤਾਂ ਲੋਕ ਈਰਸ਼ਾ ਕਰਨਗੇ ਕਿ ਅਸੀਂ ਪਿੰਡ ਵਸੀਏ, ਜੇ ਪਿੰਡ ਸਾਫ਼ ਸੁਥਰਾ ਹੋਏਗਾ, ਪਿੰਡ ਵਿੱਚ ਪੜ੍ਹੇ ਲਿਖੇ ਹੋਣਗੇ ਔਰ ਸਹੀ ਮਾਅਨਿਆਂ ਵਿੱਚ ਉਹ ਪਿੰਡ ਦੇ ਵਿੱਚ ਸੇਵਾ ਵੀ ਕਰਨ ਦੇ ਇਰਾਦਾ ਰੱਖਦੇ ਹੋਣ। ਇੱਕ ਸਭ ਤੋਂ ਬੜੀ ਗੱਲ ਇਹ ਆ ਕਿ ਕੋਈ ਵੀ ਕੰਮ ਕਰਨਾ ਉਹਦੀ ਕੁਰਬਾਨੀ ਚਾਹੀਦੀ ਆ। ਕੁਰਬਾਨੀ ਜਿਹੜੀ ਆ ਉਹ ਚਾਹੇ ਪੈਸੇ ਹੀ ਦਿਓ, ਚਾਹੇ ਸਮੇਂ ਦੀ ਦਿਓ, ਜਾਂ ਕੋਈ ਵੀ ਕਾਬਲੀਅਤ ਦੀ ਦਿਓ। ਕਾਬਲੀਅਤ ਜਿਹੜੀ ਆ ਕਿਸੇ ਨੂੰ ਦੇਣ ਨਾਲ ਆਪਣੀ ਕਾਬਲੀਅਤ ਘਟਦੀ ਨਹੀਂ, ਵੱਧਦੀ ਆ। ਇਹ ਗਲਤ ਫਹਿਮੀ ਹੈ ਕਿ ਜੇ ਮੈਂ ਕਿਸੇ ਨੂੰ ਨਾ ਦੱਸਾਂ, ਜੋ ਆਂਦਾ ਆਦਮੀ ਉਹ ਦੂਜੇ ਨੂੰ ਦੱਸੇ, ਉਹ ਵੀ ਵਧੀਆ ਬਣੇ। ਔਰ ਇਹ ਜਿਹੜੀ ਇਹਦੇ ਲਈ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਕੋਈ ਸ਼ਾਖਾ ਲੱਗਣੀਆਂ ਚਾਹੀਦੀਆਂ, ਜਾਂ ਕੋਈ ਪ੍ਰੋਗਰਾਮ ਪਿੰਡਾਂ 'ਚ ਜਿੱਦਾਂ ਯੋਗਾ ਆਸ਼ਰਮ ਵਗੈਰਾ ਇੱਦਾਂ ਖੋਲ੍ਹਦੇ ਹੋ। ਸਾਡੀ ਵੀ ਇੱਛਾ ਇਹੀ ਹੈ ਕਿ ਜਿਹੜਾ ਅਸੀਂ ਪਾਰਕ ਬਣਾਇਆ, ਉੱਥੇ ਅਸੀਂ ਬੜਾ ਕੁਝ ਕਰਨਾ ਚਾਹੁੰਦੇ ਹਾਂ, ਪਰ ਪੈਸੇ ਦੀ ਘਾਟ ਕਰਕੇ ਰੁਕੇ ਹੋਏ ਹਾਂ। ਉੱਥੇ ਅਸੀਂ ਬੜਾ ਕੁਝ ਕਰਨਾ ਚਾਹੁੰਦੇ ਹਾਂ। ਆਪਣੇ ਹੀ ਬੱਚਿਆਂ ਨੂੰ ਅਸੀਂ ਐਸਾ ਤਾਰੇ ਅੰਗ ਬਣਾ ਦਈਏ ਵੀ ਇੰਨੇ ਬੱਚੇ ਸਾਡੇ 8 ਬੱਚੇ 10 ਬੱਚੇ ਕਲਾਸ 1 ਅਫਸਰ ਬਣਨ, ਕੋਈ ਹੋਰ ਟੌਪ ਕਲਾਸ ਕੰਮ ਕਰ ਰਹੇ ਹਨ, ਕੋਈ ਬਿਜ਼ਨਸ ਵੱਲ ਚਲ ਜਾਵੇ, ਕੋਈ ਕਾਮਰਸ ਵੱਲ ਚਲ ਜਾਵੇ। ਸਾਡੀ ਇਹ ਇੱਛਾ ਆ। ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਘਰਦਿਆਂ ਨੂੰ ਇਹ ਜਾਗਰੂਕ ਹੈਗੇ ਕਿ ਨਹੀਂ, ਪਰ ਉਹਨਾਂ ਨੂੰ ਕੀਤਾ ਜਾ ਸਕਦਾ। ਅਸੀਂ ਆਪਣੇ ਹੱਥੀਂ ਹੁਣ ਦੇਖ ਲਿਆ, ਥੋੜਾ ਅਸੀਂ ਕੰਮ ਕਰਦੇ ਉਹਦਾ ਬੜਾ ਅੱਛਾ ਰਿਜ਼ਲਟ ਆ ਗਿਆ। ਆਖਰ ਤੇ ਕੀ ਕਹਿਣਾ ਚਾਹੋਗੇ, ਜਿਹੜੀ ਹੁਣ ਮੌਜੂਦਾ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ, ਕਾਂਗਰਸ ਦੀ ਸਰਕਾਰ ਹੈ, ਇਹ ਸਰਕਾਰ ਵੱਲੋਂ ਹੁਣ ਤੱਕ ਤੁਹਾਨੂੰ ਕੁਝ ਆਇਆ ਜਾਂ ਕੀ ਉਮੀਦ ਰੱਖਦੇ ਹੋ? ਅਸੀਂ ਇਹ ਦੇਖ ਰਹੇ ਹਾਂ ਜੀ, ਇਹ ਕਾਂਗਰਸ ਆ ਜਾਏ ਚਾਹੇ ਕੋਈ ਪਾਰਟੀ ਆ ਜਾਏ, ਜਦੋਂ ਤੱਕ ਇੰਪਾਰਸ਼ੀਅਲ ਨਹੀਂ ਹੁੰਦੇ, ਜਦੋਂ ਤੱਕ ਇਮਾਨਦਾਰੀ ਨਹੀਂ ਆਉਂਦੀ, ਸਭ ਤੋਂ ਬੜੀ ਚੀਜ਼ ਹੈ ਇਮਾਨਦਾਰੀ। ਅਗਰ ਕਿਸੇ ਨੂੰ ਤੁਸੀਂ ਚੌਕੀਦਾਰ ਲਾਤਾ, ਉਹ ਬੇਈਮਾਨੀ ਕਰਦਾ। ਮੈਂ ਇੱਥੇ ਕਾਲਜ ਦੇ ਵਿੱਚ ਚੌਕੀਦਾਰ ਲਵਾਏ 2-3 ਬੰਦੇ, ਉਹ ਪਹਿਰਾ ਕੀ ਦੇਗਾ? ਉਹ ਰੁਮਾਲ ਰੱਖ ਕੇ ਦੱਪਿਆ, ਉਹਨੇ ਆ ਕੇ ਫੜਾਤਾ, ਉਹਨੂੰ ਚੱਕ ਕੇ ਬਿਸਤਰਾ ਭੇਜ ਦਿੱਤਾ। ਕੀ ਕਹੋਗੇ ਤੁਸੀਂ? ਜਿਹੜੀ ਇਮਾਨਦਾਰੀ ਆ ਉਹੀ ਕਾਮਯਾਬੀ ਆ। ਬਗੈਰ ਇਮਾਨਦਾਰੀ ਤੇ ਕੋਈ ਕਾਮਯਾਬੀ ਨਹੀਂ ਹੋ ਸਕਦੀ। ਦਿਲ ਵਿੱਚ ਮੈਲ ਰੱਖਣੀ, ਦਿਲ ਵਿੱਚ ਖੋਟ ਰੱਖਣਾ, ਉੱਦਾਂ ਕਹਿਣਾ ਆਓ ਜੀ ਹੈਲੋ ਜੀ, ਇਹ ਜਦ ਤੱਕ ਨਹੀਂ ਦੂਰ ਹੁੰਦੀ। ਇਹਦੇ ਲਈ ਕਲਾਸਾਂ ਲੱਗਣੀਆਂ ਚਾਹੀਦੀਆਂ। ਇਹਦੇ ਲਈ ਯੋਗਾ ਦੀਆਂ ਕਲਾਸਾਂ ਵਗੈਰਾ ਲੱਗੇ, ਸਵੇਰੇ 4 ਵਜੇ ਉੱਠ ਕੇ ਚਲੋ ਬਈ ਗਰਾਊਂਡ 'ਚ ਬੱਚਿਆਂ ਨੂੰ, ਹਰ ਇੱਕ ਨੂੰ, ਔਰ ਉਹਨਾਂ ਨੂੰ ਐਸੀ ਮੋਰਲ ਐਜੂਕੇਸ਼ਨ ਦਿੱਤੀ ਜਾਵੇ, ਫਿਰ ਪਿੰਡ ਵਧੀਆ ਬਣ ਸਕਦਾ। ਕੀ ਮੰਗ ਕਰਦੇ ਹੋ ਪਿੰਡ ਵਾਸਤੇ ਸਰਕਾਰ ਤੋਂ?
ਅਸੀਂ ਇਹ ਮੰਗ ਕਰਦੇ ਹਾਂ ਕਿ ਜੇ ਸਾਡਾ ਜਿੱਦਾਂ ਅਸੀਂ ਆਪਣਾ ਪਾਰਕ ਬਣਾਇਆ, ਇਹ ਅਸੀਂ ਬਣਾਇਆ ਆਪਣਾ ਹੀ ਆ, ਪਰ ਅਸੀਂ ਓਪਨ ਕੀਤਾ ਸਾਰਿਆਂ ਲਈ। ਉੱਥੇ ਕੋਈ ਜਾਤ ਦਾ ਸਵਾਲ ਨਹੀਂ, ਰਾਜਪੂਤ ਹੈ, ਬ੍ਰਾਹਮਣ ਹੈ, ਕੋਈ ਵੀ ਹੈ, ਸਾਰੇ ਪਿੰਡ ਵਾਸਤੇ, ਸਾਰੇ ਵਾਸਤੇ, ਈਵਨ ਏਰੀਏ ਵਾਸਤੇ ਵੀ। ਕੀ ਬਣਾਉਣਾ ਚਾਹੁੰਦੇ ਹੋ ਉੱਥੇ ਤੁਸੀਂ ਜਿਹਦੇ ਲਈ ਸਰਕਾਰ ਵਾਸਤੇ? ਪਾਰਕ ਦੇ ਵਿੱਚ ਕਲਾਸਾਂ ਲੱਗਣ, ਯੋਗ ਦੀਆਂ ਲੱਗਣ, ਯੋਗਾ ਹੋਵੇ, ਜਾਂ ਉਹਨਾਂ ਨੂੰ ਅੱਛੀ ਤਾਲੀਮ ਦੇਣ ਵਾਸਤੇ ਕੋਈ ਟ੍ਰੇਨਿੰਗ ਦਈਏ ਜਾਂ ਮੈਕੈਨਿਜ਼ਮ ਸਿਖਾਈਏ। ਹਰ ਬੱਚਾ ਕਾਰੀਗਰ ਬਣ ਜਾਏ, ਹਰ ਬੱਚਾ ਕਾਰੀਗਰ ਬਣ ਜਾਏ। ਈਵਨ ਰੋਟੀ ਪਕਾਉਣ, ਸਬਜ਼ੀ ਬਣਾਉਣ ਦਾ ਕੰਮ ਜਿਹੜਾ ਕੁੱਕਰ, ਉਹ ਵੀ ਸਿਖਾਇਆ ਜਾਵੇ, ਉਹ ਵੀ ਵਿੱਚ ਆਵੇ। ਉਹ ਟ੍ਰੇਨਡ ਆਦਮੀ ਹੋਣ ਸਾਰੇ, ਜਿੰਨੇ ਵੀ ਹੋਣ। ਇਹ ਨਹੀਂ ਕਿ ਰੋਟੀ ਖਾਣ ਲੱਗਾ ਪਹਿਲਾਂ ਆਦਮੀ ਉਹਨੂੰ ਦੇਖੇ ਕਿੰਨੀ ਜਲ ਗਈ, ਕਿੰਨੀ ਕੁਛ ਹੋ ਗਈ, ਉਹ ਨਹੀਂ ਚਾਹੀਦਾ। ਉੱਥੇ ਸਰਕਾਰ ਤੋਂ ਨਹੀਂ ਮੰਗਿਆ ਕੁਝ ਵੀ ਤੁਸੀਂ? ਸਰਕਾਰ ਤੋਂ ਮੰਗਿਆ, ਸਰਕਾਰ ਦਿੰਦੀ ਨਹੀਂ। ਚੰਦੂ ਮਾਂਜਰਾ ਸਾਡੇ ਆ ਕੇ ਕਹਿੰਦਾ 5 ਲੱਖ ਰੁਪਏ ਦਊਂਗਾ। ਇੰਨਾ ਬੇਈਮਾਨ ਮੰਗਲੋ ਕਹਿੰਦਾ ਉਹ ਕਿਸੇ ਹੋਰ ਪਿੰਡ ਦਾ, ਸਾਡੇ ਪਿੰਡ ਦਾ ਹੀ ਨਾਮ ਉਠੇਤਾ। ਇਹ ਲੀਡਰ ਹੈ, ਇਹਨਾਂ ਦੇ ਕਹੇ 'ਤੇ ਮੰਗਾਇਆ। ਅੱਜ ਤਾਂ ਜੁੱਤੀ 100 ਮਾਰਦੇ ਇੱਦਾਂ ਦੇ ਬੰਦੇ ਦੇ, ਪਰ ਇਹਨਾਂ ਦੇ ਕਹੇ 'ਤੇ ਮੰਗਾਇਆ ਕਿਉਂਕਿ ਇਹ ਉਹਦੇ ਖਜ਼ਾਨਚੀ ਸੀਗੇ। ਦੇਖੋ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹ ਕਿਸੇ ਵੀ ਪਾਰਟੀ 'ਚ ਹੋਵੇ, ਕੋਈ ਮਤਲਬ ਨਹੀਂ, ਪਰ ਇਹ ਆ ਵੀ ਪਿੰਡ ਨੂੰ ਫੰਡ ਦੇਣੇ ਉਹਨਾਂ ਦਾ ਫਰਜ਼ ਬਣਦਾ। ਫਰਜ਼ ਹੈ ਨਾ। ਹੁਣ ਤਾਂ ਪਿੰਡ ਹੀ ਸਾਡਾ ਖਤਮ ਕਰਤਾ। ਕਹਿੰਦਾ ਮੈਂ ਇਸ ਪਿੰਡ ਥੋੜ੍ਹੀ ਦਾ ਆਇਆ, ਉਹ ਤਾਂ ਪਿੰਡ ਨਵੇਂ ਸ਼ਹਿਰ ਕੋਲ ਹੈ। ਹੁਣ ਮੌਜੂਦਾ MP ਸਾਹਿਬ ਵੱਲੋਂ ਆਇਆ ਕੁਛ ਨਹੀਂ ਆਇਆ। MP ਦਾ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਉਹ ਜਿਹੜੇ ਆਪਣੇ ਤਿਵਾੜੀ ਸਾਹਿਬ ਹੈ, ਉਹ ਅਮੀਰ ਜ਼ਾਦਾ ਆ। ਉਹਦਾ ਬਾਪ ਅਮੀਰ, ਉਹਦਾ ਫਲਾਨਾ ਅਮੀਰ, ਉਹ ਸਭ ਫੈਮਿਲੀ ਅਮੀਰ ਹੈ। ਉਹਨੂੰ ਕੀ ਪਤਾ ਪਿੰਡਾਂ ਦੀਆਂ ਮੁਸੀਬਤਾਂ ਦਾ? ਨਹੀਂ ਪਤਾ ਨਾ। ਵੋਟਾਂ ਨੂੰ ਲੈਣ ਨੂੰ ਹੈ, ਵੋਟ ਲੈ ਗਏ, ਉਹ ਤੋਂ ਬਾਅਦ ਕਦੀ ਮੂੰਹ ਵੀ ਨਹੀਂ ਇਹਨੂੰ ਕੀਤਾ। ਇਸੇ ਕਰਕੇ ਮੈਂ ਵੀ ਕਹਿ ਰਿਹਾ ਕਿ ਪਿੰਡਾਂ ਦੇ ਵਾਸਤੇ ਪਿੰਡਾਂ ਦੇ ਵਿੱਚੋਂ ਲੀਡਰ ਪੈਦਾ ਕਰਕੇ MLA MP ਬਣਾਉਣੇ ਚਾਹੀਦੇ ਤਾਂ ਕਿ ਉਹ ਪਿੰਡਾਂ ਦਾ ਵਿਕਾਸ ਕਰਨ। ਹੁਣ ਜੇ ਗਵਰਨਮੈਂਟ ਇਹ ਵੀ ਕਰੇ ਕਿ ਪਿੰਡਾਂ ਦੀ ਜਿਹੜੀ ਪੰਚਾਇਤ ਹੈ, ਜੇ ਉਹਦਾ ਮੂਲਿਆਂਕਨ ਕਰੇ, ਕੰਮ ਸੋਹਣਾ ਕਰ ਰਹੀ ਆ, ਉਹ 'ਤੇ ਰੁਕਾਵਟਾਂ ਤਾਂ ਨਾ ਲਾਵੇ। ਅੱਛਾ, ਹੁਣ ਤਾਂ ਉਹਨੇ 100% ਰੁਕਾਵਟ ਲਾਤੀ। ਸਾਡੇ ਪਿੰਡ ਦੀ ਜ਼ਮੀਨ, ਸਾਡੇ ਪਿੰਡ ਦੀ ਬਹੁਤਿਆਂ ਪਿੰਡਾਂ ਨਾਲੋਂ ਜ਼ਮੀਨ ਇੱਥੇ ਜ਼ਿਆਦਾ ਆ। 40 ਖੇਤ ਇੱਥੇ ਪੰਚਾਇਤ ਦੇ ਸੀਗੇ। ਹੋਇਆ ਕੀ ਆ ਕਿ ਉਹ ਸਾਰੇ ਉਹਦਾ ਜਿਹੜਾ ਮਾਮਲਾ ਦਾ ਕੁਛ ਸਾਡੇ ਨਾਲ ਮਾਨਵਜਾਰਾ ਪਿੰਡ ਹੈ, ਉਹਨੇ ਗੜਬੜ ਕਰ ਲਈ, ਵਿੱਚੋਂ 9 ਖੇਤ ਲੈ ਗਿਆ। ਕੁਛ ਹੈ ਤਾਂ ਉਹ ਜਿਹੜੀ ਬਾਕੀ ਜ਼ਮੀਨ ਹੈ, ਉਹਦਾ ਜਿਹੜਾ ਮਾਮਲਾ ਦਾ, ਉਹਦੇ ਵਿੱਚੋਂ ਪਹਿਲਾਂ 1,35,000 ਸਮਥਿੰਗ ਇੰਨਾ ਤਾਂ ਲੈ ਗਏ, ਪਹਿਲਾਂ ਹੀ ਲੈ ਗਏ। ਮਰੋਣੀ ਜਿਹੜਾ ਬਚਿਆ ਉਹ ਵੀ ਕਹਿੰਦੇ ਸਾਡੀ ਮਰਜ਼ੀ ਨਾਲ ਖਰਚ ਕਰਨਾ। ਤੁਸੀਂ ਆਪਣੀ ਮਰਜ਼ੀ ਨਾਲ ਦੋਨੀ ਵੀ ਨਹੀਂ ਖਰਚ ਸਕਦੇ। ਇਹ ਹੁਣ ਅੱਜ ਦੀ ਸਮੱਸਿਆ ਆ, ਇਹ ਤੁਸੀਂ ਨੋਟ ਕਰ ਲਓ ਕਿ ਜਿਹੜਾ ਹੁਣ ਦਖਲਅੰਦਾਜ਼ੀ ਆ ਸਰਕਾਰ ਦੀ ਸਾਡੇ ਪੰਚਾਇਤ ਦੇ ਕੰਮਾਂ ਵਿੱਚ, ਇਹ ਬੰਦ ਕੀਤੀ ਜਾਵੇ ਤਾਂ ਕਿ ਸਾਨੂੰ ਲਿਬਰਟੀ ਹੋਵੇ। ਅਸੀਂ ਜਿੱਥੇ ਚਾਹੀਏ ਉੱਥੇ ਪਿੰਡ ਜਾਣਦਾ ਕਿ ਜਿਹਨੂੰ ਜੁੱਤੀ ਕੱਟਦੀ ਹੈ ਨਾ, ਲੱਗਦੀ ਜੁੱਤੀ, ਉਹੀ ਪੈਰ ਜਾਣਦਾ ਮੇਰੇ ਕਿੱਥੇ ਲੱਗਦੀ ਆ, ਦੂਜੇ ਨੂੰ ਕੀ ਪਤਾ। ਇਸ ਕਰਕੇ ਸਾਡੇ ਪਿੰਡ ਦੇ ਜਿਹੜੇ ਲੋਕ ਆ, ਸਾਨੂੰ ਪਤਾ ਸਾਡੀ ਕਿਆ ਸਮੱਸਿਆ ਹੈ। ਮੈਂ ਦੱਸਦਾ ਰਿਹਾ ਤੁਹਾਨੂੰ ਕਿ ਛੱਪੜਾਂ ਦੇ ਵਿੱਚ ਕੀੜੇ ਚੱਲਦੇ ਆ। ਕੀੜੇ ਜਿੱਥੇ ਚੱਲਦੇ ਉੱਥੇ ਆਦਮੀ ਰਹਿਣ ਵਾਲਾ ਨਰਕ ਭੋਗੀ ਹੁੰਦਾ ਕਿ ਨਹੀਂ? ਬਸ ਉਹ ਸਾਡਾ ਖਤਮ ਹੋ ਜਾਏ ਕਿਸ ਤਰ੍ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਕੋਈ ਗੱਲ ਨਹੀਂ, ਥੈਂਕ ਯੂ। ਮੇਰੇ ਨਾਲ ਨੇ ਇਸ ਵੇਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸ਼ੇਖੂਪੁਰ ਤੋਂ ਬਹੁਤ ਸਾਡੇ ਮਹਾਨ ਲੀਡਰ ਨੇ ਸੋਹਣ ਲਾਲ ਟੰਡਾ ਜੀ। ਟੰਡਾ ਸਾਹਿਬ, ਤੁਹਾਡੇ ਪਿੰਡ ਦੇ ਵਿੱਚ ਅਸੀਂ ਦੇਖਿਆ ਵਿਜ਼ਿਟ ਕਰਕੇ ਕਿ ਬਹੁਤ ਸਾਰਾ ਵਿਕਾਸ ਜਿਹੜਾ ਹੋਣ ਵਾਲਾ ਅਧੂਰਾ ਹੈਗਾ। ਅਸਲ ਦੇ ਵਿੱਚ ਇਹ ਪਿੰਡ ਪਛੜਿਆ ਲੱਗਿਆ, ਇਹ ਕੀ ਕਾਰਨ ਰਹਿ ਗਏ? ਇਹ ਜਾਂ ਇਹ ਪਿੰਡ ਦਾ ਜਿਹੜਾ ਜ਼ਿਲ੍ਹੇ ਦਾ ਅਖੀਰ ਦੇ ਨੇੜੇ ਤੇੜੇ ਕਿ ਬਾਰਡਰ ਤੇ ਪਿੰਡ ਇਸ ਕਰਕੇ ਲੱਗਿਆ, ਜਾਂ ਇੱਥੇ ਰਾਜਨੀਤੀ, ਜਾਂ ਕੀ ਲੱਗਦਾ ਲੀਡਰ ਵੀ ਇੱਥੋਂ ਵੱਡੇ ਜਾਪਦੇ ਨੇ? ਕੀ ਲੱਗਦਾ ਤੁਹਾਨੂੰ ਕਿ ਇਹ ਪਛੜਿਆ ਕਿਉਂ ਆ? ਨਿਰਮਲ ਜੀ, ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਔਰ ਤੁਹਾਡੇ ਚੈਨਲ NKN TV ਦਾ, ਮੇਰੇ ਇਸ ਨਿਮਾਣੇ ਜਿਹੇ ਪਿੰਡ ਦੇ ਵਿੱਚ ਔਰ ਤੁਹਾਡੇ ਵਰਗੇ ਮਹਾਨ ਐਂਕਰ ਜਿਹੜੇ ਬਹੁਤ ਵੱਡੇ ਰੰਗਮੰਚ ਨਾਲ ਵੀ ਤੁਸੀਂ ਜੁੜੇ ਹੋਏ ਹੋ,
ਔਰ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਤੁਸੀਂ ਲਗਾਤਾਰ ਆਵਾਜ਼ ਉਠਾਉਂਦੇ ਹੋ। ਤੁਸੀਂ ਪਹੁੰਚੇ ਔਰ ਤੁਹਾਡੇ ਨਾਲ ਹੀ ਕੈਮਰਾਮੈਨ ਸਾਹਿਬ ਦਾ ਵੀ ਔਰ ਤੁਹਾਡਾ ਵੀ ਪੂਰੀ ਟੀਮ ਦਾ ਮੈਂ ਇੱਥੇ ਆਉਣ 'ਤੇ ਹਾਰਦਿਕ ਸਵਾਗਤ ਕਰਦਾ, ਧੰਨਵਾਦ ਕਰਦਾ ਕਿ ਤੁਸੀਂ ਸਾਡੇ ਦੁੱਖਾਂ ਨੂੰ ਸਮਝ ਕੇ ਸਾਡੇ ਨਗਰ ਦੇ ਵਿੱਚ ਅੱਜ ਪ੍ਰਵੇਸ਼ ਕੀਤਾ। ਔਰ ਮੈਨੂੰ ਇਹ ਆਸ ਵੀ ਹੈ ਕਿ ਜਿਸ ਮਕਸਦ ਲਈ ਤੁਸੀਂ ਆਏ ਆ ਉਹ ਮਕਸਦ 100% ਸਾਡਾ ਪੂਰਾ ਵੀ ਹੋਏਗਾ ਔਰ ਸਾਡੀ ਜਿਹੜੀ ਆਵਾਜ਼ ਹੈ, ਸਾਡੇ ਨਗਰ ਦੇ ਲੋਕਾਂ ਦੀ ਆਵਾਜ਼ ਆ, ਇਹਨੂੰ ਤੁਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਓਗੇ ਕਿ ਗੂੰਗੀ ਬੋਲੀ ਸਰਕਾਰ ਨੂੰ ਇਹ ਵੀ ਪਤਾ ਲੱਗੇ ਕਿ ਉਹ ਨਗਰ ਸ਼ੇਖੂਪੁਰ ਵੀ ਹੈ, ਕਿ ਉੱਥੇ ਵੀ ਲੋਕ ਵੱਸਦੇ ਆ, ਉਹਨਾਂ ਦੀਆਂ ਵੀ ਕੁਝ ਜ਼ਰੂਰਤਾਂ ਹੈ, ਮੌਲਿਕ ਉਹਨਾਂ ਦੇ ਜਿਹੜੇ ਹੱਕ ਨੇ ਉਹ ਜਿਹੜੇ ਇੱਥੇ ਕਾਣ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਅਸੀਂ ਦੇਣਾ ਹੈ। ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਤੇ ਬਾਕੀ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਬਾਰਡਰ ਤੇ ਪਿੰਡ ਆ, ਸਿਆਣੇ ਕਹਿੰਦੇ ਆ ਕਿ ਜੇ ਇਰਾਦੇ ਨੇਕ ਹੋਣ ਤਾਂ ਰਸਤੇ ਨਿਕਲ ਆਉਂਦੇ ਆ, ਜੇ ਇਰਾਦੇ ਬੇਈਮਾਨ ਹੋਣ ਤਾਂ ਬਹਾਨੇ ਨਿਕਲ ਆਉਂਦੇ। ਸਭ ਕੰਸ਼ੀ ਰਾਮ ਜੀ ਨੇ ਕਿਹਾ ਸੀ। ਔਰ ਅੱਜ ਗੱਲ ਇਰਾਦਿਆਂ ਦੀ ਆ ਗਈ ਆ, ਸਰਕਾਰ ਦੇ ਇਰਾਦਿਆਂ ਦੀ ਆ ਗਈ ਆ। ਉਹਨਾਂ ਦੇ ਜਿਹੜੇ ਨੁਮਾਇੰਦੇ ਹੁੰਦੇ ਆ ਪਿੰਡਾਂ ਦੇ ਵਿੱਚ, ਜਿਹੜੇ ਉਹਨਾਂ ਦੇ ਹੈਗੇ ਰਿਸਪੌਂਸੀਬਲ ਪਰਸਨ ਹੁੰਦੇ ਆ, ਉਹਨਾਂ 'ਤੇ ਗੱਲ ਆਉਂਦੀ ਆ ਕਿ ਉਹਨਾਂ ਨੇ ਦੇਖਣਾ ਹੁੰਦਾ ਕਿ ਪਿੰਡਾਂ ਨੂੰ ਅਸੀਂ ਵਿਕਾਸ ਦੇ ਲੀਹਾਂ 'ਤੇ ਲੈ ਕੇ ਜਾਣਾ। ਸਦਾ ਸਰਪੰਚ ਇੱਕ ਨਹੀਂ ਰਹਿੰਦਾ, ਇੱਕ ਪਰਿਵਾਰ ਨਹੀਂ ਰਹਿੰਦਾ, ਕੋਈ ਵਿਰਾਸਤ ਨਹੀਂ ਕਿਸੇ ਦੀ, ਹਰ 5 ਸਾਲ ਬਾਅਦ ਇਹ ਚੇਂਜ ਹੁੰਦੀ ਆ। ਔਰ ਕਦੇ ਇਹ ਕਿਸੇ ਨੇ ਸੋਚਿਆ ਨਹੀਂ ਹੈਗਾ ਕਿ ਅਸੀਂ ਕੁਝ ਅਜਿਹਾ ਛੱਡ ਜਾਈਏ ਤੇ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਯਾਦ ਕਰਨ ਕਿ ਉਹ ਫਲਾਣਾ ਬੰਦਾ ਸਰਪੰਚ ਸੀ, ਵੀ ਉਸ ਮੌਕੇ ਇਹ ਕੰਮ ਹੋਇਆ ਸੀ। ਔਰ ਇਸ ਪੱਖੋਂ ਜਿਹੜੀ ਗੱਲ ਹੈ ਕਿ ਸਰਕਾਰਾਂ ਦੀ ਗੱਲ ਹੈ ਕਿ ਦੇਸ਼ ਆਜ਼ਾਦ ਹੋਏ ਨੂੰ 73 ਸਾਲ ਦਾ ਸਮਾਂ ਹੋ ਗਿਆ। 73 ਸਾਲ ਦੀ ਆਜ਼ਾਦੀ ਤੋਂ ਬਾਅਦ ਔਰ ਜੇ ਮੈਂ ਸਮਝਦਾ ਕਿ ਸਾਨੂੰ 1% ਹਰ ਸਾਲ ਕੰਮ ਹੁੰਦਾ ਤਾਂ ਸਾਡੇ 73% ਕੰਮ ਹੋ ਜਾਣੇ ਸੀ। ਅੱਜ ਸਾਡੇ ਪਿੰਡ ਦੇ ਵਿੱਚ ਸਿਰਫ 25% ਕੰਮ ਹੋਇਆ, 75% ਡਿਵੈਲਪਮੈਂਟ ਬਾਕੀ ਹੈ। ਇਸ ਕਰਕੇ ਇਹ ਲੋਕਤੰਤਰ ਦੇਸ਼ ਵਿੱਚ ਇਸ ਨਗਰ ਨੂੰ ਕੋਈ ਫਾਇਦਾ ਨਜ਼ਰ ਨਹੀਂ ਹੋਇਆ। ਹਾਂ, ਕਿਉਂਕਿ ਹਰ ਬੰਦਾ ਇਹ ਕਹਿੰਦਾ ਆ ਕਿ ਮੈਂ ਆਹ ਕੀਤਾ, ਮੈਂ ਉਹ ਕੀਤਾ, ਪਰ ਜਦੋਂ ਨੁਮਾਇੰਦਾ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਉਹ ਕੁਛ ਨਾ ਕੁਛ ਅਚੀਵ ਕਰ ਲੈਂਦਾ। ਮੈਂ ਇਹ ਦੱਸਣਾ ਚਾਹਾਂਗਾ ਕਿ ਪਿਛਲੀ ਵਾਰੀ ਇਸ ਨਗਰ ਦੀ ਜਿਹੜੀ ਪੰਚਾਇਤ ਸੀ ਉਹ ਸਾਡੇ ਭਾਈਚਾਰੇ ਨੇ ਚੁਣੀ ਸੀ, ਬੜੇ ਚਾਵਾਂ ਨਾਲ ਚੁਣੀ ਸੀ। ਇਸ ਕਰਕੇ ਚੁਣੀ ਸੀ ਕਿ ਉਹ ਜਿਹੜੇ ਸਰਪੰਚ ਸੀ ਉਹ ਕਿਸੇ ਰੂਲਿੰਗ ਪਾਰਟੀ ਨਾਲ ਸੰਬੰਧਿਤ ਸੀ। ਇਸ ਕਰਕੇ ਸਾਰਿਆਂ ਨੇ ਸਲਾਹ ਕਰਕੇ ਕਿ ਇਸ ਵਾਰੀ ਆਪਾਂ ਉਹਨੂੰ ਬਣਾ ਦੇਣਾ, ਸਾਰਿਆਂ ਨੇ ਉਹਨਾਂ ਨੂੰ ਬਣਾ ਦਿੱਤਾ। ਬਟ ਇਹ ਵੀ ਨਹੀਂ ਕਿ ਉਸ ਮੌਕੇ ਕੋਈ ਸਾਨੂੰ ਗ੍ਰਾਂਟ ਵੀ ਨਹੀਂ ਆਈ। ਇਸ ਨਗਰ ਨੂੰ 78 ਲੱਖ ਰੁਪਈਆ ਪਿਛਲੀ ਜਿਹੜੀ ਆ 12 ਤੋਂ 17 ਦੀ ਸਰਕਾਰ ਸੀ, ਲਾਸਟ 2016 ਦੇ ਵਿੱਚ 78 ਲੱਖ ਰੁਪਈਆ ਜਿਹੜਾ ਉਹਨਾਂ ਨੂੰ ਇਹ ਜਿਹੜਾ ਪੰਜਾਬ ਗੌਰਮੈਂਟ ਵੱਲੋਂ ਆਇਆ। ਸੈਂਟਰ ਗੌਰਮੈਂਟ ਦਾ ਵਿੱਤ ਕਮਿਸ਼ਨ ਦੇ ਪੈਸੇ, ਇਸ ਤੋਂ ਇਲਾਵਾ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਪੈਸੇ, ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਹੜੇ ਅੱਜ ਮੌਜੂਦਾ ਵਿਧਾਇਕ ਹੈ ਉਹਨਾਂ ਵੱਲੋਂ ਵੀ 4 ਲੱਖ ਰੁਪਈਆ ਜਿਹੜਾ ਆਇਆ ਸੀ ਨਗਰ ਨੂੰ, ਉਹ ਇਸ ਤੋਂ ਇਲਾਵਾ ਆ। ਲਗਭਗ 82 ਲੱਖ ਰੁਪਈਆ ਸਾਡੇ ਪਿੰਡ ਦੇ ਵਿੱਚ ਪਿਛਲੀ ਸਰਕਾਰ ਦਾ ਜਿਹੜਾ ਆਇਆ ਸੀ। ਔਰ ਜੇ ਉਹ 82 ਲੱਖ ਰੁਪਈਆ ਲੱਗ ਜਾਂਦਾ ਜੋ ਅੱਜ ਸੈਂਟਰਲ ਗੌਰਮੈਂਟ ਦੀਆਂ ਸਕੀਮਾਂ ਆ, 82 ਲੱਖ ਦੇ ਨਾਲ ਜੇ ਅਸੀਂ ਮੰਨ ਕੇ ਚੱਲੀਏ ਕਿ ਉਹਦੇ ਨਾਲ 60% ਲੇਬਰ ਪਾ ਲੈਂਦੇ ਤਾਂ 48 ਲੱਖ ਰੁਪਈਆ ਉਹਦੇ 'ਤੇ ਲੇਬਰ ਦਾ ਕਨਵਰਟ ਕਰਕੇ ਅਸੀਂ 1,28,000 ਕਰੋੜ 28 ਲੱਖ ਰੁਪਈਆ ਅਸੀਂ ਪਿੰਡ 'ਤੇ ਲਾਇਆ ਹੁੰਦਾ ਤਾਂ ਅੱਜ ਸਾਡੇ ਪਿੰਡ ਦੇ ਵਿੱਚ ਤੁਸੀਂ ਜੇ ਮੋਟਰਸਾਈਕਲ ਦੀ ਬਜਾਏ ਨਾ ਤੁਸੀਂ ਰਿੜ ਕੇ ਵੀ ਆਉਣਾ ਚਾਹੁੰਦੇ ਤਾਂ ਤੁਸੀਂ ਆ ਸਕਣਾ ਸੀ। ਬਟ ਬਦਕਿਸਮਤੀ ਇਹ ਕਿ ਰਾਜਨੀਤਿਕ ਪ੍ਰਭਾਵ ਦੇ ਥੱਲੇ, ਰਾਜਨੀਤੀ ਭਾਰੂ ਹੋਣ ਦੇ ਕਾਰਨ ਕੁਝ ਸਾਡੇ ਮਨਾਂ ਦੇ ਵਿੱਚ ਅਸੀਂ ਆਪਣੇ ਲਾਲਚ ਦੇ ਬਸ ਅਸੀਂ ਉਹ ਵਿਕਾਸ ਨਹੀਂ ਕਰ ਪਾਏ। ਕਿਤੇ ਨਾ ਕਿਤੇ ਸਾਡੀਆਂ ਕਮੀਆਂ ਕਮਜ਼ੋਰੀਆਂ ਰਹਿ ਗਈਆਂ। ਬਟ ਜਦੋਂ ਹੁਣ ਅਸੀਂ ਦੁਬਾਰਾ ਲੋਕਾਂ ਨੇ ਫਿਰ ਡਿਸੀਜਨ ਲਿਆ, ਇਸ ਨਗਰ ਦੀ ਦੁਬਾਰਾ ਇਲੈਕਸ਼ਨ ਹੋਈ ਤਾਂ ਸਾਰਿਆਂ ਨੇ ਫਿਰ ਜ਼ਿੰਮੇਵਾਰੀ ਸੌਂਪੀ ਕਿ ਸਾਨੂੰ ਸੇਵਾਦਾਰ ਬਣਾਇਆ। ਔਰ ਮੇਰੀ ਵਾਈਫ ਸਰਪੰਚ ਹੈ ਇਸ ਨਗਰ ਦੀ। ਉਹ ਸਾਰਿਆਂ ਦੀ ਬਦੌਲਤ ਅੱਜ 10 ਜਿਹੜੇ 9 ਹੀ ਮੈਂਬਰ ਆ, 9 ਹੀ ਮੈਂਬਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ। ਜੇ ਕੋਈ ਵੀ ਉਹ ਕੁਤਾਹੀ ਕਰਦੇ ਆ ਕੰਮ ਦੀ ਵੀ ਅਸੀਂ ਆਹ ਕੰਮ ਨਹੀਂ ਕਰਨਾ, ਤਾਂ ਜਿੰਨੇ ਮੈਂਬਰ ਆ ਉਹ ਸਾਰੇ ਕਹਿੰਦੇ ਨਹੀਂ ਜੀ ਇਹ ਕਰਨਾ। ਉਹਨਾਂ ਦੇ ਸਾਰਿਆਂ ਦੇ ਸਹਿਮਤੀ ਨਾਲ ਹੋ ਰਿਹਾ। ਉਸ ਮੌਕੇ ਪਿਛਲੀ ਸਰਕਾਰ ਦੇ ਵਿੱਚ ਜਿਹੜੀ ਪੰਚਾਇਤ ਸੀ, ਉਹ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪਿੱਛੇ ਪੈਸੇ ਇੰਨੇ ਆਏ ਆ ਤਾਂ ਵਿਕਾਸ ਹੋਇਆ ਨਹੀਂ, ਤਾਂ ਉਹਦੀ ਅਸੀਂ ਜਿਹੜੀ ਅਸੈਸਮੈਂਟ ਕਰਾਈ। ਅਸੀਂ ਅਸੈਸਮੈਂਟ ਕਰਾਉਣ ਤੋਂ ਬਾਅਦ ਇਹ ਪਾਇਆ ਗਿਆ ਉਹਦੇ ਵਿੱਚ ਜਿਹੜਾ ਐਕਸੀਅਨ ਪੰਚਾਇਤੀ ਰਾਜ ਆ ਉਹਨਾਂ ਨੇ ਡਿਊਟੀ ਲਾਈ ਐਸਡੀਓ ਪੰਚਾਇਤੀ ਰਾਜ ਦੀ। ਐਸਡੀਓ ਪੰਚਾਇਤੀ ਰਾਜ ਨੇ ਸਾਰੀ ਸਮੀਖਿਆ ਕੀਤੀ। ਸਾਰੀ ਸਮੀਖਿਆ ਕਰਨ ਤੋਂ ਬਾਅਦ ਉਹਨਾਂ ਨੇ ਨੋਟ ਕੱਢਿਆ ਕਿ 31,51,610 ਰੁਪਏ ਪਿਛਲੀ ਪੰਚਾਇਤ ਨੇ ਜਿਹੜੇ ਆ ਵਾਧੂ ਖਰਚ ਪਾਇਆ ਸੀ, ਉਹ ਉਹਨਾਂ ਨੂੰ ਰਿਕਵਰੀ ਪਾਈ ਆ। ਜਿਹੜਾ ਉਹਨਾਂ ਨੂੰ ਬਾਰ-ਬਾਰ ਨੋਟਿਸ ਆ ਰਹੇ ਆ ਉਹ ਹਜੇ ਤੱਕ ਜਿਹੜੀ ਉਹ ਰਿਕਵਰੀ ਹਜੇ ਸੰਪੰਨ ਨਹੀਂ ਹੋਈ, ਸੰਪੂਰਨ ਨਹੀਂ ਹੋਈ ਹੈਗੀ। ਬਟ ਉਹ ਹਜੇ ਐਸੇ ਤਰ੍ਹਾਂ ਚੱਲ ਰਿਹਾ। ਇਸ ਤੋਂ ਬਿਨਾਂ ਸਾਡਾ ਜਿਹੜੇ ਪੰਚਾਇਤ ਦਾ ਮਾਲੀ ਆਉਂਦਾ ਆ, ਸਾਡੀ ਗ੍ਰਾਮ ਪੰਚਾਇਤ ਦੀ ਜ਼ਮੀਨ ਇਸ ਵੇਲੇ 18.5 ਜਿਹੜੇ ਮਾਮਲੇ ਤੇ ਚੜ੍ਹਦੇ ਆ। ਇੱਕ ਸਾਡੀ ਪੰਚਾਇਤ ਦਾ ਭੱਠਾ ਆ, ਉਹਦਾ ਕਿਰਾਇਆ ਆਉਂਦਾ। ਕੁਝ ਸਾਡੀ ਪੰਚਾਇਤ ਦੀਆਂ ਦੁਕਾਨਾਂ ਨੇ, 39 ਦੁਕਾਨਾਂ ਆ, ਉਹਨਾਂ ਦਾ ਕਿਰਾਇਆ ਆਉਂਦਾ।
ਲਗਭਗ ਸਾਨੂੰ 6 ਲੱਖ ਰੁਪਇਆ ਸਾਲ ਦਾ ਜਿਹੜਾ ਮਾਮਲੇ ਤੋਂ ਪਲੱਸ ਜਿਹੜਾ ਕਿਰਾਇਆ ਸਾਡਾ ਉਹਦੇ ਤੋਂ ਆਉਂਦਾ 6 ਲੱਖ। ਜੇ ਸਿੱਧੇ ਤੌਰ ਤੇ ਲਾ ਲਈਏ 5 ਸਾਲਾਂ ਦੇ ਵਿੱਚ 30 ਲੱਖ ਰੁਪਇਆ ਸਾਨੂੰ ਉਹ ਵੀ ਆਇਆ। ਔਰ ਹੋਇਆ ਕੀ ਆ ਕਿ ਅੱਜ ਉਹ ਜਿਹੜਾ ਮਾਮਲਾ ਪਿਛਲੀ ਵਾਰੀ ਸਾਨੂੰ ਆਇਆ, ਸਾਨੂੰ 5 ਲੱਖ ਰੁਪਇਆ ਆਇਆ, ਉਹਦੇ ਵਿੱਚੋਂ 1.5 ਲੱਖ ਰੁਪਇਆ ਤਾਂ ਸਰਕਾਰ ਲੈ ਗਈ 30% ਦੇ ਹਿਸਾਬ ਨਾਲ। ਸਾਡੇ ਕੋਲ ਬਚਿਆ 3.5 ਲੱਖ ਰੁਪਇਆ। 3.5 ਲੱਖ ਰੁਪਇਆ ਉਹ 3,11,000 ਰੁਪਇਆ ਸਾਨੂੰ ਸੈਂਟਰ ਗਵਰਨਮੈਂਟ ਦਾ ਪਿਛਲੇ ਸਾਲ ਆਇਆ ਸੀ 14ਵੇਂ ਵਿੱਤ ਕਮਿਸ਼ਨ ਦਾ। ਉਹਨੂੰ ਰਲਾ ਕੇ ਅਸੀਂ 6,61,000 ਰੁਪਇਆ ਸਾਡੇ ਕੋਲ ਬਣਿਆ ਸੀ। ਔਰ 6,61,000 ਦੇ ਨਾਲ ਅਸੀਂ ਮਨਰੇਗਾ ਦੀ ਲੇਬਰ ਕਨਵਰਜ ਕਰਾ ਕੇ ਅਸੀਂ 12-13 ਲੱਖ ਰੁਪਏ ਦਾ ਜਿਹੜਾ ਉਹ ਪਿੰਡ ਦੇ ਵਿੱਚ ਕੰਮ ਕਰਾਇਆ। ਔਰ ਕੰਮ ਅਸੀਂ ਪ੍ਰਾਇਓਰਟੀ ਬੇਸ 'ਤੇ ਉਹ ਕਰਾਇਆ ਕਿ ਜਿਹੜੇ ਖਾਸ ਤੌਰ 'ਤੇ ਸਾਡੇ ਧਾਰਮਿਕ ਸਥਾਨਾਂ ਨੂੰ ਰਸਤੇ ਜਾਂਦੇ ਸੀ। ਪ੍ਰਾਇਓਰਟੀ ਬੇਸ 'ਤੇ ਪਿੰਡ ਦੇ ਵਿੱਚ ਐਂਟਰੀ, ਉਹ ਛੱਪੜ ਦੇ ਨਾਲ ਸਾਡੀ ਇੱਕ ਗਲੀ ਸੀ, ਉਹ ਬਹੁਤ ਚਿਰ ਤੋਂ ਇੰਨੀ ਗੰਦੀ ਸੀ ਕਿ ਉੱਥੇ ਜਿੰਨੇ ਲੋਕ ਲੰਘਦੇ ਸੀ ਉਹਨਾਂ ਨੂੰ ਸਾਰੇ ਆਪਣੇ ਨੂੰ ਪਜਾਮੇ, ਕਿਸੇ ਨੂੰ ਆਪਣੇ ਬਸਤਰ ਉੱਪਰ ਚੱਕ ਕੇ ਲੰਘਣਾ ਪੈਂਦਾ ਸੀਗਾ। ਔਰ ਮੈਂ ਦੇਖਿਆ ਕਿ ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ, ਇਲੈਕਸ਼ਨ ਤੋਂ ਤੁਰੰਤ ਬਾਅਦ ਸਿਆਲ ਦਾ ਮੌਸਮ ਸੀਗਾ, ਉਧਰ ਬਾਰਿਸ਼ ਹੋ ਗਈ। ਜਦੋਂ ਬਾਰਿਸ਼ ਹੋਈ ਤਾਂ ਜਿਹੜੇ ਬੱਚੇ ਪੜ੍ਹਦੇ ਸੀਗੇ ਸਕੂਲਾਂ ਦੇ ਵਿੱਚ, ਛੋਟੇ ਛੋਟੇ ਬੱਚੇ ਪੜ੍ਹਦੇ ਸੀ, ਔਰ ਜਿਹੜੇ ਉਹਨਾਂ ਦੇ ਪੇਰੈਂਟਸ ਸੀ ਉਹ ਬੱਚਿਆਂ ਨੂੰ ਘਨੇੜੀਆਂ ਚੱਕ ਕੇ ਆਪ ਉੱਪਰ ਨੂੰ ਬਸਤਰ ਚੱਕ ਕੇ ਤਾਂ ਉਹ ਬੈਨ ਤੱਕ ਬੱਚਿਆਂ ਨੂੰ ਪਹੁੰਚਾਉਂਦੇ ਸੀ। ਔਰ ਅਜਿਹੇ ਘਰ ਵੀ ਸੀਗੇ ਕਿ ਤਿੰਨਾਂ ਚੌਂ ਘਰਾਂ ਤੋਂ ਟੱਪ ਕੇ ਆ ਕੇ ਵੀ ਉਹ ਆਪਣੇ ਬੱਚਿਆਂ ਨੂੰ ਬਾਹਰ ਕੱਢਦੇ ਸੀ। ਇੱਦਾਂ ਦੇ ਹਾਲਾਤ ਸੀ। ਅਸੀਂ ਉਹਨਾਂ ਨੂੰ ਪਹਿਲਾਂ ਸਾਰੇ ਅਸੀਂ ਜਿੰਨੀ ਟੀਮ ਹੈ ਸਾਡੀ, ਇੱਕ ਵਿਲੇਜ ਵਿਕਾਸ ਕਮੇਟੀ ਬਣੀ ਹੋਈ ਹੈ ਜੀ, ਜਿਹਦੇ ਬਾਊ ਜੀ ਸਾਡੇ ਹੈਗੇ ਆ, ਉਹਨਾਂ ਦੇ ਚੇਅਰਮੈਨ ਸਾਹਿਬ ਹੈਗੇ, ਮਾਸਟਰ ਜੀ, ਔਰ ਚੰਗੇ ਜਿਹੜੇ ਬੰਦੇ ਪੜ੍ਹੇ ਲਿਖੇ ਆ ਸਾਰੇ ਪਿੰਡ ਦੇ, ਉਹ ਉਹਦੇ ਮੈਂਬਰ ਆ ਸਾਰੇ। ਅਸੀਂ ਬੈਠ ਕੇ ਸਾਰੀ ਪੰਚਾਇਤ ਦੇ ਨਾਲ ਸਲਾਹ ਕੀਤੀ ਕਿ ਕਿਹੜੇ ਕੰਮ ਪਹਿਲਾਂ ਹੋਣੇ ਚਾਹੀਦੇ ਆ। ਇਹਨਾਂ ਨੇ ਉਹ ਸਾਰੇ ਪੈਨ ਪੁਆਇੰਟ ਕੀਤੇ। ਉਹ 5 ਜਿਹੜੇ ਕੰਮ ਸੀ ਇਹਨਾਂ ਨੇ ਪੈਨ ਪੁਆਇੰਟ ਕੀਤੇ ਆ। ਉਹ 5 ਹੀ ਅਸੀਂ ਉਹ ਗਲੀਆਂ ਪਹਿਲਾਂ ਬਣਾਈਆਂ। ਇੱਕ ਸਾਡੇ ਧਾਰਮਿਕ ਸਥਾਨ ਆ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦਾ, ਉਹਨੂੰ ਜਾਂਦੀ ਸੀ, ਉੱਥੇ ਵੀ ਬਹੁਤ ਬੁਰਾ ਹਾਲ ਸੀਗਾ। ਉਹ ਪਹਿਲਾਂ ਉਹ ਇੱਧਰ ਬਣਾਈ, ਜਿਹੜੀ ਮੇਨ ਐਂਟਰੀ ਸੀ ਉਹਨੂੰ ਬਣਾਇਆ, ਫਿਰ ਅਸੀਂ ਉਹ ਬਣਾਈ। ਫਿਰ ਉਹਦੇ ਬਾਅਦ ਇੱਕ ਪ੍ਰਾਇਮਰੀ ਸਕੂਲ ਨੂੰ ਨਾਲ ਗਲੀ ਸੀ, ਉੱਥੇ ਵੀ ਬਹੁਤ ਔਖਾ ਸੀ। ਜਦੋਂ ਹਾੜ ਜੇਠ ਦੀਆਂ ਧੁੱਪਾਂ ਦੇ ਵਿੱਚ ਵੀ ਲੋਕ ਤਿਲਕ ਕੇ ਡਿੱਗਦੇ ਸੀ, ਪਣਾ ਜੰਮ ਜਾਂਦਾ ਸੀ। ਔਰ ਜਦੋਂ ਕਿਤੇ ਬਾਰਿਸ਼ ਹੁੰਦੀ ਸੀ ਤਾਂ ਇੰਨਾ ਪਾਣੀ ਖੜ੍ਹ ਜਾਂਦਾ ਸੀ ਉੱਥੇ, ਉਹ ਬਣਾਈ। ਫਿਰ ਇੱਕ ਸਾਡੇ ਧਾਰਮਿਕ ਸਥਾਨ ਹੈ ਡੇਰਾ ਮਸਤ ਬਾਬਾ ਫਕੀਰ ਚੰਦ ਜੀ ਦਾ, ਔਰ ਨਾਲ ਹੀ ਉੱਥੇ ਜਿਹੜਾ ਮਿਡਲ ਸਕੂਲ ਹੈ, ਨਾਲ ਹੀ ਗਰਾਊਂਡ ਹੈ, ਸਾਡੇ ਬੱਚੇ ਖੇਡਣ ਜਾਂਦੇ ਸੀ। ਔਰ ਜਿਹੜਾ ਵੀ ਉੱਥੇ ਜਾਂਦਾ ਸੀ, ਜੇ ਉਹ ਕੰਧ ਨੂੰ ਫੜ ਕੇ ਨਾ ਤੁਰਦਾ ਸੀ, 22 ਫੁੱਟ ਦਾ ਰਸਤਾ ਸੀ, ਤਾਂ ਜਾਂ ਤਿਲਕਦਾ ਸੀ ਜਾਂ ਡਿੱਗਦਾ ਸੀ। ਤੇ ਉਹ ਵੀ ਅਸੀਂ ਬਣਾਇਆ। ਪਰ ਸਾਨੂੰ ਸਰਕਾਰ ਵੱਲੋਂ ਇੱਕ ਨਵੇਂ ਪੈਸੇ ਦੀ ਵੀ ਕੋਈ ਹਜੇ ਤੱਕ ਪੰਜਾਬ ਗੌਰਮੈਂਟ ਵੱਲੋਂ 2017 ਦੇ ਵਿੱਚ ਇਹ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ, 2017 ਤੋਂ 20 ਹੋ ਗਿਆ, ਪੌਣੇ 4 ਸਾਲ ਦਾ ਸਮਾਂ ਹੋਇਆ, ਇੱਕ ਨਵਾਂ ਪੈਸਾ ਪੰਜਾਬ ਗੌਰਮੈਂਟ ਦਾ ਸਾਡੇ ਪਿੰਡ ਨੂੰ ਹਜੇ ਤੱਕ ਗ੍ਰਾਂਟ ਨਹੀਂ ਆਈ। ਔਰ ਜਿਹੜਾ ਅਸੀਂ ਪਿਛਲੀ ਵਾਰੀ ਕੰਮ ਕੀਤਾ ਉਹ ਸਰਕਾਰ ਨੂੰ ਚੁੱਭਦਾ, ਕਿਉਂ ਚੁੱਭਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਕਿ ਇਹ ਮਾਮਲਾ ਲੈ ਕੇ ਜ਼ਮੀਨ ਦੇ ਮਾਲੀਏ ਦੇ ਨਾਲ ਕੰਮ ਕਰਦੇ ਸੀ, ਸੈਂਟਰ ਗਵਰਨਮੈਂਟ ਦੇ ਪੈਸਿਆਂ ਨਾਲ ਕੰਮ ਕਰਦੇ ਸੀ। ਉਹਨਾਂ ਨੇ ਕੀ ਕੀਤਾ ਕਿ ਇਸ ਵਾਰੀ ਉਹਨਾਂ ਨੇ ਜਿੰਨੇ ਪੈਸੇ ਸੀ ਸਾਡੀਆਂ ਬੈਂਕਾਂ ਨੂੰ ਲੈਟਰ ਇਸ਼ੂ ਕਰ ਦਿੱਤਾ ਕਿ ਜਿੰਨੀ ਦੇਰ ਵੀਡੀਓ ਦਾ ਮਤਾ ਪਾਸ ਕੀਤਾ ਨਾ ਆਵੇ ਤੁਸੀਂ ਪੈਸਾ ਨਹੀਂ ਦੇਣਾ। ਜਿਹੜੇ ਪੈਸੇ ਆ ਉਹ ਜਿਹੜੇ PFMS ਦੇ ਰਾਹੀਂ ਤੁਸੀਂ ਦੇਣੇ ਆ। ਔਰ ਦੂਸਰੇ ਪਾਸੇ ਕੀ ਕਰਦਾ ਕਿ ਅਸੀਂ ਜਦੋਂ ਕਾਰਜਕਾਰੀ ਏਜੰਸੀ ਗ੍ਰਾਮ ਪੰਚਾਇਤ ਸੈਂਟਰ ਗਵਰਨਮੈਂਟ ਪੈਸਾ ਭੇਜਦੀ ਆ, ਉਹਦੇ 'ਤੇ ਲਿਖਿਆ ਜਾਂਦਾ ਕਿ ਇਹਨੇ ਕਿੰਨੇ ਲਾਣੇ ਆ, ਉਹਦੇ ਲਾਉਂਦੇ ਆ। ਉਹਨੇ ਲਿਖਿਆ ਕਿ ਇਹ ਜਿਹੜੇ ਪੈਸੇ ਆ ਗ੍ਰਾਮ ਪੰਚਾਇਤ ਖਰਚੂਗੀ, ਗ੍ਰਾਮ ਪੰਚਾਇਤ ਆਪਣਾ ਪਰਚੇਜ ਕਰੇ, ਗ੍ਰਾਮ ਪੰਚਾਇਤ ਆਪਣਾ ਮਤਾ ਪਾਵੇ, ਗ੍ਰਾਮ ਪੰਚਾਇਤ ਆਪਣੀ ਸਹਿਮਤੀ ਨਾਲ ਜਿੱਥੇ ਮਰਜ਼ੀ ਲਾਵੇ, ਕਿਸੇ ਦੀ ਉਹਦੇ ਵਿੱਚ ਕੋਈ ਕੰਸੈਂਟ ਨਹੀਂ, ਬਸ਼ਰਤੇ ਤੁਸੀਂ ਉਹਦਾ ਹਿਸਾਬ ਕਿਤਾਬ ਪੂਰਾ ਰੱਖੋ, ਜੋ ਉਹਨਾਂ ਦੇ ਲੋੜੀਂਦੀ ਹੈ ਕਾਰਵਾਈ ਉਹ ਉਹਨਾਂ ਨੂੰ ਪੂਰੀ ਕਰਕੇ ਦਿਓ। ਔਰ ਜਿਹੜੀ ਉਸ ਤੋਂ ਬਿਨਾਂ ਇੱਕ ਸਾਡਾ ਇੱਕ ਨਿੱਜੀ ਫੰਡ ਹੁੰਦਾ ਆ ਜਿਹੜਾ ਪੰਚਾਇਤ ਦਾ ਫੰਡ। ਸਾਡੇ ਪੰਚਾਇਤ ਦੀ ਜਿਹੜੀ ਜ਼ਮੀਨ ਹੈ, ਉਹ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ, ਉਹ ਸਾਡੇ ਸਾਰੇ ਜ਼ਿਮੀਂਦਾਰਾਂ ਦੀ ਕਟੌਤੀ ਦੀ ਜ਼ਮੀਨ ਹੁੰਦੀ ਆ। ਸਿੱਧੇ ਤੌਰ 'ਤੇ ਉਹ ਸਾਡੇ ਆਪਣੀ ਪਰਸਨਲ ਪ੍ਰਾਪਰਟੀ ਹੈ, ਜਿਹੜਾ ਉਹਦੇ ਤੋਂ ਆਮਦਨਾਂ ਦਾ। ਇੱਕ ਤਾਂ ਸਾਡੇ ਨਾਲ ਉਹ ਨਾਦਰਸ਼ਾਹੀ ਫਰਮਾਨ ਉਹ ਆ ਕਿ ਉਹਦੇ ਵਿੱਚੋਂ ਵੀ 30% ਬਲਾਕ ਸੰਮਤੀ ਲੈ ਜਾਂਦੀ ਆ। ਜਦੋਂ ਸਾਨੂੰ ਅਜੇ ਪੈਸੇ ਕੈਸ਼ ਹੋਣ ਜਾਂ ਨਾ ਹੋਣ, ਸਾਨੂੰ ਆਉਣ ਚਾਹੇ ਨਾ ਆਉਣ, ਜਿਸ ਦਿਨ ਬੋਲੀ ਹੁੰਦੀ ਆ ਉਸੇ ਦਿਨ ਜਿਹੜਾ ਪੰਚਾਇਤ ਸੈਕਟਰੀ ਆ ਉਹ ਜਿੰਨੀ 30% ਦੀ ਰਕਮ ਹੈ ਉਹ ਚੈੱਕ ਕੱਟ ਕੇ ਲੈ ਜਾਂਦਾ। ਮਿਸਾਲ ਦੇ ਤੌਰ 'ਤੇ ਇਸ ਵਾਰੀ ਸਾਡੀ ਜਿਹੜੀ ਜ਼ਮੀਨ ਦੀ ਬੋਲੀ ਸੀ 4,64,000 ਚ ਹੋਈ ਸੀ। 1,39,400 ਰੁਪਇਆ ਉਹਦਾ ਬਣਿਆ 30% ਨੂੰ। ਉਹ 1,39,400 ਦਾ ਚੈੱਕ ਤਾਂ ਲੈ ਗਏ, ਔਰ ਉਹਦੇ ਬਾਅਦ ਵਿੱਚ ਸਾਡਾ ਸਾਰਾ ਬਾਉਂਡ ਕਰ ਦਿੱਤਾ ਉਹਨਾਂ ਨੇ। 1,39,400 ਉਹ ਲੈ ਗਏ, ਔਰ ਉਹਦੇ ਬਾਅਦ ਜਿਹੜਾ ਸੈਂਟਰ ਗਵਰਨਮੈਂਟ ਦਾ ਸਾਡੇ ਕੋਲ ਇਸ ਵੇਲੇ 12 ਲੱਖ ਰੁਪਏ ਖਾਤੇ 'ਚ ਪਿਆ, ਜਿਹੜੇ 14ਵੇਂ ਵਿੱਤ ਕਮਿਸ਼ਨ ਦਾ ਆਇਆ ਸਾਨੂੰ 12 ਲੱਖ ਰੁਪਇਆ। ਉਹ 3.5 ਲੱਖ ਰੁਪਇਆ ਸਾਡੇ ਕੋਲ ਦੂਜਾ ਬਚਦਾ, ਜਿਹੜਾ ਮਾਮਲੇ ਦਾ ਬਚਦਾ, ਉਹ 3.5 ਲੱਖ ਰੁਪਇਆ ਉਹ, ਤੇ 15.5 ਲੱਖ ਰੁਪਇਆ ਅੱਜ ਪੰਚਾਇਤ ਗ੍ਰਾਮ ਪੰਚਾਇਤ ਸ਼ੇਖੂਪੁਰ ਦੇ ਅਕਾਊਂਟ ਵਿੱਚ ਪਿਆ। ਜੇ ਅਸੀਂ ਅੱਜ ਚਾਹੀਏ ਕਿ ਅਸੀਂ ਇਸ ਪਿੰਡ ਦਾ ਕੋਈ ਕੰਮ ਬਾਕੀ ਬਚਣਾ ਨਹੀਂ ਹੈ, ਕਿਉਂਕਿ ਅਸੀਂ ਮਨਰੇਗਾ ਕਨਵਰਟ ਕਰਾ ਲੈਣੀ, ਸਾਨੂੰ ਪਤਾ ਵੀ ਕੰਮ ਕਿੱਦਾਂ ਕਰਨਾ ਹੈ। ਤੇ ਉਹਨਾਂ ਨੇ ਕੀਤਾ ਕੀ ਕਿ ਇਹਨਾਂ ਨੇ ਆਪਣੀ ਪ੍ਰਪੋਜ਼ਲ ਬਣਾ ਕੇ ਭੇਜ ਦਿੱਤੀ ਸਾਡੇ ਬਲਾਕ ਡਿਵੈਲਪਮੈਂਟ ਅਫਸਰ ਦੇ ਵੱਲੋਂ
ਵਿਦਆਊਟ ਸੈਨਾ ਤੋਂ ਇੱਕ ਵਰਬਲੀ ਸਾਨੂੰ ਸੈਕਟਰੀ ਦੇ ਮਾਧਿਅਮ ਤੋਂ ਸਾਨੂੰ ਪ੍ਰਪੋਜ਼ਲ ਭੇਜਤੀ ਕਿ ਜਿਹੜੇ ਤੁਹਾਡੇ ਪੈਸੇ ਆ RDF ਆਣਾ ਤੁਹਾਨੂੰ 3 ਲੱਖ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਹਜੇ ਤੱਕ ਆਇਆ ਨਹੀਂ, ਆਣਾ ਹੈ ਹਜੇ, ਕਦੋਂ ਆਉਣਾ ਉਹਦੀ ਕੋਈ ਡੇਟ ਤੈਅ ਨਹੀਂ। ਜਿਹੜਾ RDF ਹੋਣਾ ਉਹਦੇ ਲਈ ਕਹਤਾ ਇਹਨੀ 1,15,000 ਰੁਪਏ ਦੀ ਤੁਸੀਂ ਜਿਮ ਦਾ ਸਮਾਨ ਲਿਆਣਾ, ਜਿਮ ਦੇ ਸਮਾਨ ਦੇ, ਜਿਮ ਦਾ ਸਮਾਨ ਰੱਖਣਾ ਕਿੱਥੇ ਆ? ਜਿਮ ਦਾ ਕਮਰਾ ਕੋਈ ਨਹੀਂ, ਜਿਹੜਾ ਕਮਰਾ ਹੈ ਉਹ ਪਹਿਲਾਂ 2 ਮਸ਼ੀਨਾਂ ਪਈਆਂ ਬੱਚੇ ਬੈਠਣ ਨੂੰ ਵੀ, ਉਹਨਾਂ ਨੂੰ ਪ੍ਰੈਕਟਿਸ ਕਰਨ ਵਾਸਤੇ ਵੀ ਔਖੀ ਆਉਂਦੀ ਆ, ਉਹਦੇ ਵਾਸਤੇ ਕੋਈ ਨਹੀਂ ਪ੍ਰੋਗਰਾਮ ਨਹੀਂ ਹੈਗਾ। ਦੂਜੇ ਪਾਸੇ ਉਹਨੇ ਕਹਿਤਾ ਕਿ ਜਿਹੜੀਆਂ ਸੋਲਰ ਲਾਈਟਾਂ ਤੁਹਾਡੇ ਪਿੰਡ 'ਚ ਆਉਣੀਆਂ, ਜਿਹੜੀਆਂ ਸੋਲਰ ਲਾਈਟਾਂ ਆਉਣੀਆਂ ਆ 1,85,000 ਦੀਆਂ, ਉਹ ਜਿਹੜੀਆਂ ਸੋਲਰ ਲਾਈਟਾਂ ਦੀ ਸਾਨੂੰ ਲੋੜ ਨਹੀਂ, ਕਿਉਂਕਿ ਸਾਡੇ NRI ਵੀਰਾਂ ਨੇ ਲਗਭਗ 75% ਪਿੰਡ ਦੇ ਵਿੱਚ ਸੋਲਰ ਲਾਈਟਾਂ ਲਾ ਦਿੱਤੀਆਂ ਔਰ ਬਾਕੀ 25% ਜਿਹੜੀਆਂ ਇਸ ਸਾਲ ਉਹਨਾਂ ਦਾ ਲਾਉਣੇ ਦਾ ਵਾਅਦਾ ਕੀਤਾ। ਸਾਨੂੰ ਸੋਲਰ ਲਾਈਟਾਂ ਨਹੀਂ, ਉਹਨਾਂ ਨੇ ਇਲੈਕਟ੍ਰਿਕ ਲਾਈਟ ਲਾਈ ਆ ਸਰ, ਬਹੁਤ ਵਧੀਆ ਰੋਸ਼ਨੀ ਪਿੰਡ ਦੇ ਵਿੱਚ। ਔਰ ਗਰਾਊਂਡ ਪਲੇ ਗਰਾਊਂਡ ਆ ਉਹਦੇ ਵਿੱਚ ਵੀ ਲਾਈਟਾਂ ਲਾਈਆਂ, ਉੱਥੇ ਕੰਧ ਵੀ ਕਰਾਈ। NRI ਵੀਰਾਂ ਦਾ ਵੀ ਵੱਡਾ ਸਹਿਯੋਗ ਇਸ ਵਾਰੀ ਇਸ ਟਰਮ ਦੇ ਵਿੱਚ ਸਾਨੂੰ ਮਿਲ ਰਿਹਾ। ਦੱਸ ਕੇ ਹਟਿਆ ਮਾਸਟਰ ਰਣ ਬਹਾਦਰ ਜੀ, ਤੇ ਲਗਭਗ 7 ਲੱਖ ਰੁਪਇਆ NRI ਵੀਰਾਂ ਨੇ ਵੀ ਸਾਡੀ ਬੇਨਤੀ ਤੇ ਇਸ ਨਗਰ ਦੇ ਵਿੱਚ ਲਾ ਚੁੱਕੇ ਆ। ਅੱਗੇ ਹੋਰ ਵੀ ਉਹਨਾਂ ਨੇ ਤਿਆਰ ਕੀਤਾ, ਇੱਕ ਪਾਰਕ ਦਾ ਪ੍ਰੋਜੈਕਟ ਉਹਨਾਂ ਨੇ ਦਿੱਤਾ, ਉਹਦੇ ਵਾਸਤੇ ਉਹ ਉੱਥੋਂ ਕਲੈਕਸ਼ਨ ਕਰ ਰਹੇ ਨੇ। ਹੌਲੀ ਹੌਲੀ ਸਾਰਾ ਕੁਝ ਹੋ ਰਿਹਾ। ਔਰ ਦੂਸਰੇ ਪਾਸੇ ਸਾਡੇ ਮਾਨਯੋਗ ਬਾਊ ਨਸੀਬ ਚੰਦ ਗੁਰੂ ਜੀ, ਜਿਨ੍ਹਾਂ ਦੀ ਰਹਿਨਮਾਈ ਥੱਲੇ ਇਹ ਨਗਰ ਪੰਚਾਇਤ ਇਸ ਵਾਰੀ ਬਣੀ ਆ, ਔਰ ਜਿਨ੍ਹਾਂ ਦੀ ਡਾਇਰੈਕਸ਼ਨ ਦੇ ਨਾਲ ਬਣੀ ਆ, ਔਰ ਜਿਨ੍ਹਾਂ ਦੇ ਹੁਕਮ ਦੇ ਨਾਲ ਬਣੀ ਆ ਕਿ ਅਸੀਂ ਸਰਪੰਚੀ ਦੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸੀ। ਸਾਡੇ ਸਰਪੰਚੀ ਦੇ ਇਲੈਕਸ਼ਨ ਦੇ ਦਾਅਵੇਦਾਰ ਸਾਡੇ ਮਾਨਯੋਗ ਕਾਬਰ ਰਾਮ ਜੀ ਸੀ। ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਲੜਨੀ ਆ ਜੀ, ਅਸੀਂ ਨਹੀਂ ਲੜਨੀ ਹੈ, ਬਟ ਇਹਨਾਂ ਦੀ ਕੋਈ ਆਪਣੀ ਨਿੱਜੀ ਪ੍ਰੋਬਲਮ ਸੀ, ਇਹਨਾਂ ਨੇ ਕਹਿਤਾ ਮੈਂ ਨਹੀਂ ਲੜਨੀ। ਇਹਨਾਂ ਨੇ ਮੈਨੂੰ ਫੋਰਸਲੀ ਕਿਹਾ ਬਾਊ ਜੀ ਨੇ ਕਿ ਇਹ ਤੈਨੂੰ ਕਰਨਾ ਪੈਣਾ, ਜਿੱਦਾਂ ਮਰਜ਼ੀ ਕਰ। ਮੈਂ ਕਿਹਾ ਮੈਂ ਨਹੀਂ ਕਰਨਾ। ਮੈਨੂੰ ਕਹਿੰਦਾ ਦਿਸ ਇਜ਼ ਮਾਈ ਆਰਡਰ, ਡੂ ਇਟ। ਦਬਕੇ ਨਾ ਗਿਆ, ਅਸੀਂ ਮੰਨ ਗਏ ਜੀ। ਤੋ ਉਸ ਤੋਂ ਬਾਅਦ ਕੀ ਹੋਇਆ, ਚਲੋ ਪੰਚਾਇਤ ਬਣ ਗਈ। ਇਹਨਾਂ ਨੇ ਵੀ ਉਹ ਜਿਹੜਾ ਸਾਡਾ ਇੱਕ ਜਗ੍ਹਾ ਸੀ ਕਿਸੇ ਉੱਥੇ ਜਿਹੜੀ ਇਨਕਰੋਚਮੈਂਟ ਹੋਈ ਸੀ, ਇਨਲੀਗਲ ਇਨਕਰੋਚਮੈਂਟ ਸੀ, ਉਹਨੂੰ ਇਹਨਾਂ ਨੇ ਜਿਹੜਾ ਰਿਲੀਵ ਕਰਾਇਆ। ਰਿਲੀਵ ਕਰਾਉਣੇ ਤੋਂ ਬਾਅਦ ਉਹਦੇ ਵਿੱਚ ਇੱਕ ਪਾਰਕ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਚਿਲਡਰਨ ਪਾਰਕ ਦੇ ਨਾਂ 'ਤੇ ਉਹ ਪਾਰਕ ਬਣਾਈ, ਜਿਹੜੀ ਕਿ ਕਿਸੇ ਇੱਕ ਪਰਸਨਲ ਕਮਿਊਨਿਟੀ ਦੀ ਨਹੀਂ, ਪੂਰੇ ਨਗਰ ਦੀ ਹੈ। ਭਾਵੇਂ ਕਿ ਜਗ੍ਹਾ ਉਹ ਇੱਕ ਕਮਿਊਨਿਟੀ ਦੇ ਨਾਂ ਬੋਲਦੀ ਸੀ, ਬਟ ਉਹ ਜਿਹੜੇ ਇਸ ਵੇਲੇ ਉਹ ਸਾਰੇ ਪਿੰਡ ਲਈ ਆ। ਤੋ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਸਾਨੂੰ ਪ੍ਰਪੋਜ਼ਲ ਬਣਾ ਕੇ ਭੇਜ ਦਿੱਤੀ। ਸਮਾਨ ਉਹਨਾਂ ਨੇ ਭੇਜਣਾ, ਕੰਟਰੈਕਟਰ ਉਹਨਾਂ ਦਾ ਆ, ਕਾਰਜਕਾਰੀ ਏਜੰਸੀ ਗ੍ਰਾਮ ਪੰਚਾਇਤ ਆ, ਬਟ ਪਰਚੇਜ ਉਹ ਕਰਦੇ ਆ। ਅੱਛਾ, ਪਰਚੇਜ ਉਹ ਕਰਕੇ ਆ, ਕੰਟਰੈਕਟਰ ਉਹਨਾਂ ਦਾ ਆ, ਉਹਨੇ ਆਣਾ ਤੁਹਾਡੇ ਲਾ ਕੇ ਚੱਲ ਜਾਣਾ। ਜਿਹੜਾ ਸਾਡੇ ਕੋਲ ਸੈਂਟਰ ਗਵਰਨਮੈਂਟ ਦੇ ਪੈਸੇ ਆ, ਉਹ 'ਚ 10 ਲੱਖ ਰੁਪਈਆ 10,60,000 ਦਾ ਉਹਨਾਂ ਨੇ ਪ੍ਰਪੋਜ਼ਲਾਂ ਬਣਾਤੀਆਂ ਵੀ ਢੇਰਾਂ ਦੇ ਵਿੱਚ ਖੱਡੇ ਪੱਟੋ, ਉਹਨੂੰ ਪੱਕੇ ਬਣਾਓ, ਉੱਥੇ ਛੱਡਾ ਬਣਾਓ, ਘਰਾਂ ਦੇ ਮੂਹਰੇ ਤੁਸੀਂ ਡਸਟਬਿਨ ਰੱਖ ਦਿਓ। ਡਸਟਬਿਨ ਚੱਕਣੇ ਕਿੰਨੇ ਆ? ਉਹਦੇ ਵਾਸਤੇ ਇਹ ਆ ਕਿ ਸਾਡੇ ਕੋਲੇ 20% ਬਚਿਆ। 20% ਨਾਲ ਸਾਡੇ ਕੋਲ ਬਚਿਆ ਸੀਗਾ ਸਾਰਾ ਹੀ 1 ਲੱਖ ਰੁਪਈਆ। 1 ਲੱਖ ਰੁਪਏ ਦੇ ਪਿਛਲੇ 6 ਮਹੀਨੇ ਤਨਖਾਹ ਰਹਿੰਦੀ ਸੀ, ਉਹ ਅਸੀਂ ਤਨਖਾਹ ਦੇ ਕੇ ਕੁਝ ਖਰਚੇ ਹੋਰ ਸੀਗੇ, ਸਾਡੇ ਕੋਲ ਬਚਿਆ 26,000 ਰੁਪਈਆ। 26,000 ਤਾਂ ਸਾਡੇ ਕੋਲ ਜਿਹੜਾ ਬਿੱਲ ਹੀ ਆਣਾ ਜੀ, 1 ਸਾਲ ਦਾ, 5 ਸਾਲਾਂ ਦਾ 26,000 ਸਾਡਾ ਬਿੱਲ ਆਣਾ। ਔਰ ਜਿਹੜਾ ਸਫਾਈ ਸੇਵਕ ਰੱਖਿਆ ਅਸੀਂ 5,000 ਨੂੰ, ਇੱਕ ਅਸੀਂ ਪੰਚਾਇਤ ਬੁਲਾਵਾ ਰੱਖਿਆ 1,000 ਨੂੰ, 5,000 ਰੁਪਈਆ ਸਾਲ ਦਾ ਸਾਡਾ 60,000 ਰੁਪਈਆ ਤਾਂ ਉਹ ਆ। ਜਿਹੜੇ ਹੁਣ ਡਸਟਬਿਨ ਰੱਖਣੇ ਆ ਉਹਦੇ ਤੇ 2 ਬੰਦੇ ਹੋਰ ਰੱਖਣੇ ਪੈਣੇ ਸਾਨੂੰ। ਅਸੀਂ ਉਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਤੋਂ ਕਿ ਇਹ ਤੁਹਾਡਾ ਆਰਡਰ ਹੈ ਜਾਂ ਕਿ ਇਹ ਜਿੱਦਾਂ ਨਾਦਰਸ਼ਾਹੀ ਫਰਮਾਨ ਹੈ ਕਿ ਆਪਣੀ ਪੰਚਾਇਤ ਦੀ ਕੋਈ ਪ੍ਰਪੋਜ਼ਲ ਨਹੀਂ ਸੀ ਉਹ। ਪੰਚਾਇਤ ਦੀ ਜਿਹੜੀ ਪ੍ਰਪੋਜ਼ਲ ਅਸੀਂ ਦਿੱਤੀ ਹੋਈ ਆ, ਅਸੀਂ ਪਹਿਲੀ ਪ੍ਰਪੋਜ਼ਲ ਪੰਚਾਇਤ ਦੀ ਪ੍ਰਪੋਜ਼ਲ ਵਿੱਚ ਦਿੱਤਾ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਚਿਲਡਰਨ ਪਾਰਕ ਵਾਸਤੇ 5 ਲੱਖ ਰੁਪਈਆ ਦਿੱਤਾ ਜਾਵੇ। ਔਰ ਅਸੀਂ ਇਹ ਕਿਹਾ ਸੀ ਕਿ ਸਾਡੀਆਂ ਬੀਬੀਆਂ ਜੋ ਸ਼ਮਸ਼ਾਨ ਘਾਟ ਜਾਂਦੇ ਆ ਸੰਸਕਾਰ ਕਰਨ, ਬੀਬੀਆਂ ਨੂੰ ਬੈਠਣ ਵਾਸਤੇ ਜਗ੍ਹਾ ਨਹੀਂ ਹੈ, ਉੱਥੇ ਇੱਕ ਕੋਈ ਬਰਾਂਡਾ ਬਣਾ ਕੇ ਦਿੱਤਾ ਜਾਵੇ। ਇਹ ਬਹੁਤ ਸਾਰੀਆਂ ਜੀ ਆ ਸਾਡੇ ਗਲੀਆਂ ਪਹਿਲੀ ਪੰਚਾਇਤ ਨੇ ਬਣਾਈਆਂ ਸੀ। ਤੁਸੀਂ ਨਿਗਾਹ ਮਾਰੋ ਕਿ ਇਹ 2-2 2.5 ਫੁੱਟ ਡੂੰਘੀਆਂ, ਜੇ ਬੱਚਾ ਇਹਦੇ ਵਿੱਚ ਡਿੱਗ ਜਾਂਦਾ ਤਾਂ ਨਿਕਲਦਾ ਨਹੀਂ। ਬੱਚਾ ਤਾਂ ਕੀ ਨਿਕਲਣਾ, ਸਿਆਣੇ ਨੂੰ ਵੀ ਔਖਾ ਹੁੰਦਾ ਨਿਕਲਣਾ। ਘਰਾਂ ਦੇ ਵਿੱਚ ਸੱਪ ਆ ਵੜਦੇ ਆ। ਅਸੀਂ ਕਿਹਾ ਸੀ ਕਿ ਇਹਨਾਂ 'ਚ ਅਸੀਂ ਪਾਈਪ ਲਾਈਨਾਂ ਪਾਉਣੀਆਂ। ਜਿੱਥੇ ਆਪਾਂ ਖੜੇ ਆ, ਜਿਹੜੀ ਸਾਰੇ ਇਸ ਪੂਰੀ ਕਮਿਊਨਿਟੀ ਦੀ, ਪੂਰੇ ਨਗਰ ਦੀ ਇਹ ਇੱਕ ਡਿਮਾਂਡ ਆ ਕਿ ਇਹਦੀ ਫਰਸ਼ਬੰਦੀ ਕੀਤੀ ਜਾਵੇ, ਕਿ ਫੰਕਸ਼ਨ ਹੋ ਸਕੇ। ਘਰਾਂ 'ਚ ਜਗ੍ਹਾ ਨਹੀਂ ਹੈਗੀ। ਪਿੱਛੇ ਸਵਾਲ ਆਇਆ ਸੀਗਾ, ਅਸੀਂ ਇਹ ਮਤਾ ਪਾ ਕੇ ਦਿੱਤਾ ਆ ਪਹਿਲ ਦੇ ਆਧਾਰ 'ਤੇ। ਨਾਲ ਹੀ ਸਾਡੇ ਬਾਲਮਿਕ ਚੌਂਕ ਦੇ ਨਾਲ ਤੇ ਨਾਲੇ ਜਾਣਿਆ ਜਾਂਦਾ, ਉੱਥੇ ਫਰਸ਼ਬੰਦੀ ਹੋਣੇ ਵਾਲੀ ਵੀ ਆ। ਔਰ ਛੱਪੜਾਂ ਦਾ ਨਿਕਾਸ ਕਰਨੇ ਦੀ ਸੀ, ਉਹਦਾ ਪਾਣੀ ਕੱਢ ਕੇ ਪਾਈਪਲਾਈਨ ਪਾਣੇ ਦੇ ਸੀ। ਇੱਕ ਸਾਡੇ ਟਿੱਬੀ ਮਹੱਲਾ, ਉਹਦਾ ਅਸੀਂ ਮਤਾ ਪਾ ਕੇ ਦਿੱਤਾ ਆ ਕਿ ਉੱਥੇ ਸਾਡੇ ਪਿੰਡ ਦੇ 50 ਘਰ ਰਹਿੰਦੇ ਆ। ਉਹਦੇ ਵਾਸਤੇ 6 ਕਨਾਲ ਜਗ੍ਹਾ ਜਿਹੜੀ ਪੰਚਾਇਤ ਨੇ ਛੱਡੀ ਹੋਈ ਛੱਪੜ ਬਣਾਉਣ ਵਾਸਤੇ, ਔਰ 600 ਮੀਟਰ ਉੱਥੇ ਪਾਈਪਲਾਈਨ ਪਾਣੀ ਆ। ਉਹਦੀ ਮਿਣਤੀ ਵੀ ਹੋ ਚੁੱਕੀ ਆ, ਐਸਟੀਮੇਟ ਵੀ ਲੱਗ ਚੁੱਕਿਆ। ਉਹ ਸਾਡੇ ਸਾਰੇ ਪ੍ਰਪੋਜ਼ਲ ਜੋ ਬਾਹਰ ਕੱਢ ਕੇ ਸਾਨੂੰ ਕਹਿ ਦਿੱਤਾ ਵੀ 10,60,000 ਦੇ ਵਿੱਚ ਤੁਸੀਂ ਢੇਰਾਂ ਦੇ ਵਿੱਚ 2 ਜਗ੍ਹਾ ਖੱਡੇ ਪੱਟੋ, ਉੱਥੇ ਸ਼ੈੱਡ ਬਣਾਓ, ਉੱਥੇ ਤੁਸੀਂ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਲਗਾਓ, ਜਿਹੜਾ ਕਿ ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈ।
ਔਰ ਸੋਲਰ ਲਾਈਟਾਂ ਦੀ ਸਾਨੂੰ ਬਿਲਕੁਲ ਜ਼ਰੂਰਤ ਨਹੀਂ ਹੈ। ਜਿਮ ਦੇ ਸਮਾਨ ਦੀ ਸਾਨੂੰ ਬਿਲਕੁਲ ਜ਼ਰੂਰਤ ਨਹੀਂ ਹੈਗੀ। ਹਾਂ, ਇੱਕ ਉਹਨਾਂ ਦੇ ਵਿੱਚ ਪ੍ਰਪੋਜ਼ਲ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਕਿ ਵਾਟਰ ਰੀਚਾਰਜਿੰਗ ਸਿਸਟਮ ਅਸੀਂ ਕਹਿੰਦੇ ਉਹ ਹੋਣਾ ਚਾਹੀਦਾ। ਜਿੱਥੇ ਕੋਈ ਗੰਦਾ ਪਾਣੀ ਨਹੀਂ ਜਾਂਦਾ, ਕੋਈ ਬਿਲਡਿੰਗ ਸਾਡੀ ਸਰਕਾਰੀ ਹੈਗੀ ਆ, ਉਹਦਾ ਪਾਣੀ ਉਹਦੇ ਵਿੱਚ ਰੀਚਾਰਜ ਹੋ ਜਾਵੇ, ਉਹ ਸਾਡੇ ਪਿੰਡ ਨੂੰ ਫਾਇਦਾ ਹੋ ਸਕਦਾ। ਬਾਕੀ ਜਿਹੜੀ ਰਹੀ ਗੱਲ ਪਲਾਂਟੇਸ਼ਨ ਦੀ, ਉਹ ਸਾਡੀ ਸਾਰੀ ਪੰਚਾਇਤ ਨੇ ਫੈਸਲਾ ਕਰਕੇ 4 ਛਪੇਰੇ ਪਿੰਡ ਦੇ ਪਲਾਂਟੇਸ਼ਨ ਵਾਸਤੇ ਬਹੁਤ ਵੱਡਾ ਇੱਕ ਇਹ ਪ੍ਰੋਜੈਕਟ ਤਿਆਰ ਕੀਤਾ ਕਿ ਸਾਨੂੰ ਗ੍ਰਾਂਟ ਤਾਂ ਦਿੰਦੇ ਨਹੀਂ ਸਰਕਾਰ। ਪਿਛਲੇ ਸਾਲ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਅਸੀਂ ਸੀਗਾ ਉਹਨਾਂ ਦਾ ਦਿਹਾੜਾ 550 ਸਾਲਾ, ਉਹਦੇ 'ਤੇ ਸਾਨੂੰ ਸਰਕਾਰ ਵੱਲੋਂ 550 ਬੂਟਾ ਆਇਆ ਸੀ। ਉਹ ਅਸੀਂ ਸਾਰਾ ਪਲਾਂਟੇਸ਼ਨ ਕੀਤੀ ਔਰ ਉਸ ਤੋਂ ਬਾਅਦ ਇਸ ਵਾਰੀ 250 ਮਿਲਦਾ ਸੀ, ਅਸੀਂ ਧੱਕੇ ਨਾਲ ਲਾ ਲੁੜ ਕੇ ਉਹਨਾਂ ਤੋਂ 350 ਲਿਆਂਦਾ, ਉਹ ਵੀ ਅਸੀਂ ਲਾ ਦਿੱਤਾ। ਬਟ ਉਹਦੇ ਵਿੱਚ ਮਾਸਟਰ ਜੀ ਨੇ ਜ਼ਿਕਰ ਕਰਤਾ, ਮੈਂ ਨਾ ਰਿਪੀਟ ਕਰਾਂ ਕਿ ਉਹਦੇ ਨਾਲ ਵੀ ਛੇੜਛਾੜ ਹੋ ਰਹੀ ਹੈ ਕਿ ਪੰਚਾਇਤ ਇਹ ਬੂਟੇ ਲਾ ਕੇ ਪਿੰਡ ਨੂੰ ਸੋਹਣਾ ਕਿਉਂ ਬਣਾਉਂਦੀ ਹੈ। ਉਹ ਸ਼ਰਾਰਤਬਾਜ਼ੀ ਕਰਦੇ ਤੁਰੇ ਜਾਂਦੇ, ਉੱਪਰੋਂ ਉਹਦਾ ਸਿਰ ਮਰੋੜ ਦਿੰਦੇ ਆ, ਕੋਈ ਥੱਲੇ ਦਾਤੀ ਘੁਮਾ ਜਾਂਦਾ, ਕੋਈ ਉੱਤੇ ਰਾਉਂਡ ਅਪ ਛੜਕਾ ਦਿੰਦਾ ਕਿ ਹੋਣ ਨਾ। ਬਟ ਫਿਰ ਵੀ ਇਹਨਾਂ ਨੇ ਆਪਣੀ ਐਫਰਟ ਦੇ ਨਾਲ ਚੱਕ ਕੇ ਸਕੂਟੀ ਤੋਂ ਆਪਣੀਆਂ ਨਿੰਮਾਂ ਲਾ ਜੋ ਮਤਲਬ ਉਹ ਖਾਲੀ ਨਹੀਂ ਰਹਿਣ ਦਿੰਦੇ। ਮੇਰੀ ਇੱਕ ਇਹ ਵੀ ਮੰਗ ਹੈ ਕਿ ਇਹ ਜਿਹੜਾ ਹੈਗਾ ਆ ਵੀ ਉਹਦੇ ਬਾਰੇ ਵੀ ਧਿਆਨ ਦਿੱਤਾ ਜਾਵੇ ਕਿ ਸਾਡੀ ਉਹਦੇ ਵਿੱਚ ਵੀ ਮਦਦ ਕੀਤੀ ਜਾਵੇ। ਔਰ ਜਿਹੜਾ ਸਾਡੇ ਪਿੰਡ ਨਾਲ ਮਤਰੇਈ ਮਾਮਲਾ ਸਲੂਕ ਸਰਕਾਰ ਕਰ ਰਹੀ ਹੈ, ਕਿਉਂਕਿ ਅਸੀਂ ਇੱਕ ਲੋਕਤੰਤਰ ਦੇਸ਼ ਦੇ ਵਾਸੀ ਹਾਂ ਔਰ ਸਾਡਾ ਇਹ ਮੌਲਿਕ ਅਧਿਕਾਰ ਆ, ਸਾਡਾ ਹੱਕ ਬਣਦਾ ਕਿ ਜਿਸ ਪਿੰਡ ਦੀ ਪਾਪੂਲੇਸ਼ਨ 3000 ਦੇ ਨੇੜੇ ਹੋਵੇ, ਅੱਜ 2600 ਦੀ ਪਾਪੂਲੇਸ਼ਨ ਸਾਡੀ ਇੱਥੇ ਇਸ ਨਗਰ ਦੇ ਵਿੱਚ ਆ, ਉਹ ਜੇ 2600 ਦੀ ਪਾਪੂਲੇਸ਼ਨ ਨੂੰ 3 ਲੱਖ ਰੁਪਇਆ RDF ਪਾਉਂਦੇ ਆ, ਇੱਕ ਨਾਲ ਹੀ ਪਿੰਡ ਨਾਲ ਹੀ ਮੇਰੇ ਗੁਆਂਢ ਵਿੱਚ ਪਿੰਡ ਆ ਜਿਹਦੀ ਪਾਪੂਲੇਸ਼ਨ 800 ਦੀ ਆ, ਉਹਨੂੰ 15 ਲੱਖ ਪਾ ਦਿੱਤਾ ਜਾਂਦਾ। ਨਾਲ ਹੀ ਪਿੰਡ ਆ ਉਹਨੂੰ 14 ਲੱਖ ਰੁਪਇਆ ਪਾ ਦਿੱਤਾ ਜਾਂਦਾ। ਨਾਲ ਹੀ ਪਿੰਡ ਆ ਸਿਰਫ ਉਹਦੀ ਹੈਗੀ ਆਬਾਦੀ ਪਾਪੂਲੇਸ਼ਨ 300 ਦੀ ਆਬਾਦੀ ਆ, ਉਹਨੂੰ ਵੀ 3 ਲੱਖ ਪਾਇਆ ਜਾਂਦਾ। ਤਾਂ ਫਰਕ ਕਿੱਥੇ ਆ? ਫਰਕ ਕਿਉਂ ਸਾਡੇ ਨਾਲ ਫਰਕ ਕਿਉਂ ਕੀਤਾ ਜਾ ਰਿਹਾ? ਦੂਸਰੇ ਪਾਸੇ ਜਦੋਂ ਅਸੀਂ ਪਿੰਡ ਦੀ ਡਿਵੈਲਪਮੈਂਟ ਆਪ ਕਰਨੀ ਚਾਹੁੰਦੇ ਆ, ਸਾਡੀ ਪੰਚਾਇਤ ਇਸ ਕਾਬਲ ਆ ਕਿ ਉਹ ਡਿਵੈਲਪਮੈਂਟ ਕਰ ਸਕਦੀ ਆ, ਉਹ ਸਾਨੂੰ ਡਿਵੈਲਪਮੈਂਟ ਕਿਉਂ ਨਹੀਂ ਕਰਨ ਦਿੰਦੇ? ਕਿ ਦਖਲਅੰਦਾਜ਼ੀ ਕਿਉਂ ਕੀਤੀ ਜਾਂਦੀ ਆ? ਜਾਂ ਤਾਂ ਉਹ ਸਾਨੂੰ ਇਹ ਮੰਗਾ ਕਿ ਜਾਂ ਤਾਂ ਫਿਰ ਉਹ ਕਾਰਜਕਾਰੀ ਏਜੰਸੀ ਜਿਹੜੀ ਆ ਉਹ ਪੰਚਾਇਤੀ ਰਾਜ ਕਰ ਦੇਣ, ਜਾਂ ਕਾਰਜਕਾਰੀ ਏਜੰਸੀ ਆ EOPS ਬਲਾਕ ਸੰਮਤੀ ਕਰ ਦੇਣ। ਜੇ ਕਾਰਜਕਾਰੀ ਏਜੰਸੀ ਗ੍ਰਾਮ ਪੰਚਾਇਤ ਆ ਤਾਂ ਸਾਨੂੰ ਕੰਮ ਕਰਨ ਦਿੱਤਾ ਜਾਵੇ, ਉਹਨੂੰ ਅਸੀਂ ਪਰਚੇਜ ਕਰੀਏ, ਅਸੀਂ ਆਪਣੀ ਮਰਜ਼ੀ ਨਾਲ ਲਾਈਏ ਜਿੱਥੇ ਸਾਡੀਆਂ ਜ਼ਰੂਰਤਾਂ ਹੈ। ਉਹਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਬਿਲਕੁਲ ਬੰਦ ਕੀਤੀ ਜਾਵੇ। ਇਹ ਕਿਉਂਕਿ ਉਹਨਾਂ ਨੇ ਆਪਣੇ ਕੰਟਰੈਕਟ ਰੱਖੇ, ਆਪਣਾ ਹੀ ਫਾਇਦਾ ਉਹਨਾਂ ਦਾ, ਆਪਣਾ ਹੀ ਮਾਰਜਨ ਕੱਢਣਾ ਉਹਨਾਂ ਨੇ। ਇਸ ਕਰਕੇ ਇਸੇ ਦੇ ਤੌਰ 'ਤੇ ਦੂਸਰੇ ਤੌਰ 'ਤੇ ਪੋਲੀਟੀਕਲ ਤੌਰ 'ਤੇ ਸਾਨੂੰ ਦਬਾਉਣਾ ਚਾਹੁੰਦੇ ਆ ਉਹ ਕਿ ਕਿਸੇ ਨੇ ਕਿਸ ਤਰ੍ਹਾਂ ਦਬਾ ਕੇ, ਅਸੀਂ ਬਿਲਕੁਲ ਦਬਣਾ ਨਹੀਂ ਹੈ। ਅਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੱਚੇ ਅਨੁਆਈ ਹਾਂ ਔਰ ਅਸੀਂ ਹੱਕ ਲੈਣਾ ਵੀ ਜਾਣਦੇ ਹਾਂ ਔਰ ਖੋ ਕੇ ਵੀ ਲਵਾਂਗੇ। ਜਿਹੜਾ ਸਾਡਾ ਹੱਕ ਬਣਦਾ ਜਿੱਦਾਂ ਮਰਜ਼ੀ ਲਵਾਂਗੇ ਅਸੀਂ ਲਵਾਂਗੇ, ਔਰ ਚਾਹੇ ਸਾਨੂੰ ਲੜਾਈ ਲੜਨੀ ਪਵੇ, ਐਜੀਟੇਸ਼ਨ ਕਰਨੀ ਪਵੇ ਸਰਕਾਰ ਦੇ ਖਿਲਾਫ। ਜੇ ਅਸੀਂ ਗ੍ਰਾਮ ਪੰਚਾਇਤਾਂ ਨੂੰ ਅਧਿਕਾਰ ਦਿੱਤੇ ਆ, ਜਾਂ ਫਿਰ ਉਹ ਕਹਿ ਦੇਣ ਕਿ ਸਾਡੀ ਪੰਚਾਇਤ ਨੂੰ ਸਸਪੈਂਡ ਕਰ ਦੇਣ ਕਿ ਅਸੀਂ ਪ੍ਰਬੰਧਕ ਲਾ ਕੇ ਕੰਮ ਕਰਨਾ, ਤਾਂ ਸਾਡੇ ਲਈ ਠੀਕ ਹੈ, ਓਕੇ, ਅਸੀਂ ਇਹਦੇ ਲਈ ਵੀ ਤਿਆਰ ਹਾਂ। ਪਰ ਘੱਟ ਤੋਂ ਘੱਟ ਜੇ ਹੁਣ ਪਿੰਡ ਦਾ ਕੰਮ ਵਧੀਆ ਹੋ ਰਿਹਾ, ਸਾਰੇ ਨਗਰ ਮਹਿਸੂਸ ਕਰ ਰਿਹਾ ਵੀ ਸਾਡੇ ਪਿੰਡ ਦਾ ਕੰਮ ਹੋ ਰਿਹਾ, ਤੇ ਉਹਨਾਂ ਦੇ ਕਿਉਂ ਮਿਰਚਾਂ ਲੜਦੀਆਂ? ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸੋ ਇਸ ਕਰਕੇ ਮੇਰੀ ਨਾ ਨਰਮਲ ਜੀ ਤੁਹਾਡੇ ਮਾਧਿਅਮ ਤੋਂ ਸਰਕਾਰ ਤੋਂ ਮੰਗ ਆ ਕਿ ਸਾਨੂੰ ਇਹਦੇ ਤੇ ਜਿਹੜੇ ਗੌਰ ਕਰਕੇ ਅਗਰ ਇਹ ਆਪਣਾ ਹੀ ਨਾਦਰਸ਼ਾਹੀ ਫਰਮਾਨ ਇਹਨੂੰ ਵਾਪਸ ਲਿਆ ਜਾਵੇ ਔਰ ਸਾਨੂੰ ਕੰਮ ਕਰਨ ਦਿੱਤਾ ਜਾਵੇ। ਔਰ ਅਸੀਂ ਕੰਮ ਕਰਨਾ ਚਾਹੁੰਦੇ ਆ, ਮੇਰੀ ਪੰਚਾਇਤ ਪੂਰੀ ਪੋਟੈਂਸ਼ੀਅਲ ਹੈ, ਸਾਰੀ ਕੰਮ ਕਰਨਾ ਜਾਣਦੀ ਆ, ਇਹਨਾਂ ਨੂੰ ਕੱਲੀ ਗੱਲ ਦਾ ਪਤਾ ਵੀ ਕੰਮ ਕਿੱਦਾਂ ਕਰਨਾ, ਪਰ ਉਹਨੂੰ ਕਰਨ ਨਹੀਂ ਦਿੰਦੇ ਹੈਗੇ। ਉਹ ਤੇ ਪੋਲੀਟੀਕਲ ਦਖਲਅੰਦਾਜ਼ੀ ਹੋ ਰਹੀ ਹੈ। ਪਰ ਇੱਥੇ ਕੱਲਾ ਇਹੀ ਨਹੀਂ, ਮੈਂ ਤੁਹਾਡੇ ਮਾਧਿਅਮ ਤੋਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ 40 ਸਾਲ ਸੰਘਰਸ਼ ਤੋਂ ਬਾਅਦ ਸਾਨੂੰ ਹੱਕ ਲੈ ਕੇ ਦਿੱਤੇ, ਜਿਹੜੇ ਮੌਲਿਕ ਅਧਿਕਾਰ, ਜਿਹਦੇ ਵਿੱਚ ਸਾਨੂੰ ਰਿਜ਼ਰਵੇਸ਼ਨ ਦਾ ਅਧਿਕਾਰ ਦਿੱਤਾ। ਉਹ ਰਿਜ਼ਰਵੇਸ਼ਨ ਦੇ ਅਧਿਕਾਰ ਦੇ ਨਾਲ ਵੀ ਧੱਕਾ ਕੀਤਾ ਜਾ ਰਿਹਾ। ਉਹਦੀ ਮਿਸਾਲ ਵਿਧਾਨ ਸਭਾ ਹਲਕਾ ਬੰਗਾ ਦੀ ਮੈਂ ਦੇਣੀ ਚਾਹੁੰਦਾ ਕਿ ਰਿਜ਼ਰਵ ਸੀਟ ਆ, ਰਿਜ਼ਰਵ ਸੀਟ ਤੇ ਜਿਹੜਾ ਕੋਈ ਕਾਰਜ ਜਿਹੜਾ ਹੈਗਾ ਸਰਕਾਰ ਦਾ ਨੁਮਾਇੰਦਾ ਇੱਥੇ SC ਹੋਣਾ ਚਾਹੀਦਾ, ਪਰ ਉਹਨੂੰ ਦਰਕਨਾਰ ਕਰਕੇ ਉਹਨਾਂ ਨੇ ਇੱਕ ਜਨਰਲ ਕਾਸਟ ਦਾ ਬੰਦਾ ਲਾਇਆ ਹੋਇਆ, ਜਿਹੜਾ ਕਿ ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਦੇ ਸੰਵਿਧਾਨ ਦੇ ਬਿਲਕੁਲ ਖਿਲਾਫ ਹੈ, ਜਿਹੜਾ ਕਿ ਸਿਰਫ ਆਪਣੇ ਆਪਣੇ ਮਕਸਦ ਲਈ, ਆਪਣੇ ਫਾਇਦੇ ਲਈ ਹੀ ਅੱਜ ਇਹ ਜਿਹੜੀਆਂ ਪਾਬੰਦੀਆਂ ਲਵਾ ਰਿਹਾ, ਉਹਦੇ ਬਦੌਲਤ ਹੋ ਰਿਹਾ ਸਾਰਾ ਕੁਝ। ਸੋ ਇਸ ਕਰਕੇ ਮੇਰੀ ਇਹ ਵੀ ਪੁਰਜੋਰ ਅਪੀਲ ਹੈ ਸਰਕਾਰ ਨੂੰ ਕਿ ਇਹਦੇ 'ਤੇ ਵੀ ਗੌਰ ਕੀਤਾ ਜਾਵੇ ਕਿ ਜੇ ਰਿਜ਼ਰਵੇਸ਼ਨ ਆ, ਜੇ ਰਿਜ਼ਰਵ ਹਲਕਾ ਆ, ਤਾਂ ਇੱਥੇ ਜਿਹੜਾ ਨੁਮਾਇੰਦਾ ਆ ਉਹ ਰਿਜ਼ਰਵ ਹੀ ਹੋਵੇ, ਜਨਰਲ ਕਿਉਂ ਹੋਵੇ। ਇਹ ਵੀ ਮੇਰਾ ਇੱਕ ਸੋਲਿਡ ਸਵਾਲ ਤੁਹਾਡੇ ਮਾਧਿਅਮ ਤੋਂ ਆ, ਔਰ ਇਹ ਮੈਂ ਕਿਸੇ ਦੇ ਇਹ ਹਿੱਤ 'ਚ ਨਹੀਂ ਕਰ ਰਿਹਾ। ਜੋ ਸਾਨੂੰ ਮੌਲਿਕ ਅਧਿਕਾਰ ਆ ਸਾਡੇ, ਉਹ ਵੀ ਖੋਏ ਜਾ ਰਿਹਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਸ਼ੇਖੂਪੁਰਾ। ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਸਾਡੀ ਟੀਮ ਨੂੰ ਬੁਲਾਉਣਾ ਚਾਹੁੰਦੇ ਹੋ ਤੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ ਕਾਲ ਕਰੋ, ਅਸੀਂ ਤੁਹਾਡੇ ਕੋਲ ਜ਼ਰੂਰ ਆਵਾਂਗੇ, ਜਾਣਾਂਗੇ ਤੁਹਾਡੇ ਪਿੰਡ ਦਾ ਹਾਲ।